ਹਾਈ ਆਈ ਥਿੰਕ ਹੁਣ ਅਸੀਂ ਫੇਸਬੁੱਕ ਤੇ ਲਾਈਵ ਹੋ ਗਏ ਹਾਂ। ਸਾਰੇ ਦੋਸਤਾਂ ਦਾ ਬਹੁਤ ਸਵਾਗਤ ਹੈ। ਅੱਜ ਦੀ ਸਾਡੀ ਚਰਚਾ ਹੈ ਬੇਖੌਫ ਆਜ਼ਾਦ ਹੈ ਜੀਣਾ ਮੁਝੇ, ਔਰਤ ਆਜ਼ਾਦੀ ਦਾ ਸਵਾਲ। ਇਸ ਚਰਚਾ ਦੀ ਜਿਹੜੀ ਮੋਟੀਵੇਸ਼ਨ ਹੈ ਉਹ ਸਾਨੂੰ ਇੱਕ ਸਟੂਡੈਂਟ ਤੋਂ ਮਿਲੀ ਹੈ, ਜਿਸਨੇ ਕੁਝ ਦਿਨ ਪਹਿਲਾਂ ਫੇਸਬੁੱਕ ਤੇ ਆਪਣੇ ਟੀਚਰ ਦੇ ਥਰੂ ਕੁਝ ਕੁਐਸਚਨ ਪੁੱਟ ਕੀਤੇ ਸੀ ਕਿ ਔਰਤ ਆਜ਼ਾਦੀ ਦਾ ਮਤਲਬ ਕੀ ਹੈ, ਇਹਦੇ ਮਾਇਨੇ ਕੀ ਨੇ, ਕੀ ਇਹ ਆਜ਼ਾਦੀ ਆਪਣੀ ਫੈਮਿਲੀ ਨਾਲ, ਪਰਿਵਾਰ ਨਾਲ, ਇਮੀਡੀਏਟ ਸਰਕਲ ਨਾਲ ਲੜੇ ਬਿਨਾਂ ਹੋ ਸਕਦੀ ਹੈ, ਉਹਨਾਂ ਦਾ ਕੀ ਰੋਲ ਹੈ, ਇਹਦੇ 'ਚ ਸਮਾਜ ਦਾ ਕੀ ਰੋਲ ਹੈ, ਇਹਦੇ ਵੱਖ-ਵੱਖ ਜਿਹੜੇ ਪੱਖ ਨੇ ਉਹਨਾਂ ਬਾਰੇ ਉਹਨੇ ਬਹੁਤ ਖੂਬਸੂਰਤੀ ਨਾਲ, ਬਹੁਤ ਕਲੈਰਿਟੀ ਨਾਲ ਕੁਝ ਕੁਐਸਚਨ, ਕੁਝ ਸਵਾਲ ਪੁੱਟ ਕੀਤੇ ਸੀ। ਦੈਟ ਇੱਕ ਤਰ੍ਹਾਂ ਸਾਡੇ ਲਈ ਮੋਟੀਵੇਸ਼ਨ ਬਣੀ ਕਿ ਅਸੀਂ ਆਪਸ 'ਚ ਐਟਲੀਸਟ ਇੱਕ ਪਲੇਟਫਾਰਮ ਜਿਹੜਾ ਬਣਾਇਆ ਹੈ ਵਜੂਦ, ਇਹਦੇ ਥਰੂ ਇਹਦੇ ਬਾਰੇ ਡਿਸਕਸ਼ਨ ਸਟਾਰਟ ਕਰੀਏ। ਇਸ ਤੋਂ ਬਾਅਦ ਐਕਸਪਰਟਸ ਵੱਲੋਂ ਵੀ ਗੱਲਬਾਤ ਜਿਹੜੀ ਹੈ ਉਹ ਅੱਗੇ ਕਰਦੇ ਰਵਾਂਗੇ। ਬਟ ਅੱਜ ਅਸੀਂ ਸੋਚਿਆ ਕਿ ਇਹ ਡਿਸਕਸ਼ਨ ਅਸੀਂ ਆਪਣੇ ਐਕਟਿਵਿਸਟ ਨਾਲ, ਆਪਣੇ ਮੈਂਬਰਸ ਨਾਲ ਕਰੀਏ, ਤੇ ਸਾਨੂੰ ਅੱਜ ਜੁਆਇਨ ਕਰ ਰਹੇ ਨੇ ਨਵਕਿਰਨ ਨਾਥ। ਨਵਕਿਰਨ ਇੱਕ ਯੂਥ ਐਕਟਿਵਿਸਟ ਹੈ, ਪੋਲੀਟੀਕਲ ਐਕਟਿਵਿਸਟ ਹੈ। ਪਿਛਲੇ 8 ਸਾਲਾਂ ਤੋਂ ਪੰਜਾਬ 'ਚ ਕੰਮ ਕਰ ਰਹੇ ਨੇ। ਚੰਡੀਗੜ੍ਹ 'ਚ ਇਹਨਾਂ ਨੇ ਕੰਮ ਕੀਤਾ ਹੈ ਕਾਫੀ ਦੇਰ। ਪ੍ਰੋਫੈਸ਼ਨਲੀ ਡੈਂਟਿਸਟ ਦੇ ਤੌਰ ਤੇ ਟ੍ਰੇਨਡ ਨੇ ਤੇ ਹੁਣ ਮਾਸਟਰਸ ਕਰ ਰਹੇ ਨੇ ਅੰਬੇਦਕਰ ਯੂਨੀਵਰਸਿਟੀ 'ਚ। ਤੇ ਐਕੈਡੈਮਿਕ ਵੀ ਨੇ, ਨਾਲ-ਨਾਲ ਲਿਖਦੇ ਨੇ, ਪੜ੍ਹਦੇ ਵੀ ਨੇ, ਖੁਜਾਰਥੀ ਵੀ ਨੇ ਤੇ ਇਸ ਸਮੇਂ ਪੰਜਾਬੀ ਕਲਚਰ ਤੇ, ਪੋਪੂਲਰ ਕਲਚਰ ਤੇ ਜੈਂਡਰ ਤੇ ਲਿੰਗ ਦੇ ਸਵਾਲ ਤੇ ਕੰਮ ਕਰ ਰਹੇ ਨੇ। ਨਵਕਿਰਨ ਵੈਲਕਮ ਟੂ ਵਜੂਦ ਦੀ ਟੀਮ 'ਚ ਵੀ ਤੁਸੀਂ ਸ਼ਾਮਿਲ ਹੋਣ ਲਈ ਬਹੁਤ ਤੁਹਾਡਾ ਸਵਾਗਤ ਹੈ। ਐਂਡ ਨਾਓ ਆਈ ਹੈਂਡ ਇਟ ਓਵਰ ਟੂ ਯੂ ਕਿ ਤੁਸੀਂ ਇੰਨੀ ਦੇਰ ਕੰਮ ਕੀਤਾ ਹੈ, ਤੁਸੀਂ ਵੀ ਇਹ ਸਵਾਲ ਬਹੁਤ ਪਹਿਲਾਂ ਵੀ ਇਹਨਾਂ ਸਵਾਲਾਂ ਨਾਲ ਜੂਝਦੇ ਹੋਵੋਗੇ, ਸਟੂਡੈਂਟਸ ਤੁਹਾਨੂੰ ਵੀ ਪੁੱਛਦੇ ਹੋਣਗੇ ਐਜ਼ ਅ ਸਟੂਡੈਂਟ ਐਕਟਿਵਿਸਟ ਕਿ ਔਰਤ ਦੀ ਆਜ਼ਾਦੀ ਦਾ ਮਤਲਬ ਕੀ ਹੈ, ਤੇ ਇਸ ਸਵਾਲ ਦੀ ਸ਼ੁਰੂਆਤ ਹੈ ਜਿਹੜੀ ਅਸੀਂ ਕਿੱਥੋਂ ਕਰ ਸਕਦੇ ਹਾਂ, ਤੁਹਾਨੂੰ ਕੀ ਲੱਗਦਾ? ਸਭ ਤੋਂ ਪਹਿਲਾਂ ਧੰਨਵਾਦ ਨਿਕਿਤਾ, ਇਹ ਪਲੇਟਫਾਰਮ ਨੂੰ ਬਣਾਉਣ ਦਾ ਇਨੀਸ਼ੀਏਟਿਵ ਲੈਣ ਲਈ ਤੇ ਮਤਲਬ ਮੈਨੂੰ ਇਹਦਾ ਹਿੱਸਾ ਬਣਾਉਣ ਲਈ ਤੇ ਅੱਜ ਇੱਥੇ ਗੱਲਬਾਤ ਕਰਨ ਲਈ। ਇਹ ਜਿਹੜਾ ਸਵਾਲ ਹੈ ਸੱਚਮੁੱਚ ਕਾਫੀ ਅਹਿਮ ਸਵਾਲ ਹੈ ਕਿ ਸਾਡੇ ਲਈ ਆਜ਼ਾਦੀ ਕੀ ਹੈ, ਮਤਲਬ ਔਰਤ ਦੀ ਆਜ਼ਾਦੀ ਜਾਂ ਕਹਿ ਲਓ ਹੋਰ ਜਿਹੜੀਆਂ ਜੈਂਡਰ ਮਾਈਨੋਰਿਟੀਜ਼ ਨੇ ਉਹਨਾਂ ਲਈ ਆਜ਼ਾਦੀ ਦੇ ਕੀ ਮਾਇਨੇ ਨੇ ਤੇ ਕਿੱਥੋਂ ਅਸੀਂ ਸ਼ੁਰੂ ਕਰ ਸਕਦੇ ਹਾਂ। ਮੈਂ ਹੁਣ ਤੁਹਾਡੇ ਮੂੰਹੋਂ ਹੀ ਉਹ ਸਵਾਲ ਸੁਣਿਆ, ਮੈਂ ਹੋਰ ਹਲੇ ਪੜ੍ਹਿਆ ਨਹੀਂ ਸੀਗਾ, ਪਰ ਜਿਸ ਤਰ੍ਹਾਂ ਦਾ ਉਹ ਸਵਾਲ ਹੈ ਉਹਦੇ 'ਚ ਜਿਹੜੇ ਉਹਨਾਂ ਨੇ ਪੁਆਇੰਟਸ ਨੋਟ ਕੀਤੇ ਨੇ ਵੀ ਕੀ ਸਾਨੂੰ ਸਿਰਫ ਬਾਹਰ ਲੜਨਾ ਪੈਣਾ, ਕੀ ਸਾਨੂੰ ਘਰ ਦੇ ਅੰਦਰ ਵੀ ਲੜਨਾ ਪੈਣਾ ਹੈ ਨਾ, ਤੇ ਕੀ ਉਹ ਪੋਲੀਟੀਕਲ ਲੜਾਈ ਹੋਊਗੀ, ਸਮਾਜਿਕ ਲੜਾਈ ਹੋਊਗੀ, ਉਹ ਕਿਸ ਤਰ੍ਹਾਂ ਦੀ ਹੋਊਗੀ। ਸੱਚਾਈ ਇਹ ਹੈ ਕਿ ਸਾਨੂੰ ਉਹ ਸਾਈਮਲਟੇਨੀਅਸਲੀ ਸਾਰੇ ਪਲੇਟਫਾਰਮਸ ਤੇ ਲੜਨਾ ਪੈਣਾ, ਮਤਲਬ ਸਾਨੂੰ ਪੋਲੀਟੀਕਲੀ ਵੀ ਆਪਣੀ ਸਪੇਸ ਕਹਿ ਲਓ ਵਾਪਸ ਪਾਉਣ ਲਈ ਹਲੇ ਤਾਂ ਵਾਪਸ ਤਾਂ ਹੁੰਦਾ ਕੋਈ ਚੀਜ਼ ਖੁੰਝ ਗਈ ਥੋੜੀ ਤਾਂ ਤੁਸੀਂ ਦੁਬਾਰਾ ਉਹਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਉਹ ਜਿਹੜੀ ਸਪੇਸ ਹੈ ਇੱਕ ਜੈਂਡਰ ਮਾਈਨੋਰਿਟੀਜ਼ ਲਈ ਜਾਂ ਇੱਕ ਵੂਮਨ ਐਜ਼ ਅ ਜੈਂਡਰ ਉਹਨਾਂ ਲਈ, ਉਹ ਹਾਸਿਲ ਕਰਨ ਲਈ ਸਾਨੂੰ ਪੋਲੀਟੀਕਲ ਲੜਾਈ ਵੀ ਲੜਨੀ ਪੈਣੀ ਹੈ। ਉਹ ਹਾਸਿਲ ਕਰਨ ਲਈ ਸਾਨੂੰ ਪਰਿਵਾਰ 'ਚ ਵੀ ਸਮਾਜਿਕ ਲੜਾਈ ਵੀ ਲੜਨੀ ਪੈਣੀ ਹੈ ਤੇ ਪਰਿਵਾਰ 'ਚ ਵੀ ਉਹ ਜੱਦੋਜਹਿਦ ਕਰਨੀ ਪੈਣੀ ਹੈ। ਉਹਦਾ ਕਾਰਨ ਕੀ ਹੈ? ਜਦੋਂ ਮਤਲਬ ਕਿਉਂਕਿ ਪਰਿਵਾਰ ਨਾ ਇੱਕ ਤਰ੍ਹਾਂ ਨਾਲ ਕਹਿ ਲਓ ਸਾਡਾ ਸਭ ਤੋਂ ਸੌਫਟ ਕਾਰਨਰ ਹੁੰਦਾ, ਕਿਉਂਕਿ ਉੱਥੇ ਤੁਸੀਂ ਇਮੋਸ਼ਨਲੀ ਜੁੜੇ ਹੁੰਦੇ ਹੋ। ਬਾਹਰ ਜਾ ਕੇ ਪੋਲੀਟੀਕਲੀ ਸੜਕ ਤੇ ਸਰਕਾਰ ਨੂੰ ਗਾਲਾਂ ਕੱਢਣੀਆਂ ਸੌਖੀਆਂ ਹੁੰਦੀਆਂ ਹੈ, ਸਰਕਾਰ ਦੀ ਜਵਾਬਦੇਹੀ ਕਰਾਉਣੀ ਸੌਖੀ ਹੁੰਦੀ ਹੈ ਹਨਾ, ਤੇ ਉਹ ਚੱਲ ਚਾਰ ਡੰਡੇ ਪੈਣਗੇ ਉਹ ਬੰਦਾ ਫਿਰ ਵੀ ਜਰ ਜਾਂਦਾ ਹੈ। ਸਮਾਜ 'ਚ ਵੀ ਲੜਾਈ ਲੜਨਾ ਸੌਖਾ ਹੁੰਦਾ, ਜਦੋਂ ਪਰਿਵਾਰ ਦਾ ਨਾਮ ਆਉਂਦਾ ਨਾ ਉਦੋਂ ਬੰਦਾ ਡਰ ਜਾਂਦਾ, ਕਿਉਂਕਿ ਉੱਥੇ ਤੁਸੀਂ ਚੀਜ਼ਾਂ ਨਾਲ ਇੰਗੇਜ ਕਰਦੇ ਹੋ ਇਮੋਸ਼ਨਲੀ, ਉੱਥੇ ਤੁਸੀਂ ਡੇ ਟੂ ਡੇ ਲਾਈਫ 'ਚ ਉੱਥੇ ਤੁਸੀਂ ਇੰਗੇਜ ਕਰਦੇ ਹੋ। ਪਰ ਜਿਹੜਾ ਸਮਾਜਿਕ ਤਾਣਾ ਬਾਣਾ ਜਿਹਦੇ 'ਚ ਅਸੀਂ ਰਹਿ ਰਹੇ ਹਾਂ, ਉਹਦੀ ਜਿਹੜੀ ਸਭ ਤੋਂ ਕਹਿ ਲਓ ਛੋਟੀ ਇਕਾਈ ਹੈ ਜਾਂ ਜਿਹੜੀ ਉਹਦੀ ਸ਼ੁਰੂਆਤ ਹੈ ਉਹ ਪਰਿਵਾਰ 'ਚੋਂ ਹੁੰਦੀ ਹੈ। ਤੇ ਮੈਂ ਨਹੀਂ ਕਹਿ ਰਹੀ ਵੀ ਸਾਡੇ ਕੋਈ ਜਿਹੜੇ ਮਾਂ ਪਿਓ ਨੇ, ਸਾਡਾ ਪਰਿਵਾਰ ਹੈ ਉਹ ਕੋਈ ਸਾਡੇ ਦੁਸ਼ਮਣ ਨੇ, ਬਟ ਦ ਥਿੰਗ ਇਜ਼ ਅਸੀਂ ਇਹ ਨਾ ਭੁੱਲੀਏ ਕਿ ਉਹ ਇਸੇ ਸਮਾਜ ਦਾ ਹਿੱਸਾ ਨੇ। ਜੇ ਸਮਾਜ ਦੇ ਵਿੱਚ ਉਹ ਪੈਟਰੀਆਰਕੀ ਪਈ ਆ, ਉਹ ਫਿਊਡਲਿਜ਼ਮ ਪਿਆ, ਤਾਂ ਉਹ ਬਾਏ ਡਿਫਾਲਟ ਸਾਡੇ ਘਰਦਿਆਂ ਦੇ ਅੰਦਰ ਵੀ ਪਿਆ, ਇਸ ਕਰਕੇ ਉਹ ਉੱਥੇ ਵੀ ਲੜਨਾ ਪੈਂਦਾ ਹੈ ਨਾ ਬਹੁਤ ਸਾਰੇ। ਤੇ ਨਾਲੇ ਸਿਰਫ ਜਦੋਂ ਮੈਂ ਕਹਿੰਦੀ ਹਾਂ ਵੀ ਪੋਲੀਟੀਕਲ ਲੜਾਈ ਹੋਊਗੀ, ਪੋਲੀਟੀਕਲੀ ਫਿਰ ਉਹ ਸਿਰਫ ਰਾਈਟ ਵਿੰਗ ਦੇ ਅਗੇਂਸਟ ਨਹੀਂ ਹੋਊਗੀ। ਮੈਂ ਖੁਦ ਮਤਲਬ ਨਿੱਕਿਤਾ ਤੁਹਾਡਾ ਵੀ ਐਕਸਪੀਰੀਅੰਸ ਹੈ, ਮੈਂ ਅੱਜ ਤੱਕ ਜਦੋਂ ਤੋਂ ਮੈਂ ਐਕਟਿਵਿਜ਼ਮ ਸ਼ੁਰੂ ਕੀਤਾ ਸਕੂਲ ਦੇ ਦਿਨਾਂ ਤੋਂ ਲੈ ਕੇ ਮੈਂ ਲੈਫਟ ਪੋਲਿਟਿਕਸ ਦਾ ਹਿੱਸਾ ਰਹੀ ਹਾਂ ਨਾ, ਤੇ ਮੈਂ ਲੈਫਟ ਆਪਾਂ ਮੰਨਦੇ ਹਾਂ ਬਹੁਤ ਪ੍ਰੋਗਰੈਸਿਵ ਸਪੇਸ ਹੈ ਜਿਹੜੀ ਨਾ ਇਕੁਐਲਿਟੀ ਦੀ ਗੱਲ ਕਰਦੀ ਹੈ, ਇਕਨੋਮਿਕ ਇਕੁਐਲਿਟੀ ਦੀ, ਜੈਂਡਰ ਇਕੁਐਲਿਟੀ ਦੀ ਸਾਰੀ ਗੱਲ ਕਰਦੀ, ਬਟ
ਟਰਸਟ ਮੀ ਤੁਹਾਨੂੰ ਉਦਾਂ ਦੇ ਕਹਿਣ ਦੇ ਕਹਾਉਣ ਦੇ ਪ੍ਰੋਗਰੈਸਿਵ ਸਰਕਲ ਦੇ ਵਿੱਚ ਵੀ ਇਹ ਲੜਾਈ ਲੜਨੀ ਪਊਗੀ, ਕਿਉਂਕਿ ਉੱਥੇ ਵੀ ਉਸੇ ਸਮਾਜ ਚੋਂ ਲੋਕ ਆ ਕੇ ਪਏ ਨੇ ਜਿਹੜੇ ਮਤਲਬ ਜਿਹੜਾ ਸਮਾਜ ਵੈਸੇ ਕਹਿ ਲਓ ਪੈਟਰੀਆਰਕੀ ਨਾਲ ਹਲੇ ਗ੍ਰਸਤ ਹੈ, ਉਸੇ ਚੋਂ ਲੋਕ ਆ ਕੇ ਲੈਫਟ ਰਾਜਨੀਤੀ ਦੇ ਵਿੱਚ ਕੰਮ ਕਰ ਰਹੇ ਨੇ। ਉੱਥੇ ਵੀ ਤੁਹਾਨੂੰ ਇਹ ਜਦੋਜਹਿਦ ਕਰਨੀ ਪੈਣੀ ਹੈ ਵਿਦਨ ਲੈਫਟ ਗਰੁੱਪਸ। ਮਤਲਬ ਕਈ ਲੋਕ ਕਹਿੰਦੇ ਆ ਵੀ ਅੱਛਾ ਤੁਸੀਂ ਜੈਂਡਰ ਤੇ ਗੱਲ ਕਰਦੇ ਹੋ, ਤੁਸੀਂ ਬਾਕੀਆਂ ਨੂੰ ਤਾਂ ਮਤਲਬ ਨੇਮ ਆਊਟ ਕਰਦੇ ਹੋ, ਤੁਸੀਂ ਲੈਫਟ ਬਾਰੇ ਨਹੀਂ ਬੋਲਦੇ। ਮਤਲਬ ਮੈਂ ਸੱਚੀ ਬੋਲ ਰਹੀ ਹਾਂ ਕਿ ਵਿਦਨ ਲੈਫਟ ਦੇ ਵਿੱਚ ਵੀ ਇਹ ਦਿੱਕਤਾਂ ਪਈਆਂ ਨੇ। ਬਟ ਕੀ ਹੁੰਦਾ, ਕਈ ਲੋਕ ਕੀ ਕਰਦੇ ਆ, ਫਿਰ ਤੁਸੀਂ ਆਈਡੀਓਲੋਜੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹੋ। ਮੈਂ ਉੱਥੇ ਚਾਹੁੰਦੀ ਵੀ ਉੱਥੇ ਸਾਨੂੰ ਡਿਫਰੈਂਸ ਕਰਨਾ ਪਊਗਾ ਕਿ ਕੀ ਕੁਝ ਇੰਡੀਵਿਜੂਅਲ ਨੇ ਜਿਹੜੇ ਸਾਨੂੰ ਉੱਥੇ ਦਿੱਕਤਾਂ ਦੇ ਰਹੇ ਨੇ, ਜਾਂ ਉਹ ਆਈਡੀਓਲੋਜੀ ਸਾਨੂੰ ਕਹਿ ਲਓ ਵੀ ਪਿੱਛੇ ਖਿੱਚ ਰਹੀ ਹੈ। ਉੱਥੇ ਮੈਨੂੰ ਲੱਗਦਾ ਕਿ ਲੈਫਟ ਆਈਡੀਓਲੋਜੀ ਉਸ ਸਪੇਸ ਬਣ ਜਾਂਦੀ ਹੈ ਜਿਹੜੀ ਤੁਹਾਨੂੰ ਆਈਡੀਓਲੋਜੀਕਲੀ ਉਹ ਫਰੇਮਵਰਕ ਦਿੰਦੀ ਹੈ ਇਕੁਐਲਿਟੀ ਦਾ, ਬਟ ਲੋਕ ਉੱਥੇ ਵੀ ਪਏ ਨੇ ਜਿਹੜੇ ਤੁਹਾਨੂੰ ਪਿੱਛੇ ਧੱਕਣਗੇ ਤੁਹਾਡੇ ਕਾਸਟ ਦੇ ਬੇਸਿਸ ਤੇ, ਤੁਹਾਡੇ ਜੈਂਡਰ ਦੇ ਬੇਸਿਸ ਤੇ, ਤੁਹਾਡੀ ਰੇਸ ਦੇ ਬੇਸਿਸ ਤੇ, ਤੁਹਾਡੇ ਰੀਜਨ ਦੇ ਬੇਸਿਸ ਤੇ। ਉਹ ਤੁਹਾਨੂੰ ਉੱਥੇ ਵੀ ਮਤਲਬ ਉਹਦੇ ਨਾਲ ਜਦੋਜਹਿਦ ਕਰਨੀ ਪੈਣੀ ਹੈ। ਮੈਨੂੰ ਇਹਦੇ 'ਚ ਇੱਕ ਸਵਾਲ ਮਤਲਬ ਜਿਹੜਾ ਮੈਂ ਵੀ ਨੋਟ ਕੀਤਾ ਸੀ ਵੀ ਮੈਂ ਆਪਦੀ ਅੱਜ ਵਾਲੀ ਡਿਸਕਸ਼ਨ ਸਟਾਰਟ ਹੀ ਕਿੱਥੋਂ ਕਰਨੀ, ਕਿਉਂਕਿ ਪਹਿਲਾਂ ਵੀ ਕਈ ਵਾਰੀ ਹਨਾ ਆਪਾਂ ਡਿਸਕਸ਼ਨਾਂ 'ਚ ਗਏ ਆ, ਇੰਟਰਵਿਊਜ਼ ਦੇ ਵਿੱਚ ਗੱਲਬਾਤ ਹੋਈ ਆ, ਉੱਥੇ ਇੱਕ ਸਵਾਲ ਨਾ ਲੋਕ ਵਾਰ-ਵਾਰ ਪੁੱਛਦੇ ਆ ਫੈਮਿਨਿਜ਼ਮ ਨੂੰ ਲੈ ਕੇ ਕਿ ਤੁਹਾਡਾ ਫੈਮਿਨਿਜ਼ਮ ਕੀ ਆ, ਹਨਾ। ਤੇ ਜੇ ਤੁਸੀਂ ਉਹਨਾਂ ਨੂੰ ਪੁੱਛੋ ਵੀ ਥੋੜਾ ਸਵਾਲ ਇਲੈਬੋਰੇਟ ਕਰੋਗੇ ਵੀ ਤੁਹਾਡੇ ਸਵਾਲ ਦਾ ਕੀ ਮਤਲਬ ਹੈ, ਫਿਰ ਉਹ ਇਹਨੂੰ ਡਿਫਰੈਂਸ਼ੀਏਟ ਕਰਨਗੇ ਕਿ ਕੀ ਤੁਹਾਡਾ ਫੈਮਿਨਿਜ਼ਮ ਕਹਿੰਦਾ ਵੀ ਕੁੜੀਆਂ ਨੂੰ ਐਜੂਕੇਸ਼ਨ ਮਿਲੇ, ਕੁੜੀਆਂ ਨੂੰ ਬਰਾਬਰ ਦੇ ਰਾਈਟਸ ਮਿਲਣ, ਕੁੜੀਆਂ ਮਤਲਬ ਆਜ਼ਾਦੀ ਨਾਲ ਬਾਹਰ ਮਤਲਬ ਜੌਬ ਕਰ ਸਕਣ, ਇਹ ਹੈ। ਜਾਂ ਫਿਰ ਕਿ ਕੁੜੀਆਂ ਆਪਦੇ ਸੈਕਸ਼ੂਅਲ ਪਾਰਟਨਰ ਆਪ ਚੁਣ ਸਕਦੀਆਂ, ਜਾਂ ਉਹ ਮਲਟੀਪਲ ਪਾਰਟਨਰ ਰੱਖ ਸਕਦੀਆਂ, ਜਾਂ ਉਹ ਦਾਰੂ ਪੀਣ ਦੀ ਆਜ਼ਾਦੀ ਉਹਨਾਂ ਨੂੰ ਮਿਲੇ, ਜਾਂ ਸਿਗਰਟ ਪੀਣ ਦੀ। ਮਤਲਬ ਉਹਨੂੰ ਏਦਾਂ ਕਲਾਸੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਤੁਹਾਨੂੰ ਪੁੱਛਦੇ ਆ ਕਿ ਤੁਸੀਂ ਦੱਸੋ ਤੁਸੀਂ ਕਿਹੜੇ ਪਾਸੇ ਖੜੇ ਹੋ। ਤਾਂ ਮੈਨੂੰ ਲੱਗਦਾ ਉਹ ਸਵਾਲ ਇੱਥੇ ਐਡਰੈਸ ਮਤਲਬ ਮੈਨੂੰ ਲੱਗਦਾ ਮੈਂ ਉਸੇ ਤੋਂ ਹੀ ਇੱਥੇ ਸ਼ੁਰੂ ਕਰਾਂ ਹਨਾ। ਤੇ ਉਹਦੇ 'ਚ ਮੈਨੂੰ ਲੱਗਦਾ ਕਿ ਸਾਡਾ ਫੈਮਿਨਿਜ਼ਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਦਾ। ਮਤਲਬ ਕਿਸੇ ਵੀ ਇੰਡੀਵਿਜੂਅਲ ਹਿਊਮਨ ਬੀਇੰਗ ਦੇ ਆਸ-ਪਾਸ ਜੋ ਵੀ ਘਟਨਾਵਾਂ ਘਟਦੀਆਂ ਨੇ, ਜੋ ਵੀ ਉਹਦੀ ਲਾਈਫ ਦੀਆਂ ਕਹਿ ਲਓ ਲਾਈਫ 'ਚ ਉਹਦੀਆਂ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ, ਉਹਨਾਂ ਸਾਰਿਆਂ ਨੂੰ ਲੈ ਕੇ ਜੇ ਉਹਦੇ 'ਚ ਕਿਤੇ ਵਿਤਕਰਾ ਹੋ ਰਿਹਾ ਉਸ ਇਨਸਾਨ ਨਾਲ, ਉਸ ਇੱਕ ਜੈਂਡਰ ਦੇ ਪਰਸਨ ਨਾਲ, ਤਾਂ ਸਾਡੀ ਲੜਾਈ ਉਹਨਾਂ ਸਾਰਿਆਂ ਮੁੱਦਿਆਂ ਤੇ ਹੈ। ਉਹ ਫਿਰ ਬਰਾਬਰ ਸਿੱਖਿਆ ਦੇ ਕਹਿ ਲਓ ਅਵਸਰ ਦਾ ਮਾਮਲਾ ਹੋਵੇ, ਉਹ ਰਾਤ ਨੂੰ ਸੜਕਾਂ ਤੇ ਘੁੰਮਣ ਦਾ ਸਵਾਲ ਹੋਵੇ, ਉਹ ਆਪਦੇ ਸੈਕਸ਼ੂਅਲ ਪਾਰਟਨਰ ਚੂਜ਼ ਕਰਨ ਦਾ ਸਵਾਲ ਹੋਵੇ, ਉਹ ਫਿਰ ਦਾਰੂ ਪੀਣ ਦਾ ਸਵਾਲ ਹੋਵੇ, ਉਹ ਸਿਗਰਟ ਪੀਣ ਦਾ ਸਵਾਲ ਹੋਵੇ, ਉਹ ਸਾਰੀਆਂ ਲੜਾਈਆਂ ਨੇ। ਫਿਰ ਉੱਥੇ ਗੱਲ ਆ ਜਾਂਦੀ ਹੈ ਜਿਹੜੀ ਤੁਸੀਂ ਮੈਂ ਨੋਟ ਕੀਤਾ ਕਈ ਇੰਟਰਵਿਊ 'ਚ ਤੁਸੀਂ ਕਾਫੀ ਉਹਨੂੰ ਜ਼ੋਰ ਦੇ ਕੇ ਕਿਹਾ ਵੀ ਜਦੋਂ ਅਸੀਂ ਇਹ ਗੱਲ ਕਰਦੇ ਹਾਂ, ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਦਾਰੂ ਪੀ ਕੇ ਹੁੜਦੁੰਗ ਕਰਨਾ ਹੈ, ਉਹੀ ਸਾਡਾ ਮੰਤਵ ਹੈ। ਅਸੀਂ ਇਹ ਕਹਿੰਦੇ ਹਾਂ ਵੀ ਜਿਹੜੀਆਂ ਚੀਜ਼ਾਂ ਗਲਤ ਨੇ ਫਿਰ ਉਹ ਸਾਰਿਆਂ ਲਈ ਗਲਤ ਹੈ, ਫਿਰ ਉੱਥੇ ਉਸ ਤੋਂ ਬਾਅਦ ਉਹ ਡਿਸਕਸ਼ਨ ਆਵੇ। ਪਹਿਲਾਂ ਸਾਨੂੰ ਵੀ ਇੱਕ ਇਨਸਾਨ ਹੋਣ ਦੇ ਨਾਤੇ ਜਿਹੜੇ ਰਾਈਟ ਸਾਡਾ ਸਮਾਜ ਕਿਸੇ ਮੁੰਡੇ ਨੂੰ ਦਿੰਦਾ ਹੈ ਹਨਾ, ਉਹ ਸਾਨੂੰ ਵੀ ਮਿਲਣ। ਉਸ ਤੋਂ ਬਾਅਦ ਉਹਦੇ ਤੇ ਡਿਸਕਸ਼ਨਾਂ ਹੋ ਮਤਲਬ ਸਾਈਮਲਟੇਨੀਅਸਲੀ ਵੀ ਇਹ ਡਿਸਕਸ਼ਨਾਂ ਹੋ ਸਕਦੀਆਂ। ਮੈਂ ਨਹੀਂ ਕਹਿ ਰਹੀ ਪਹਿਲਾਂ ਉਹ ਸਟੈਪ ਕਰੋ ਫਿਰ ਉਹ ਕਰੋ, ਬਟ ਸਾਨੂੰ ਕਿਸੇ ਵੀ ਚੀਜ਼ ਤੋਂ ਇਸ ਕਰਕੇ ਅਣਹੋਣਿਆ ਨਾ ਰੱਖਿਆ ਜਾਵੇ ਕਿਉਂਕਿ ਸਾਡਾ ਜੈਂਡਰ ਇੱਕ ਮਤਲਬ ਕਮਤਰ ਕਰਕੇ ਦੇਖਦੇ ਹੋ ਤੁਸੀਂ। ਤਾਂ ਇਸ ਕਰਕੇ ਉਹੀ ਜਿਹੜੀ ਅੱਜ ਦੀ ਗੱਲਬਾਤ ਵੀ ਜਿੱਦਾਂ ਆਪਣੀ ਡਿਸਕਸ਼ਨ ਹੋਈ ਸੀ ਵੀ ਆਪਾਂ 4 ਮੇਨ ਹੈਡਸ ਦੇ ਵਿੱਚ ਕਰਾਂਗੇ, ਤਾਂ ਮੈਨੂੰ ਲੱਗਦਾ ਉਹਦੇ 'ਚ ਸਾਰੀਆਂ ਗੱਲਾਂ ਕਵਰ ਹੁੰਦੀਆਂ ਵੀ ਸਾਡੀ ਸੈਕਸ਼ੂਅਲ ਫਰੀਡਮ, ਸਾਡੀ ਪੋਲੀਟੀਕਲ ਫਰੀਡਮ, ਸੋਸ਼ਲ ਫਰੀਡਮ, ਇਕਨੋਮਿਕਲ ਫਰੀਡਮ, ਇਹ ਸਾਰੇ ਜਿਹੜੇ ਕਹਿ ਲਓ ਆਸਪੈਕਟ ਨੇ ਕਿਸੇ ਇੰਡੀਵਿਜੂਅਲ ਦੀ ਆਜ਼ਾਦੀ ਤੇ, ਇਹ ਸਾਰੇ ਸਾਡੀ ਸਟਰਗਲ ਦਾ ਪਾਰਟ ਨੇ। ਇਹ ਸਾਰੇ ਸਾਡੇ ਜਿਹੜੇ ਸਾਡਾ ਫੈਮਿਨਿਜ਼ਮ ਆ ਉਹਦਾ ਹਿੱਸਾ ਨੇ। ਤੇ ਇਹ ਹਾਂ ਇਹ ਜ਼ਰੂਰ ਹੋ ਸਕਦਾ ਵੀ ਕਹਿ ਲਓ ਪੰਜਾਬ ਦੇ ਕਿਸੇ ਛੋਟੇ ਪਿੰਡ 'ਚ ਜਾ ਕੇ ਅਸੀਂ ਪਹਿਲੇ ਹਲੇ ਇਹ ਨਾ ਕਹੀਏ ਵੀ ਸਾਨੂੰ ਇੱਥੇ ਕੋਈ ਵੀ ਕੱਪੜੇ ਪਾ ਕੇ ਘੁੰਮਣ ਦੀ ਆਜ਼ਾਦੀ ਹੋ। ਉੱਥੇ ਹੋ ਸਕਦਾ ਵੀ ਜਿਹੜੀਆਂ ਉੱਥੇ ਸਾਡੀਆਂ ਸਹਿਪਾਠਣਾਂ ਰਹਿ ਰਹੀਆਂ, ਸਾਡੀਆਂ ਦੋਸਤ ਰਹਿ ਰਹੀਆਂ, ਉਹਨਾਂ ਲਈ ਹਲੇ ਉਹ ਸਟਰਗਲ ਇੰਨੀ ਹੀ ਮਤਲਬ ਜਿਹੜੀ ਸ਼ੁਰੂਆਤੀ ਸਟਰਗਲ ਹੈ ਉਹ ਇਹ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ ਨੂੰ ਪੜ੍ਹਨ ਲਾਗਲੇ ਪਿੰਡ ਭੇਜ ਦਿੱਤਾ ਜਾਵੇ, ਕਿਉਂਕਿ ਉਹਨਾਂ ਨੂੰ ਹਲੇ ਸਕੂਲ ਵੀ ਦੂਜੇ ਪਿੰਡ ਨਹੀਂ ਭੇਜਿਆ ਜਾ ਸਕਦਾ। ਤਾਂ ਉਹ ਮੈਨੂੰ ਲੱਗਦਾ ਕਿ ਸਾਡੀ ਰੀਜਨ ਟੂ ਰੀਜਨ ਚੀਜ਼ਾਂ ਡਿਫਰ ਕਰ ਸਕਦੀਆਂ ਨੇ, ਮੌਕੇ ਤੋਂ ਮੌਕੇ ਡਿਫਰ ਕਰ ਸਕਦੀਆਂ ਨੇ। ਪਰ ਕੋਈ ਕਵੇ ਵੀ ਨਹੀਂ ਤੁਸੀਂ ਆਹ 2 ਕਲਾਸੀਫਿਕੇਸ਼ਨ 'ਚ ਚੂਜ਼ ਕਰੋ ਵੀ ਤੁਸੀਂ ਪੋਲੀਟੀਕਲ ਮੁੱਦਿਆਂ ਤੇ ਤਾਂ ਗੱਲਬਾਤ ਕਰੋਗੇ, ਸੀਏ ਐਨਆਰਸੀ ਹੋਊਗਾ ਉਹਦੇ ਖਿਲਾਫ ਤਾਂ ਤੁਸੀਂ ਬੋਲੋਗੇ ਹਨਾ, ਪਰ ਤੁਸੀਂ ਇਹ ਗੱਲ ਨਹੀਂ ਕਰੋਗੇ ਵੀ ਹਾਂ ਕੁੜੀਆਂ ਨੂੰ ਬਾਹਰ ਘੁੰਮਣ ਦੀ ਆਜ਼ਾਦੀ ਹੋਵੇ ਰਾਤ ਨੂੰ, ਤੁਸੀਂ 24 ਆਵਰ ਹੌਸਟਲ ਦੀ ਗੱਲ ਨਹੀਂ ਕਰੋਗੇ, ਤੁਸੀਂ ਹਨਾ ਮਤਲਬ ਪਾਰਟਨਰ ਚੂਜ਼ ਕਰਨ ਦੀ ਗੱਲ ਨਹੀਂ ਕਰੋਗੇ। ਇਹ ਕਲਾਸੀਫਿਕੇਸ਼ਨ ਨਹੀਂ।
ਇਸ ਬਾਈਨਰੀ ਚ ਅਸੀਂ ਨਹੀਂ ਫਸਣਾ, ਨਾ ਹੀ ਸਾਡਾ ਕੋਈ ਮਤਲਬ ਇਸ ਤਰ੍ਹਾਂ ਦਾ ਮੰਤਵ ਹੈ। ਇਹ ਸਾਰੇ ਕਹਿ ਲਓ ਜਿਹੜੇ ਮੁੱਦੇ ਨੇ, ਇਹ ਸਾਰੇ ਸਾਡੇ ਫੈਮਿਨਿਜ਼ਮ ਦਾ ਹਿੱਸਾ। ਹਾਂ, ਉਹ ਇੰਨੀ ਸਮਝ ਸਾਨੂੰ ਹੈਗੀ ਆ, ਜਾਂ ਕਹਿ ਲਓ ਆਉਣ ਵਾਲੇ ਦਿਨਾਂ ਚ ਪੜ੍ਹ ਲਿਖ ਕੇ ਅਸੀਂ ਨਾਲ ਨਾਲ ਡਿਵੈਲਪ ਕਰਦੇ ਰਵਾਂਗੇ ਕਿ ਸਾਨੂੰ ਮੌਕੇ ਮੇਲ ਦੇ ਮੁਤਾਬਕ ਕਿੱਥੇ ਕਿਹੜਾ ਮੁੱਦਾ ਚੱਕਣਾ ਹੈ। ਕਿਉਂਕਿ ਮੈਂ ਦੇਖਿਆ ਅੱਜ ਤੱਕ ਪਰਿਵਾਰਕ ਮਾਮਲਿਆਂ ਚ ਵੀ ਕੁੜੀਆਂ ਨੂੰ ਕਹਿ ਲਓ ਡਿਸੀਜ਼ਨ ਮੇਕਿੰਗ ਚ ਉਹਨਾਂ ਦੀ ਕੋਈ ਸੇ ਨਹੀਂ ਹੁੰਦੀ ਹੈ ਨਾ, ਉਹਨਾਂ ਨੂੰ ਹਮੇਸ਼ਾ ਪਾਸੇ ਰੱਖਿਆ ਜਾਂਦਾ, ਬਲਕਿ ਉਹਨਾਂ ਨੂੰ ਦੱਸਿਆ ਜਾਂਦਾ। ਮਤਲਬ ਮੈਂ ਅੱਜ ਕੱਲ ਕਿਸੇ ਦੋਸਤ ਨਾਲ ਗੱਲ ਕਰ ਰਹੀ ਸੀ, ਆਪਣੀ ਫਰੈਂਡ ਨਾਲ, ਉੱਥੇ ਵੀ ਮੈਂ ਮੁੰਡੇ ਇਹ ਵੀ ਸਾਨੂੰ ਮਤਲਬ ਜਦੋਂ ਅਸੀਂ ਕਹਿ ਲਓ ਮੈਰਿਜਸ ਦੀ ਗੱਲ ਕਰਦੇ ਹਾਂ, ਤਾਂ ਮੁੰਡੇ ਇੱਥੋਂ ਤੱਕ ਕਈ ਵਾਰੀ ਡਿਕਟੇਟ ਕਰਨ ਨੂੰ ਜਾਂਦੇ ਆ ਵੀ ਤੂੰ ਸੱਸ ਸਹੁਰੇ ਨੂੰ ਮਿਲਣ ਚੱਲੀ ਆ ਕੱਪੜੇ ਪਾ ਲਾ। ਵੀ ਉਸ ਔਰਤ ਨੂੰ ਜਾਂ ਉਸ ਕੁੜੀ ਨੂੰ ਪਤਾ ਹੈ ਨਾ ਉਹ ਕਿਹਨੂੰ ਮਿਲਣ ਚੱਲੀ ਆ, ਉਹਨੇ ਕੀ ਪਾ ਕੇ ਜਾਣਾ ਕੀ ਨਹੀਂ। ਮਤਲਬ ਜਿਹੜੇ ਛੋਟੇ ਤੋਂ ਛੋਟੇ ਸਾਡੀ ਪਰਸਨਲ ਲਾਈਫ ਦੇ ਵੀ ਡਿਸੀਜ਼ਨ ਨੇ, ਉਹ ਵੀ ਸਾਨੂੰ ਏਦਾਂ ਦੱਸੇ ਜਾਂਦੇ ਕਿ ਜਿੱਦਾਂ ਮਤਲਬ ਸਾਨੂੰ ਕੁਝ ਨਹੀਂ ਪਤਾ। ਇਸੇ ਕਰਕੇ ਮਤਲਬ ਜਦੋਂ ਪੋਲੀਟੀਕਲ ਮੁੱਦਿਆਂ ਤੇ ਵੀ ਗੱਲ ਕਰਦੇ ਆ, ਤਾਂ ਜਦੋਂ ਉਹੀ ਆਪਾਂ ਗੱਲ ਕਰਦੇ ਸੀ ਵੀ ਵਾਟ ਅਬਾਊਟਰੀ ਸ਼ੁਰੂ ਹੋ ਜਾਂਦੀ ਹੈ, ਸਾਨੂੰ ਇਹ ਦੱਸਿਆ ਜਾਣ ਲੱਗ ਜਾਂਦਾ ਅੱਛਾ ਤੁਸੀਂ ਆਹ ਕਿਉਂ ਨਹੀਂ ਕਰਦੇ, ਅੱਛਾ ਤੁਸੀਂ ਆਹ ਕਿਉਂ ਨਹੀਂ ਕਰਦੇ, ਅਸੀਂ ਸਭ ਕਰ ਲਾਂਗੇ, ਅਸੀਂ ਦੇਖਾਂਗੇ। ਮਤਲਬ ਜੇ ਤੁਸੀਂ ਸਾਡੇ ਕਹਿ ਲਓ ਸਾਥੀ ਬਣ ਕੇ ਸਾਡੇ ਨਾਲ ਆਉਣ ਨੂੰ ਤਿਆਰ ਹੋ, ਦੈਨ ਤੁਸੀਂ ਇੱਕ ਫਰੈਂਡਲੀ ਸੁਜੈਸ਼ਨ ਰੱਖਦੇ ਹੋ ਕਿ ਯਾਰ ਹਾਂ ਆ ਵੀ ਕੀਤਾ ਜਾ ਸਕਦਾ, ਸਾਨੂੰ ਕੋਈ ਦਿੱਕਤ ਨਹੀਂ, ਬਿਲਕੁਲ ਕੀਤਾ ਜਾ ਸਕਦਾ, ਅਸੀਂ ਸਾਰੇ ਆਈਡੀਆਜ਼ ਲਈ ਖੁੱਲੇ ਆ ਨਾ। ਪਰ ਜੇ ਤੁਸੀਂ ਕਹੋਗੇ ਅੱਛਾ ਤੁਸੀਂ ਆਹ ਕਰਦੇ ਆ ਨਾ ਕਰੋ, ਤੁਸੀਂ ਆਹ ਕਰੋ, ਆਮ ਸੌਰੀ, ਮਤਲਬ ਉਹ ਅਸੀਂ ਖੁਦ ਦੇਖ ਲਾਂਗੇ, ਉਹ ਅਸੀਂ ਡਿਸਾਈਡ ਕਰ ਲਾਂਗੇ। ਤਾਂ ਇਹੀ ਮੈਨੂੰ ਲੱਗਦਾ ਕਿ ਸਾਡਾ ਫੈਮਿਨਿਜ਼ਮ ਜਿਹੜਾ ਹੈ ਉਹ ਇਹਨਾਂ ਸਾਰੇ ਮੁੱਦਿਆਂ ਨੂੰ, ਇਹਨਾਂ ਸਾਰੇ ਹੈਡਸ ਦੇ ਅੰਦਰ ਜਿਹੜੀਆਂ ਦਿੱਕਤਾਂ ਕਹਿ ਲਓ ਆਪਾਂ ਪੁਆਇੰਟ ਆਊਟ ਕਰ ਸਕਦੇ ਹਾਂ, ਉਹਨਾਂ ਤੇ ਲੜਨ ਨੂੰ ਤਿਆਰ ਹੈ ਜਾਂ ਲੜਨਾ ਚਾਹੁੰਦਾ ਹੈ ਜਦੋਂ ਵੀ ਮੌਕਾ ਆਊਗਾ। ਤੇ ਇਹ ਲੜਾਈ ਜਿਹੜਾ ਉਸ ਕਹਿ ਲਓ ਸਟੂਡੈਂਟ ਦਾ ਸਵਾਲ ਸੀ, ਇਹ ਲੜਾਈ ਹਰ ਲੈਵਲ ਤੇ ਸਾਨੂੰ ਲੜਨੀ ਪਊਗੀ, ਫਿਰ ਮਤਲਬ ਪਰਿਵਾਰ ਵੀ ਉਹਦਾ ਇੱਕ ਹਿੱਸਾ ਹੈ। ਬਿਲਕੁਲ ਠੀਕ ਨਾ ਕਿਰਨ, ਬਹੁਤ ਗੱਲਾਂ ਆਪਾਂ ਜਿਹੜੀਆਂ ਪਹਿਲਾਂ ਵੀ ਕਰਦੇ ਰਹਿੰਦੇ ਹਾਂ, ਬਹੁਤ ਚੰਗੀ ਤਰ੍ਹਾਂ ਤੁਸੀਂ ਸਾਰਾ ਉਹਨੂੰ ਇੱਕ ਨੈਰੇਟਿਵ ਚ ਬੁਣਿਆ ਹੈ ਕਿ ਅਸੀਂ ਇਸ ਬਾਈਨਰੀ ਚ ਨਹੀਂ ਦੇਖਣਾ ਚਾਹੁੰਦੇ ਇਹਨਾਂ ਦੋ ਤਰ੍ਹਾਂ ਦੀਆਂ ਫਰੀਡਮਸ ਨੂੰ। ਇੱਕ ਸਾਰੀ ਇਕਨੋਮਿਕ ਸੋਸ਼ਲ ਪੋਲੀਟੀਕਲ ਫਰੀਡਮ ਇੱਕ ਸਾਈਡ ਹੈ ਤੇ ਸੈਕਸ਼ੂਅਲ ਫਰੀਡਮ ਦੂਸਰੀ ਸਾਈਡ ਹੈ। ਤੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਦਰਅਸਲ ਸਵਾਲ ਇਹ ਵੀ, ਜਾਂ ਇੱਕ ਜੇ ਉਹਨੂੰ ਸਟਰਕਚਰਲੀ ਵੀ ਸਮਝਣ ਦੀ ਕੋਸ਼ਿਸ਼ ਕਰਨੀ ਹੋਵੇ, ਤਾਂ ਸੈਕਸ਼ੁਅਲਿਟੀ ਵੀ ਮਨੁੱਖ ਦੀ, ਔਰਤ ਦੀ ਹਸਤੀ ਦਾ, ਉਹਦੀ ਬਾਕੀ ਫਰੀਡਮਸ ਨਾਲ ਬਹੁਤ ਡਾਇਰੈਕਟਲੀ ਰਿਲੇਟਡ ਹੈ। ਉਹ ਇਹ ਤਾਂ ਹੈ ਨਹੀਂ ਕਿ ਜੇ ਤੁਸੀਂ ਥਿਊਰੀ ਵੀ ਪੜ੍ਹਦੇ ਹੋ, ਅਧਿਐਨ ਕਰਦੇ ਹੋ, ਤੁਸੀਂ ਲਗਾਤਾਰ ਖਾਸ ਕਰਕੇ ਲੈਫਟ ਆਰਗੇਨਾਈਜੇਸ਼ਨਸ ਚ ਨਾਲ ਜੁੜੇ ਹੋਏ ਹੋ, ਮਾਰਕਸਵਾਦ ਪੜ੍ਹ ਰਹੇ ਹੋ, ਆਈਡੀਓਲੋਜੀ ਵੀ ਪੜ੍ਹ ਰਹੇ ਹੋ, ਉਹ ਵੀ ਤੁਹਾਨੂੰ ਇੱਕ ਤਰ੍ਹਾਂ ਦੱਸ ਸਕਦੀ ਹੈ ਕਿ ਇਹਨਾਂ ਦੋਨਾਂ ਚ ਬਾਈਨਰੀ ਐਕਚੁਅਲੀ ਐਗਜ਼ਿਸਟ ਨਹੀਂ ਕਰਦੀ। ਕਾਸਟ ਦੀ, ਜਾਤ ਵਿਵਸਥਾ ਤੇ ਜਾਂ ਜਮਾਤ ਦੀ ਜਿਹੜੀ ਵਿਵਸਥਾ ਹੈ, ਉਹਦਾ ਜਿਹੜਾ ਢਾਂਚਾ ਹੈ, ਬਣਤਰ ਹੈ, ਉਹ ਬਿਨਾਂ ਸੈਕਸ਼ੁਅਲਿਟੀ ਦੇ ਕੰਟਰੋਲ ਦੇ ਵੈਸੇ ਵੀ ਐਗਜ਼ਿਸਟ ਹੀ ਨਹੀਂ ਕਰ ਸਕਦਾ। ਤੇ ਇਸ ਕਰਕੇ ਇਹ ਜਿਹੜਾ ਸਵਾਲ ਹੈ, ਇਹ ਅਸੀਂ ਆਪ ਵੀ ਮਤਲਬ ਅੰਦਰ ਵੀ ਪੁੱਟ ਕਰਦੇ ਰਹਿੰਦੇ ਹਾਂ ਤੇ ਥਰੂ ਉਸ ਆਈਡੀਓਲੋਜੀ ਦੇ ਵੀ ਕਰਦੇ ਰਹਿੰਦੇ ਹਾਂ। ਮਤਲਬ ਉਹਨੂੰ ਵੀ ਇੱਕ ਜ਼ਰੀਆ ਬਣਾ ਕੇ, ਜਿਵੇਂ ਤੁਸੀਂ ਨਹੀਂ ਤੇ ਮੈਂ ਵੀ ਇਹ ਕੋਸ਼ਿਸ਼ ਕਰਦੀ ਰਹਿੰਦੀ ਹਾਂ ਲਗਾਤਾਰ ਕਿ ਇੱਕ ਮਾਰਕਸਵਾਦੀ ਨਾਰੀਵਾਦੀ ਨਜ਼ਰੀਆ ਜਿਹੜਾ ਉਹ ਪੁੱਟ ਕੀਤਾ ਜਾ ਸਕੇ, ਇੱਕ ਇਹੋ ਜਿਹਾ ਨਜ਼ਰੀਆ ਜੋ ਬਾਕੀ ਸਾਰੇ ਸਮਾਜ ਦੀ ਜਿਹੜੀਆਂ ਢਾਂਚਾਗਤ ਬਣਤਰ ਦੇ ਤੌਰ ਤੇ ਜਿਹੜੀਆਂ ਇਨਇਕੁਆਲਿਟੀਜ਼ ਨੇ, ਜਿਹੜੇ ਵਿਤਕਰੇ ਨੇ, ਉਹਨਾਂ ਨੂੰ ਨਾਲ ਦੇ ਨਾਲ ਐਡਰੈਸ ਕਰਦਾ ਹੋਵੇ। ਕਿਉਂਕਿ ਜੈਂਡਰ ਦਾ ਸਵਾਲ ਹੈ ਹੀ ਆਈਸੋਲੇਸ਼ਨ ਚ ਐਗਜ਼ਿਸਟ ਕਰ ਹੀ ਨਹੀਂ ਸਕਦਾ। ਉਹ ਆਪਣੇ ਆਪ ਚ ਬਿਨਾਂ ਉਹਦੇ ਮਤਲਬ ਬਿਨਾਂ ਕਾਸਟ ਦੀ ਮੇਨਟੇਨੈਂਸ ਦੇ, ਜੇ ਐਗਜ਼ਾਮਪਲ ਲੈਣੀ ਹੋਵੇ, ਬਿਨਾਂ ਜਾਤ ਦੀ ਵਿਵਸਥਾ ਦੇ, ਕਿਵੇਂ ਕਿਸੇ ਔਰਤ ਦੀ ਜਿਹੜੀ ਮੋਬਿਲਿਟੀ ਹੈ, ਉਹਦਾ ਇੱਕ ਜਾਤ ਤੋਂ ਦੂਜੀ ਜਾਤ ਜਾਣਾ ਹੈ, ਜਾਂ ਉਹਦੇ ਨਾਲ ਨਾਲ ਇੱਕ ਜ਼ਮੀਨ ਦਾ ਦੂਸਰੀ ਜਾਤ ਚ ਜਾਣਾ ਹੈ, ਉਹ ਜ਼ਮੀਨ ਦੀ ਜਿਹੜੀ ਮਾਲਕੀ ਉਹ ਵੀ ਤਾਂ ਥਰੂ ਕਾਸਟ ਦੇ ਰਿਲੇਸ਼ਨਸ਼ਿਪ ਤੇ ਹੀ ਡਿਸਾਈਡ ਹੋ ਰਹੀ ਹੈ। ਹੁਣ ਔਰਤਾਂ ਦੇ ਨਾਂ ਉੱਤੇ ਭਾਵੇਂ ਮਤਲਬ ਇਹ ਜਿਹੜਾ ਸਾਰਾ, ਤਾਂ ਇਹ ਸਾਰਾ ਥੋੜਾ ਜਿਹਾ ਸਾਨੂੰ ਇਹ ਵੀ ਲੱਗਦਾ ਪੜ੍ਹਦੇ ਹੋਏ ਕਿ ਇਟ ਇਜ਼ ਅ ਲੋਟ ਆਫ ਥਿੰਗਸ ਹੈ ਨਾ, ਕਿ ਬਹੁਤ ਕਨਫਿਊਜ਼ ਵੀ ਕਰ ਦਿੰਦਾ ਹੈ, ਬਹੁਤ ਸਟੂਡੈਂਟਸ ਨੂੰ ਵੀ ਕਰਦਾ ਹੈ ਕਿ ਉਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਬਾਕੀ ਸਾਰੀਆਂ ਫਰੀਡਮਸ ਆਰ ਫਾਈਨ, ਲੇਕਿਨ ਉਹ ਫਰੀਡਮਸ ਨਹੀਂ ਜਿੱਥੇ ਅਸੀਂ ਸਮਾਜ ਨੂੰ ਜਾਂ ਆਪਣੀ ਇਮੀਡੀਏਟ ਫੈਮਿਲੀ ਨੂੰ ਅਫੈਂਡ ਕਰ ਰਹੇ ਹਾਂ, ਹਰਟ ਕਰ ਰਹੇ ਹਾਂ। ਪਰ ਸਭ ਤੋਂ ਵੱਡਾ ਜਿਹੜਾ ਵਿਤਕਰਾ ਹੈ ਉਹ ਤਾਂ ਪਰਿਵਾਰ ਤੇ ਯੂਨਿਟ ਦੇ ਅੰਦਰ ਹੀ ਸ਼ੁਰੂ ਹੋ ਜਾਂਦਾ ਹੈ। ਤੇ ਉਹ ਹੁੰਦਾ ਹੀ ਇਹਦੇ ਤੋਂ ਹੈ ਕਿ ਜਿਹੜੇ ਵੀ ਸਾਧਨ ਨੇ ਤੁਹਾਡੇ ਪ੍ਰੋਡਕਸ਼ਨ ਦੇ, ਜਿਹੜੇ ਵੀ ਸਾਧਨ ਨੇ ਇਕੋਨੋਮੀ ਦੇ, ਉਹਨਾਂ ਸਾਰਿਆਂ ਤੇ ਕਬਜ਼ਾ ਕਿਹਦਾ, ਉਹਨਾਂ ਸਾਰਿਆਂ ਤੇ ਅਧਿਕਾਰ ਕਿਹਦਾ। ਜੇ ਉਹਨਾਂ ਤੇ ਅਧਿਕਾਰ ਹੀ ਸਭ ਤੋਂ ਵੱਧ ਤੁਹਾਡੇ ਭਰਾ ਦਾ, ਪਿਤਾ ਦਾ, ਜੇ ਸਾਰਾ ਜਿਹੜੀ ਓਨਰਸ਼ਿਪ ਹੈ ਸਾਰੀ ਮਰਦਾਂ ਦੇ ਨਾਮ ਤੇ ਹੈ, ਫਿਰ ਉਹ ਸਵਾਲ ਕਰਨਾ ਬਣਦਾ ਨਾ ਕਿ ਉਹ ਨਾਮ ਤੇ ਕਿਉਂ ਹੈ। ਉਹ ਸਵਾਲ ਕਰਨਾ ਬਣਦਾ ਕਿ ਜੇ ਉਹ ਨਾਮ ਤੇ ਉਹਨਾਂ ਦੇ ਹੈ, ਜੇ ਉਹਨਾਂ ਦੇ ਕੰਟਰੋਲ 'ਚ ਹੈ, ਕਿ ਉਹਦਾ ਕੋਈ ਰਿਸ਼ਤਾ ਹੈ, ਮੈਂ ਕਿਸੇ ਨਾਲ ਵਿਆਹ ਕਰਾਉਂਗੀ ਕਿ ਨਹੀਂ ਕਰਾਉਂਗੀ ਉਹਦੇ ਨਾਲ, ਕਿ ਉਹਦਾ ਕੋਈ ਰਿਸ਼ਤਾ ਹੈ ਕਿ ਉਹ ਜ਼ਮੀਨ ਦੂਜੀ ਕਾਸਟ 'ਚ ਜਾਏਗੀ ਕਿ ਨਹੀਂ ਜਾਏਗੀ, ਦੂਜੀ ਕਲਾਸ 'ਚ ਜਾਏਗੀ ਕਿ ਨਹੀਂ ਜਾਏਗੀ। ਜੇ ਇਹ ਸਵਾਲ ਆਪਾਂ ਇਸ ਤਰ੍ਹਾਂ ਮਤਲਬ ਪੁੱਟ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਆਰਗੇਨਾਈਜੇਸ਼ਨਸ ਦੇ ਅੰਦਰ ਵੀ, ਆਈ ਥਿੰਕ ਅੰਦਰ ਵੀ ਇੱਕ ਬਹੁਤ
ਸਪੇਸ ਹੁੰਦੀ ਹੀ ਹੈ ਜੇ ਤੁਸੀਂ ਇਹਨਾਂ ਸਵਾਲਾਂ ਤੇ ਗੱਲ ਕਰ ਸਕਦੇ ਹੋ, ਐਂਡ ਯੂ ਕੈਨ ਕਾਲ ਆਊਟ, ਕਿ ਤੁਸੀਂ ਕਾਲ ਆਊਟ ਵੀ ਕਰ ਸਕਦੇ ਹੋ ਜੇ ਕੋਈ ਬਹੁਤ ਪਿਤਰੀ ਸੱਤਾਤਮਕ ਤਰੀਕੇ ਨਾਲ ਬਿਹੇਵ ਕਰ ਰਿਹਾ ਜਾਂ ਗੱਲਬਾਤ ਕਰ ਰਿਹਾ। ਤੇ ਇਸੇ ਲਈ ਹੀ ਇਹ ਸਾਰੇ ਜਿਹੜੇ ਮਸਲੇ ਨੇ, ਉਹ ਜਿਵੇਂ ਆਪਾਂ ਵੀ ਗੱਲ ਕਰ ਰਹੇ ਸੀ ਕਿ ਇਹਨਾਂ ਨੂੰ ਆਪਾਂ 4 ਪਾਰਟਸ 'ਚ ਡਿਵਾਈਡ ਕਰ ਸਕਦੇ ਹਾਂ। ਤੇ ਨਾਓ ਆਈ ਐਮ ਥਿੰਕਿੰਗ ਕਿ ਜੇ ਆਪਾਂ ਇਹਨਾਂ ਨੂੰ, ਇੱਕ ਤਾਂ ਆਬਵੀਅਸਲੀ ਇਹ ਸਾਰੇ ਇੱਕ ਹੋਲ 'ਚ ਐਗਜ਼ਿਸਟ ਕਰਦੇ ਨੇ, ਬਟ ਨਾਲ ਦੀ ਨਾਲ ਜੇ ਆਪਾਂ ਇਹਨਾਂ ਦੇ ਅੰਦਰ ਵੀ ਇਹਨਾਂ ਦੀ ਮਤਲਬ ਇੱਕ ਰਿਲੇਸ਼ਨਸ਼ਿਪ ਦਾ ਐਨਾਲਿਸਿਸ ਕਰਨਾ ਹੋਵੇ, ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਸਵਾਲ ਸ਼ੁਰੂ ਜਿੱਥੋਂ ਹੁੰਦੇ ਨੇ, ਉਹ ਸ਼ੁਰੂ ਇੱਕ ਤਰ੍ਹਾਂ ਰਿਸੋਰਸਿਸ ਦੀ ਡਿਵੀਜ਼ਨ ਤੋਂ ਹੁੰਦੇ ਨੇ ਕਿ ਉਹ ਬਹੁਤ ਅਨਇਕੁਅਲ ਹੈ, ਉਹ ਬਹੁਤ ਜ਼ਿਆਦਾ ਅਨਇਕੁਅਲ ਹੈ, ਤੇ ਉਹ ਘਰਾਂ ਦੇ ਅੰਦਰ ਵੀ ਦਿਖਦੀ ਹੈ। ਆਈ ਵਾਸ ਥਿੰਕਿੰਗ ਕਿ ਮੇਬੀ ਹੁਣ ਆਪਾਂ ਇਹਦੇ ਬਾਰੇ ਗੱਲ ਕਰ ਸਕਦੇ ਹਾਂ ਕਿ ਜਿਹੜਾ ਇਕਨੋਮਿਕ ਆਸਪੈਕਟ ਹੈ, ਜਿਹੜਾ ਆਰਥਿਕ ਬਣਤਰ ਹੈ ਸਮਾਜ ਦੀ, ਉਹ ਕਿਵੇਂ ਔਰਤ ਤੇ ਮਰਦ ਨੂੰ, ਕਿਵੇਂ ਇੱਕ ਜਮਾਤ ਦੀ ਔਰਤ ਨੂੰ ਦੂਜੀ ਜਮਾਤ ਦੀ ਔਰਤ ਨਾਲ, ਇੱਕ ਜਾਤ ਦੀ ਔਰਤ ਨੂੰ ਦੂਜੀ ਜਾਤ ਦੀ ਔਰਤ ਨਾਲ ਵੱਖਰਾ ਕਰਦੀ ਹੈ, ਕਿਵੇਂ ਉਹ ਸਾਡੇ ਰਿਸ਼ਤੇ, ਸਾਡੀ ਹਸਤੀ, ਸਾਡਾ ਔਰਤਪਨ ਇੱਕ ਤਰ੍ਹਾਂ ਤੈਅ ਕਰਦੀ ਹੈ। ਜਿਹਦੇ ਬਾਰੇ ਤੁਸੀਂ ਬੋਲ ਸਕਦੇ ਹੋ। ਹਾਂ ਬਿਲਕੁਲ, ਆਪਾਂ ਉਹਦੇ ਤੇ ਗੱਲ ਕਰਦੇ ਹਾਂ। ਮੈਨੂੰ ਜਿਹੜੀ ਤੁਸੀਂ ਹੁਣ ਗੱਲ ਹੈ ਨਾ ਇੱਕ ਤਰ੍ਹਾਂ ਨਾਲ ਕੰਕਲੂਡ ਕੀਤੀ, ਉਹਦੇ 'ਚ ਮੈਨੂੰ ਇੱਕ ਚੀਜ਼ ਇਹ ਲੱਗਦੀ ਵੀ ਬੇਸਿਕਲੀ ਜਿਹੜਾ ਲਾਰਜਰ ਪੋਲੀਟੀਕਲ ਸਿਸਟਮ ਹੈ ਸਾਰਾ, ਕਹਿ ਲਓ ਮਤਲਬ ਵਰਲਡ ਵਾਈਡ ਜਾਂ ਕੰਟਰੀਜ਼ ਦਾ ਜਿਹੜਾ ਲਾਰਜਰ ਪੋਲੀਟੀਕਲ ਸਿਸਟਮ ਹੈ, ਉਹਦੇ 'ਚ ਇਹ ਜਿਹੜੇ ਰਿਲੇਸ਼ਨ ਨੇ, ਕਹਿ ਲਓ ਸੈਕਸ਼ੂਅਲ ਰਿਲੇਸ਼ਨ ਦੇ ਮੁੱਦੇ ਹੋ ਗਏ, ਜੈਂਡਰ ਆਸਪੈਕਟ, ਕਾਸਟ ਆਸਪੈਕਟ, ਇਹ ਬੇਸਿਕਲੀ ਉਹ ਕੜੀਆਂ ਦੇ ਤੌਰ ਤੇ ਕੰਮ ਕਰਦੇ ਨੇ ਜਿਹੜੇ ਉਸ ਢਾਂਚੇ ਨੂੰ ਕਹਿ ਲਓ ਸਥਾਪਿਤ ਬਣਾਈ ਰੱਖਣ 'ਚ ਹੈਲਪ ਕਰਦਾ ਹੈ। ਤੇ ਇਸੇ ਕਰਕੇ ਸ਼ਾਇਦ ਉਹ ਤੁਹਾਨੂੰ ਮਤਲਬ ਜਿਹੜਾ ਉਸ ਪਾਵਰ ਹਾਇਰਾਰਕੀ 'ਚ ਸਭ ਤੋਂ ਉੱਤੇ ਪਿਆ, ਜਿਹੜਾ ਇਹਨਾਂ ਚੀਜ਼ਾਂ ਨੂੰ ਸਮਝ ਰਿਹਾ, ਇਸੇ ਕਰਕੇ ਉਹ ਨਹੀਂ ਚਾਹੁੰਦਾ ਕਿ ਤੁਸੀਂ ਇਹਨਾਂ ਜਿਹੜੇ ਕਹਿ ਲਓ ਨਾਜ਼ੁਕ ਲਿੰਕ ਹੈ ਇਹਨਾਂ ਨੂੰ ਛੇੜੋ, ਕਿਉਂਕਿ ਉਹਨੂੰ ਪਤਾ ਕਿ ਤੁਸੀਂ ਜੈਂਡਰ ਦੇ ਉੱਤੇ ਗੱਲ ਕਰੋਗੇ, ਤੁਸੀਂ ਦਲਿਤ ਫਰੀडम ਦੇ ਉੱਤੇ, ਦਲਿਤ ਆਦਰਸ਼ਨ ਤੇ ਕੰਮ ਬੋਲੋਗੇ, ਤਾਂ ਉਹ ਢਾਂਚਾ ਹਿੱਲੂਗਾ ਸਿੱਧਾ ਜਾ ਕੇ। ਇਸ ਕਰਕੇ ਮਤਲਬ ਇਹ ਇੰਨੇ ਬੁਰੇ ਤਰੀਕੇ ਨਾਲ ਇੰਟਰਲਿੰਕਡ ਹੈ ਕਿ ਸਾਨੂੰ ਸਾਈਮਲਟੇਨੀਅਸਲੀ ਇਹਨਾਂ ਸਾਰਿਆਂ ਤੇ ਗੱਲ ਕਰਨੀ ਪਊਗੀ, ਲਾਰਜਰ ਪੋਲੀਟੀਕਲ ਗੱਲਬਾਤ ਕਰਨ ਲਈ ਵੀ। ਈਵਨ ਵੈਨ ਮਤਲਬ ਵੀ ਆਰ ਪ੍ਰੋਟੈਸਟਿੰਗ ਅਗੇਂਸਟ CAA, NRC, NPR, ਉਹਦੇ 'ਚ ਵੀ ਮਤਲਬ ਵਿਦਨ ਦੋਜ਼ ਬਿਗਰ ਪੋਲੀਟੀਕਲ ਇਸ਼ੂਜ਼ ਉਹਦੇ 'ਚ ਜੈਂਡਰ ਕੀ ਰੋਲ ਪਲੇ ਕਰ ਰਿਹਾ, ਉਹਦੇ 'ਚ ਕਾਸਟ ਕੀ ਰੋਲ ਪਲੇ ਕਰ ਰਿਹਾ ਹੈ, ਉਹਦੇ 'ਚ ਰਿਲੀਜਨ ਕੀ ਰੋਲ ਪਲੇ ਕਰ ਰਿਹਾ, ਕਿਉਂਕਿ ਉਹ ਬਹੁਤ ਵੱਡਾ ਮੁੱਦਾ ਉਹ ਹੈ, ਤਾਂ ਉਹ ਬਹੁਤ ਜ਼ਰੂਰੀ ਹੋ ਜਾਂਦੇ ਨੇ ਇਹਨਾਂ ਸਾਰੇ ਮੁੱਦਿਆਂ ਦੇ ਵਿੱਚ। ਤੇ ਇਹ ਮਤਲਬ ਇਹ ਸਾਡੇ ਲਈ ਕਹਿ ਲਓ ਇੱਕ ਤਰ੍ਹਾਂ ਰਿਵਰਸ ਇੰਜੀਨੀਅਰਿੰਗ ਵੀ ਹੈ ਸਮਝਣ ਲਈ ਕਿ ਕਿਉਂ ਸਾਡੇ ਲਈ ਇਹ ਜਿਹੜੇ ਮੁੱਦੇ ਤੁਹਾਨੂੰ ਕਈਆਂ ਨੂੰ ਛੋਟੇ ਲੱਗਦੇ ਹੋਣਗੇ, ਜਿਹੜੇ ਸਾਨੂੰ ਕਹਿੰਦੇ ਵੀ ਤੁਸੀਂ ਜਾ ਕੇ ਹਾਂ ਸੜਕ ਤੇ ਪੋਲੀਟੀਕਲ ਮੁੱਦਿਆਂ ਤੇ ਲੜੋ, ਸਾਨੂੰ ਕੋਈ ਦਿੱਕਤ ਨਹੀਂ ਹੈ ਨਾ, ਰਾਈਟ ਵਿੰਗ ਨੂੰ ਗਾਲਾਂ ਕੱਢੋ, ਸਾਨੂੰ ਕੋਈ ਦਿੱਕਤ ਨਹੀਂ, ਬਟ ਤੁਸੀਂ ਆਪਦੀ ਸੈਕਸ਼ੂਅਲ ਫਰੀडम ਦੀ ਗੱਲ ਨਾ ਕਰੋ। ਉਹਨਾਂ ਲਈ ਵੀ ਇਹ ਸਮਝਣ ਦੀ ਲੋੜ ਹੈ ਕਿ ਇਹਨਾਂ ਵੱਡੇ ਪੋਲੀਟੀਕਲ ਮੁੱਦਿਆਂ ਦੇ ਵਿੱਚ ਇਹ ਚੀਜ਼ਾਂ ਕਿੱਦਾਂ ਕੰਮ ਕਰ ਰਹੀਆਂ ਨੇ, ਕਿੱਦਾਂ ਪਲੇ ਆਊਟ ਕਰ ਰਹੀਆਂ, ਇਹ ਬਹੁਤ ਜ਼ਰੂਰੀ ਨੇ ਸਮਝਣੀਆਂ ਉਹਨਾਂ ਨੂੰ ਚੈਲੰਜ ਕਰਨ ਲਈ ਵੀ। ਤੇ ਹਾਂ ਇਕਨੋਮਿਕ ਫਰੀडम ਦੀ ਆਪਾਂ ਗੱਲ ਕਰਦੇ, ਕਿਉਂਕਿ ਆਪਾਂ ਵਜੂਦ ਪਲੇਟਫਾਰਮ ਦੀ ਇੱਕ ਸਭ ਤੋਂ ਵੱਡੀ ਇੰਪੋਰਟੈਂਸ ਇਹ ਹੈ ਕਿ ਪੰਜਾਬ 'ਚ ਜੈਂਡਰ ਤੇ ਜਿਹੜੀ ਗੱਲ ਕਹਿ ਲਓ ਬਹੁਤ ਸਾਲਾਂ ਬੱਧੀ ਨਹੀਂ ਹੋਈ, ਜਾਂ ਕਹਿ ਲਓ ਇੱਕ ਬਹੁਤ ਹੀ ਅੰਡਰਟੋਨ 'ਚ ਸੀਗੀ, ਏਦਾਂ ਖੁੱਲ ਕੇ ਨਹੀਂ ਆਈ, ਉਹ ਗੱਲਬਾਤ ਸ਼ੁਰੂ ਕਰਨ ਲਈ ਇਹ ਇੱਕ ਇੰਪੋਰਟੈਂਟ ਪਲੇਟਫਾਰਮ ਬਣਿਆ। ਇਸ ਕਰਕੇ ਮਤਲਬ ਮੈਂ ਇਹਨੂੰ ਪੰਜਾਬ ਤੇ ਫੋਕਸ ਰੱਖਣਾ ਚਾਹੁੰਦੀ ਹਾਂ। ਪੰਜਾਬ ਦਾ ਮੈਨੂੰ ਇੱਕ ਚੀਜ਼ ਜ਼ਰੂਰ ਲੱਗਦੀ ਹੈ, ਬਿਕਾਜ਼ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਆਪਣੀ ਪਰਸਨਲ ਐਕਸਪੀਰੀਐਂਸਿਸ ਤੋਂ, ਜ਼ਿਆਦਾਤਰ ਚੀਜ਼ਾਂ ਆਪਾਂ ਆਪਣੇ ਪਰਸਨਲ ਐਕਸਪੀਰੀਐਂਸਿਸ ਤੋਂ ਸਿੱਖਦੇ ਹਾਂ ਨਾ। ਮੈਂ ਮਤਲਬ ਮਾਨਸਾ ਤੋਂ ਆ ਬੇਸਿਕਲੀ, ਮੈਂ ਮਾਨਸਾ ਜ਼ਿੰਦਗੀ ਦੇ ਇਨੀਸ਼ੀਅਲ ਕਹਿ ਲਓ 17-18 ਸਾਲ ਕੱਢੇ ਨੇ, ਉਸ ਤੋਂ ਬਾਅਦ ਮੈਂ ਚੰਡੀਗੜ੍ਹ 'ਚ 8-9 ਸਾਲ ਰਹੀ ਹਾਂ, ਦੈਨ ਆਈ ਕੇਮ ਟੂ ਦਿੱਲੀ, ਹੈ ਨਾ। ਦਿੱਲੀ ਦੇ ਵਿੱਚ ਆ ਕੇ ਮੈਂ ਫੀਲ ਕੀਤਾ ਬਿਕਾਜ਼ ਇੱਥੇ ਬਹੁਤ ਹੀ ਕਹਿ ਲਓ ਅਲੱਗ-ਅਲੱਗ ਏਰੀਆਜ਼ ਤੋਂ, ਅਲੱਗ-ਅਲੱਗ ਦੇਸ਼ ਦੇ ਹਿੱਸਿਆਂ ਤੋਂ ਦੋਸਤ ਬਣੇ, ਉਹਨਾਂ ਨਾਲ ਇੰਟਰੈਕਸ਼ਨ ਹੋਈ। ਉਹਦੇ 'ਚ ਮੈਂ ਇੱਕ ਚੀਜ਼ ਦੇਖਿਆ ਕਿ ਪੰਜਾਬੀ ਮੈਸਕੂਲਿਨਿਟੀ ਜਿਹੜੀ ਮਤਲਬ ਪੰਜਾਬ 'ਚ ਸੈਲੀਬ੍ਰੇਟ ਹੁੰਦੀ ਆ, ਉਹ ਬਾਹਰ ਵੀ ਇੰਨੇ ਬੁਰੇ ਤਰੀਕੇ ਨਾਲ ਸੈਲੀਬ੍ਰੇਟ ਹੁੰਦੀ ਹੈ ਨਾ, ਤੇ ਮਤਲਬ ਉਹਨੂੰ ਇੱਕ ਕਹਿ ਲਓ ਯੂਨੀਵਰਸਲ ਅਸੈਪਟੈਂਸ ਮਿਲ ਗਈ। ਤੇ ਉਹਦੇ ਥੱਲੇ ਪੰਜਾਬੀ ਜਿਹੜੀ ਕਹਿ ਲਓ ਪੰਜਾਬੀ ਵਿਮਨ ਹੈ, ਉਹਦੇ ਨਾਲ ਕੀ ਕੁਝ ਹੋ ਰਿਹਾ, ਉਹ ਉਸ ਮੈਸਕੂਲਿਨਿਟੀ ਨੇ ਉਹਨੂੰ ਓਵਰਪਾਵਰ ਕਰ ਲਿਆ। ਪੰਜਾਬ ਦਾ ਜੇ ਆਪਾਂ ਇਤਿਹਾਸ ਚੱਕ ਕੇ ਦੇਖੀਏ, ਮਤਲਬ ਇਹਦਾ ਕਹਿ ਲਓ ਇਕਨੋਮਿਕ ਜਿਹੜੀ ਹਿਸਟਰੀ ਪੰਜਾਬ ਦੀ ਸਾਰੀ ਰਹੀ ਆ, ਕਿ ਪੰਜਾਬ ਐਗਰੀਰੀਅਨ ਸਟੇਟ ਰਹੀ ਲੰਬੇ ਸਮੇਂ ਤੋਂ। ਤੇ ਦੂਜਾ ਜਿਹੜਾ ਕੰਮ ਹੁੰਦਾ ਸੀਗਾ, ਉਹ ਸੀਗਾ ਫੌਜ 'ਚ ਜਾਣਾ, ਹਨਾ। ਇੱਕ ਐਗਰੀਕਲਚਰ, ਦੂਜਾ ਫੌਜ 'ਚ ਜਾਣਾ, ਦੋਨੋਂ ਹੀ ਕਹਿ ਲਓ ਹਾਈਪਰ ਮੈਸਕੂਲਿਨ ਕੰਮ, ਹੱਥੀ ਕੰਮ ਕਰਨ ਵਾਲੇ, ਜਿਹਦੇ ਕਰਕੇ ਮਤਲਬ ਉਹ
ਪੰਜਾਬੀ ਐਜ਼ ਅ ਕਮਿਊਨਿਟੀ ਉਹਨੂੰ ਸੈਲੀਬ੍ਰੇਟ ਕਰਨ ਦਾ ਜਿਹੜਾ ਇੱਕ ਜ਼ਰੀਆ ਬਣ ਗਿਆ। ਪੰਜਾਬੀ ਮੈਸਕੂਲਿਨਿਟੀ ਪੰਜਾਬੀ ਕਮਿਊਨਿਟੀ ਨੂੰ ਸੈਲੀਬ੍ਰੇਟ ਕਰਨ ਦਾ ਇੱਕ ਜ਼ਰੀਆ ਬਣ ਗਿਆ। ਬਟ ਉਹਦੇ ਚ ਅਸੀਂ ਇਹ ਚੀਜ਼ਾਂ ਜਿਹੜੀਆਂ ਮਤਲਬ ਭੁੱਲ ਗਏ ਕਿ ਜਦੋਂ ਪੰਜਾਬ ਇੱਕ ਅਗਰੇਰੀਅਨ ਸਟੇਟ ਰਹੀ ਹੈ, ਪੰਜਾਬ ਜਿਹੜਾ ਜ਼ਮੀਨੀ ਅਧਿਕਾਰ ਹੈ ਉਹ ਹਮੇਸ਼ਾ ਮਰਦਾਂ ਕੋਲੇ ਰਿਹਾ, ਠੀਕ ਹੈ। ਤੇ ਉਹਦੇ ਤੇ ਜਿਹੜੀਆਂ ਕਿਉਂਕਿ ਮੈਂ ਖੁਦ ਜੱਟ ਪਰਿਵਾਰ ਤੋਂ ਆ, ਹਨਾ, ਮੈਂ ਘਰਾਂ ਦੇ ਵਿੱਚ ਉਹ ਇਕੁਏਸ਼ਨਾਂ ਦੇਖੀਆਂ ਨੇ ਕਿ ਔਰਤਾਂ ਦਾ ਕੰਮ ਕੀ ਹੁੰਦਾ ਸੀਗਾ ਕਿ ਜਿੰਨੇ ਲੋਕ ਉੱਥੇ ਕੰਮ ਕਰ ਰਹੇ ਖੇਤਾਂ ਦੇ ਵਿੱਚ ਉਹਨਾਂ ਲਈ ਰੋਟੀਆਂ ਪਕਾਉਣਾ, 200 ਰੋਟੀ ਇੱਕ ਟਾਈਮ ਦੀ ਬਣ ਰਹੀ ਹੈ ਨਾ, ਤੇ ਮਤਲਬ ਬੀਬੀਆਂ ਦਾ ਸਾਰਾ ਦਿਨ ਕਹਿ ਲਓ ਚੁੱਲ੍ਹੇ ਤੋਂ ਹੀ ਕੰਮ ਨਹੀਂ ਮੁੱਕਦਾ। ਬਟ ਜਿਹੜੀ ਉਹ ਲੇਬਰ ਹੈ ਉਹ ਕਦੇ ਇਕਨੋਲੇਜ ਨਹੀਂ ਹੋਈ। ਉਹ ਲੇਬਰ ਕਦੇ ਤੁਹਾਡੀ ਐਗਰੇਰੀਅਨ ਪ੍ਰੋਡਕਸ਼ਨ ਦੀ ਜਿਹੜੀ ਲੇਬਰ ਬਣ ਰਹੀ ਹੈ ਉਹਦੇ ਚ ਤੁਸੀਂ ਕਾਊਂਟ ਹੀ ਨਹੀਂ ਕੀਤੀ, ਉਹ ਤਾਂ ਹਾਊਸ ਵਾਈਫ ਚ ਹੀ ਕਾਊਂਟ ਹੋਗੀ, ਤੇ ਹਾਊਸ ਵਾਈਫ ਨੂੰ ਤਾਂ ਅਸੀਂ ਕਦੇ ਕਾਊਂਟ ਕਰਦੇ ਹੀ ਨਹੀਂ ਲੇਬਰ ਚ, ਹਨਾ। ਤੇ ਮਤਲਬ ਕਹਿ ਲਓ ਜੱਟ ਜਿਹੜੀ ਜੱਟ ਔਰਤ ਹੈ ਉਹਦੀ ਇਹ ਮਤਲਬ ਕਦੇ ਕਾਊਂਟ ਹੀ ਨਹੀਂ ਹੋਈ, ਐਕਨੋਲੇਜ ਹੀ ਨਹੀਂ ਹੋਈ ਲੇਬਰ ਉਹਦੀ। ਤੇ ਜਿਹੜੀ ਦਲਿਤ ਵੈਮਨ ਸੀ ਜਿਹੜੀ ਕਹਿ ਲਓ ਖੇਤਾਂ ਚ ਜਾ ਕੇ ਕੰਮ ਕਰ ਰਹੀ ਸੀ, ਸੀਰੀ ਰਲ ਰਹੀ ਸੀ ਖੇਤਾਂ ਦੇ ਵਿੱਚ, ਉਹਦਾ ਕਹਿ ਲਓ ਬੀਂਗ ਦਲਿਤ ਜਿਹੜਾ ਉਹਦਾ ਮਤਲਬ ਉਦੋਂ ਇੱਕ ਉਤਪੀੜਨ ਚੱਲਣਾ ਪਿਆ, ਉਹ ਇੱਕ ਚੀਜ਼ ਉਹਦੇ ਜੈਂਡਰ ਕਰਕੇ, ਮਤਲਬ ਜੇ ਕਹਿ ਲਓ ਦਿਹਾੜੀ ਵੀ ਜੇ ਦੋ ਜਾਣੇ ਰਲ ਰਹੇ ਨੇ, ਇੱਕ ਕਪਲ ਜੇ ਦਿਹਾੜੀ ਰਲ ਰਿਹਾ ਤਾਂ ਉਹਦੇ ਚ ਜਿਹੜਾ ਮਰਦ ਆ ਉਹਦੀ ਦਿਹਾੜੀ ਜ਼ਿਆਦਾ ਹੋਊਗੀ, ਔਰਤ ਦੀ ਦਿਹਾੜੀ ਘੱਟ ਹੋਊਗੀ, ਹਨਾ। ਤੇ ਮੈਨੂੰ ਮਤਲਬ ਜਿਸ ਟਾਈਮ ਦੀ ਯਾਦ ਹੁੰਦਾ ਦਿਹਾੜੀ ਵੀ ਕਾਫੀ ਵੱਧ ਗਈ, ਤੇ ਉਦੋਂ ਹੁੰਦਾ ਸੀ 220 ਰੁਪਏ ਮਰਦਾਂ ਨੂੰ ਜੇ ਮਿਲ ਰਿਹਾ ਤਾਂ ਐਗਜ਼ਾਮਪਲ ਹੈ ਨਾ, ਤਾਂ ਔਰਤਾਂ ਨੂੰ ਮਿਲਦੇ 180 170 ਏਦਾਂ ਕਰਕੇ। ਤਾਂ ਮਤਲਬ ਉਹ ਜਿਹੜੀ ਕਹਿ ਲਓ ਦਿੱਕਤ ਹਮੇਸ਼ਾ ਸਾਡੀ ਕਮਿਊਨਿਟੀ ਚ ਰਹੀ ਆ, ਤੇ ਪੰਜਾਬ ਚ ਉਸ ਤਰੀਕੇ ਨਾਲ ਕੋਈ ਹੋਰ ਇੰਡਸਟਰੀ ਕੋਈ ਫਲੋਰਿਸ਼ ਕੀਤੀ ਨਹੀਂ ਗਈ, ਹੈ ਨਾ। ਤੇ ਮਤਲਬ ਮਾਈਗ੍ਰੇਸ਼ਨ ਇੱਕ ਮੇਨ ਜਿਹੜਾ ਤੀਜਾ ਐਸਪੈਕਟ ਰਿਹਾ, ਹਨਾ। ਤੇ ਮਾਈਗ੍ਰੇਸ਼ਨ ਚ ਵੀ ਕੀ ਆ, ਔਰਤਾਂ ਨੂੰ ਨੇ ਹਮੇਸ਼ਾ ਸੈਕੰਡਰੀ ਜਿਹੜਾ ਮਾਈਗ੍ਰੈਂਟ ਦਾ ਰੋਲ ਪਲੇ ਕੀਤਾ। ਇਨੀਸ਼ੀਅਲੀ ਸ਼ੀ ਵਾਜ਼ ਮਾਈਗ੍ਰੇਟਿੰਗ ਐਜ਼ ਅ ਵਾਈਫ, ਹਨਾ, ਉੱਥੇ ਜਾ ਕੇ ਬੱਚੇ ਸੰਭਾਲਣੇ ਆ, ਜਾਂ ਕਹਿ ਲਓ ਉੱਥੋਂ ਦੀਆਂ ਇਕਨੋਮਿਕ ਕੰਡੀਸ਼ਨਸ ਏਦਾਂ ਦੀਆਂ ਵੀ ਉੱਥੇ ਇੱਕ ਜਾਣੇ ਦੇ ਕੰਮ ਕਰੇ ਸਰਦਾ ਨਹੀਂ, ਦੂਜੇ ਨੂੰ ਕਰਨਾ ਹੀ ਪੈਣਾ, ਤਾਂ ਕਰਕੇ ਔਰਤ ਘਰ ਦਾ ਕੰਮ ਕਰ ਰਹੀ ਹੈ, ਮਤਲਬ ਔਰਤ ਬਾਹਰ ਦਾ ਵੀ ਕੰਮ ਕਰ ਰਹੀ ਹੈ ਤੇ ਘਰੇ ਵੀ ਆ ਕੇ, ਬਿਕਾਜ਼ ਪੰਜਾਬੀ ਮਰਦ ਤਾਂ ਕੰਮ ਕਰੂਗਾ ਨਹੀਂ ਘਰੇ, ਹਨਾ। ਉਹ ਤਾਂ ਸਿਰਫ ਕਿਉਂਕਿ ਉਹ ਤਾਂ ਬਾਹਰ ਦਾ ਲੋਡ ਸਿਰ ਤੇ ਚੱਕਿਆ ਹੋਇਆ, ਇੰਨੀ ਮੈਸਕੂਲਿਨਿਟੀ ਦਾ ਭਾਰ ਹੈ। ਤੇ ਜਿਹੜੀ ਕਹਿ ਲਓ ਮਾਈਗ੍ਰੇਟ ਕਰ ਗਈ ਪੰਜਾਬੀ ਔਰਤ, ਉਹ ਬਾਹਰ ਵੀ ਕੰਮ ਕਰੂ, ਉਹ ਘਰੇ ਵੀ ਕੰਮ ਕਰੂਗੀ, ਉਹ ਡਬਲ ਲੇਬਰ ਕਰੂਗੀ, ਬਟ ਉਹਦੀ ਇਕਨੋਲੇਜ ਸਿੰਗਲ ਹੀ ਹੋਊਗੀ। ਤੇ ਜੇ ਬਾਅਦ ਚ ਇੱਕ ਜਿਹੜਾ ਰੀਸੈਂਟ ਫਿਨੋਮੀਨਾ ਹੋਇਆ 90s ਚ ਜਾ ਕੇ, ਉਹ ਇਹ ਸੀਗਾ ਵੀ ਕੁੜੀਆਂ ਨੂੰ ਬਾਹਰ ਭੇਜ ਦੋ ਵਿਆਹ ਕਰਕੇ, ਸੋ ਦੈਟ ਉਹ ਬਾਅਦ ਚੋਂ ਭਰਾ ਨੂੰ ਲੈ ਜਾਣ, ਤੇ ਜਾਂ ਕਹਿ ਲਓ ਬਾਕੀ ਟੱਬਰ ਦਾ ਫੈਮਿਲੀ ਬੇਸਿਸ ਤੇ ਅਪਲਾਈ ਕਰ ਦੇਣ, ਜਾਂ ਕਹਿ ਲਓ ਅੱਟੇ ਸੱਟੇ ਦੇ ਜਿਹੜੇ ਵਿਆਹ ਹੋਏ ਵੀ ਹਾਂ ਤੁਸੀਂ ਸਾਡੀ ਕੁੜੀ ਵਿਆਹ ਕੇ ਲੈ ਜਾਓ, ਫਿਰ ਅਸੀਂ ਤੁਹਾਡਾ ਮੁੰਡਾ ਵਿਆਹ, ਮਤਲਬ ਇਹ ਸਾਰਾ ਕੁਛ ਆ। ਉੱਥੇ ਵੀ ਇੱਕ ਜ਼ਰੀਏ ਦੇ ਤੌਰ ਤੇ ਔਰਤ ਨੂੰ ਯੂਜ਼ ਕੀਤਾ ਗਿਆ। ਤਾਂ ਮੈਨੂੰ ਲੱਗਦਾ ਕਿ ਉਸ ਤਰੀਕੇ ਨਾਲ ਜਿੰਨੀ ਸਾਡੀ ਮੇਨ ਇਕਨੋਮਿਕ ਹਿਸਟਰੀ ਰਹੀ ਹੈ ਪੰਜਾਬੀ ਕਮਿਊਨਿਟੀ ਦੀ, ਉਹਦੇ ਚ ਔਰਤ ਨੂੰ ਇਕਨੋਮਿਕ ਫਰੀडम ਮਿਲੀ ਨਹੀਂ। ਮਤਲਬ ਹੁਣ ਜਦੋਂ ਲੀਗਲੀ ਕਹਿ ਲਓ ਆ ਵੀ ਗਿਆ ਕਾਨੂੰਨ ਦੇ ਵਿੱਚ ਵੀ ਕਿ ਜਿਹੜੀਆਂ ਕੁੜੀਆਂ ਨੇ ਉਹ ਜਿਹੜੀ ਪੇਰੈਂਟਲ ਪ੍ਰਾਪਰਟੀ ਆ ਉਹਦੇ ਚ ਅੱਧ ਦੀਆਂ ਹਿੱਸੇਦਾਰ ਹੈ, ਹੁਣ ਵੀ ਮਤਲਬ ਕਿੰਨੇ ਕੇਸਿਸ ਸਾਡੇ ਸਾਹਮਣੇ ਨੇ ਜਿੱਥੇ ਖੁੱਲ ਕੇ ਦਿੰਦੇ ਨੇ। ਬਲਕਿ ਮੈਂ ਆਪਦੇ ਮਤਲਬ ਆਪਦੇ ਆਸ-ਪਾਸ ਆਪਦੇ ਪਰਿਵਾਰਾਂ ਚ ਇਹ ਗੱਲ ਸੁਣੀ ਵੀ ਲੈ ਹੁਣ ਤੂੰ ਭਰਾ ਦੀ ਜ਼ਮੀਨ ਵੰਡਵਾਏਂਗੀ, ਮਤਲਬ ਉੱਥੇ ਵੀ ਇਮੋਸ਼ਨਲ ਲੋਡ ਵੀ, ਤੇਰਾ ਪਿਆਰਾ ਭਰਾ ਹਨਾ, ਤੂੰ ਹੁਣ ਭਰਾ ਦੀ ਜ਼ਮੀਨ ਵੰਡਵਾਏਂਗੀ, ਏਦਾਂ ਦੀਆਂ ਗੱਲਾਂ। ਉੱਪਰੋਂ ਤੁਸੀਂ ਦੇਖੋ ਮਤਲਬ ਮੈਂ ਦੇਖਿਆ ਹੋਰ ਕਮਿਊਨਿਟੀਜ਼ ਦੇ ਵਿੱਚ ਨਾ ਲੋਕ ਕਹਿੰਦੇ ਨੇ ਵੀ ਅੱਛਾ ਰਿਸ਼ਤਾ ਦੇਖ ਰਹੇ ਹੈ ਤਾਂ ਆਈ ਐਮ ਟਾਕਿੰਗ ਅਬਾਊਟ ਅਰੇਂਜ ਮੈਰਿਜਸ, ਰਿਸ਼ਤਾ ਦੇਖ ਰਹੇ ਹੈ ਤਾਂ ਚਲੋ ਕੋਈ ਭੈਣ ਭਰਾ ਹੋਵੇ, ਸਿਬਲਿੰਗ ਹੋਵੇ ਤਾਂ ਵਧੀਆ ਹੈ, ਹਨਾ, ਚੰਗੀ ਗੱਲ ਹੈ, ਚਲੋ ਪਿੱਛੇ ਕੋਈ ਮਿਲਣ ਵਰਤਣ ਵਾਲਾ ਹੁੰਦਾ। ਜੱਟ ਪਰਿਵਾਰਾਂ ਚ ਉਲਟਾ, ਕੱਲੀ ਕੁੜੀ ਹੋਵੇ ਭੱਜ ਕੇ ਰਿਸ਼ਤਾ ਲੈਣਗੇ ਕਿਉਂਕਿ ਫੇਰ ਉਹਦੀ ਸਾਰੀ ਜ਼ਮੀਨ ਵੀ ਮਿਲੂਗੀ। ਤਾਂ ਮਤਲਬ ਉਹ ਇੱਕ ਡੀਲਿੰਗ ਦਾ ਜ਼ਰੀਆ ਰਹੀ ਹਮੇਸ਼ਾ ਕਿ ਜ਼ਮੀਨ ਕਿੱਧਰ ਜਾ ਰਹੀ ਹੈ, ਕਿੱਧਰ ਆ ਰਹੀ ਹੈ, ਬਟ ਉਹਦੀ ਲੇਬਰ ਕਦੇ ਇਕਨੋਲੇਜ ਨਹੀਂ ਹੋਈ ਤੇ ਉਹਨੂੰ ਇਕਨੋਮਿਕ ਫਰੀडम ਕਦੇ ਨਹੀਂ ਮਿਲੇਗੀ। ਤੇ ਜਿਹਦੇ ਕਰਕੇ ਮੈਨੂੰ ਲੱਗਦਾ ਕਿ ਇਸੇ ਕਰਕੇ ਪੰਜਾਬ ਚ ਜੈਂਡਰ ਕਹਿ ਲਓ ਜਿਹੜੀ ਅਜ਼ਰਸ਼ਨ ਹੈ, ਵੂਮਨ ਮੂਵਮੈਂਟ ਦੀ ਅਜ਼ਰਸ਼ਨ ਹੈ, ਕਿਤੇ ਨਾ ਕਿਤੇ ਉਹ ਵੀ ਡਿਲੇਡ ਰਹੀ। ਮਤਲਬ ਮੇਰੀ ਸਮਝ ਹੈ, ਮੈਂ ਗਲਤ ਹੋ ਸਕਦੀ ਹਾਂ ਜਾਂ ਕਹਿ ਲਓ ਵੀ ਕੁਝ ਸਹੀ ਹੋ ਸਕਦੀ ਹਾਂ, ਉਹਨੂੰ ਕੋਈ ਕਾਊਂਟਰ ਕਰ ਸਕਦਾ, ਬਟ ਮੈਂ ਸੱਚਮੁੱਚ ਸਮਝਦੀ ਹਾਂ ਕਿ ਦਿੱਕਤਾਂ ਨੇ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਸਾਨੂੰ ਕਲਚਰ ਦੇ ਨਾਮ ਤੇ, ਰਿਲੀਜਨ ਦੇ ਨਾਮ ਤੇ ਸਾਨੂੰ ਹਮੇਸ਼ਾ ਤੋਂ ਮਤਲਬ ਸਮਝਾਇਆ ਜਾਂਦਾ ਹੈ ਕਿ ਨਹੀਂ, ਜਿਹੜਾ ਤੁਸੀਂ ਵੀ ਗੱਲ ਕੀਤੀ, ਮੈਂ ਤੁਹਾਡੀ ਸ਼ਾਇਦ ਕੋਈ ਪੋਸਟ ਪੜ੍ਹੀ ਸੀ ਜਿਹਦੇ ਚ ਕਹਿੰਦੇ ਸੀ ਵੀ ਹਨਾ ਸਾਡਾ ਕਲਚਰ ਤਾਂ ਹਮੇਸ਼ਾ ਸਾਰਿਆਂ ਨੂੰ ਬਰਾਬਰ ਦਿੰਦਾ, ਸਾਡਾ ਰਿਲੀਜੀਅਸ ਕਲਚਰ ਬੇਸਿਕਲੀ ਸਾਰਿਆਂ ਨੂੰ ਬਰਾਬਰਤਾ ਦਿੰਦਾ ਹਨ,
ਤੇ ਤੁਸੀਂ ਕਿਹਾ ਸੀ ਵੀ ਅੱਛਾ ਇਦਾਂ ਦਾ ਕਲਚਰ ਜੇ ਕਿਤੇ ਐਗਜ਼ਿਸਟ ਕਰਦਾ ਤਾਂ ਬਹੁਤ ਵਧੀਆ ਨਾ। ਤੇ ਸੱਚਮੁੱਚ ਮਤਲਬ ਅਸੀਂ ਜਿਹੜੇ ਕਲਚਰ ਦੇ ਤੁਸੀਂ ਕਲਚਰਲ ਬਰਾਬਰੀ ਦੇ ਤੁਸੀਂ ਦਾਅਵੇ ਕਰਦੇ ਹੋ, ਅਸੀਂ ਉਸੇ ਕਲਚਰ 'ਚ ਹੀ ਵੱਡੇ ਹੋਏ ਆ। ਮੈਂ ਤਾਂ ਕੋਈ ਕਹਿ ਲਓ ਕੈਨੇਡਾ 'ਚ ਜੰਮੀ ਪਲੀ ਨਹੀਂ, ਮੈਂ ਤਾਂ ਪੰਜਾਬ ਦੇ ਵਿੱਚ ਜਮਾਂ ਠੇਠ ਮਲਵਈ ਏਰੀਆ 'ਚ ਮਾਨਸਾ ਜ਼ਿਲ੍ਹੇ 'ਚ ਜੰਮੀ ਪਲੀ ਆ, ਉਸੇ ਤੁਹਾਡੇ ਕਲਚਰ ਦਾ ਹਿੱਸਾ ਰਹੀ ਆ। ਮੈਨੂੰ ਦੱਸੋ ਕਿੱਥੇ ਬਰਾਬਰਤਾ ਮਿਲੀ ਹੈ ਸਾਨੂੰ, ਹਨਾ, ਜਿਹੜੀ ਬਰਾਬਰਤਾ ਦੀ ਤੁਸੀਂ ਗੱਲ ਕਰਦੇ ਹੋ। ਹੋਰ ਤਾਂ ਹੋਰ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਨਾ ਇੱਕ ਵਾਰੀ ਸਬਰੀਮਾਲਾ ਵਾਲਾ ਜਦੋਂ ਕੇਸ ਹੋਇਆ ਸੀ, ਲਾਸਟ ਈਅਰ ਦੀ ਗੱਲ ਹੈ, ਮੈਂ ਪੰਜਾਬੀ ਟ੍ਰਿਬਿਊਨ 'ਚ ਆਰਟੀਕਲ ਲਿਖਿਆ ਸੀਗਾ। ਤੇ ਮੈਂ ਉਦੋਂ ਉਹਦੇ 'ਚ ਮਤਲਬ ਮੁਸਲਿਮ ਦਰਗਾਹਾਂ ਦੇ ਉੱਤੇ, ਕਿਉਂਕਿ ਬੰਬੇ ਦੇ ਵਿੱਚ ਹਾਜੀ ਅਲੀ ਦਰਗਾਹ ਦਾ ਸਾਰਾ ਮਾਮਲਾ, ਉੱਥੇ ਜਿਹੜੀ ਮੁਸਲਿਮ ਔਰਤਾਂ ਦੀ ਐਗਜ਼ਰਸ਼ਨ ਸੀਗੀ ਦਰਗਾਹ ਦੇ ਅੰਦਰ ਐਂਟਰ ਕਰਨ ਦੀ, ਉਹ ਸਾਰੇ ਤੇ ਮੁੱਦੇ ਤੇ ਮੈਂ ਗੱਲ ਕੀਤੀ। ਸਬਰੀਮਾਲਾ ਟੈਂਪਲ ਦੇ ਮੈਂ ਸਾਰੀ ਗੱਲਬਾਤ ਕੀਤੀ। ਐਂਡ ਆਈ ਸਮਹਾਉ ਮਿਸਡ ਪੰਜਾਬ ਦਾ ਇੱਕ ਕੰਟੈਕਸਟ, ਬਿਕਾਜ਼ ਮੇਰਾ ਸਿੱਧਾ ਕਹਿ ਲਓ ਮੇਰਾ ਧਰਮ ਨਾਲ ਵਾਸਤਾ ਵੀ ਨਹੀਂ ਰਿਹਾ ਡਾਇਰੈਕਟ, ਕਿਉਂਕਿ ਮੈਂ ਸ਼ੁਰੂ ਤੋਂ ਮਤਲਬ ਕਹਿ ਲਓ ਅਥੀਸਟ ਰਹੀ ਹਾਂ, ਉਸ ਮਾਹੌਲ 'ਚ ਜੰਮੀ ਪਲੀ ਹਾਂ। ਤੇ ਦੂਜਾ ਗੱਲ ਇਹ ਵੀ ਹੁੰਦਾ ਵੀ ਬੀਇੰਗ ਐਫੀਲੀਏਟਡ ਵਿਦ ਲੈਫਟ, ਜਦੋਂ ਵੀ ਤੁਸੀਂ ਰਿਲੀਜਨ ਬਾਰੇ ਕੁਝ ਬੋਲੋ ਸਹੀ, ਮਤਲਬ ਸਾਰੇ ਭੱਜ ਕੇ ਥੋੜੇ ਉੱਤੇ ਚੜ ਜਾਣਗੇ ਵੀ ਮਤਲਬ ਜੇ ਤੁਸੀਂ ਨਹੀਂ ਹੈਗੇ ਧਰਮ ਦੇ ਤੁਹਾਨੂੰ ਤਾਂ ਹੱਕ ਵੀ ਕਿਹਨੇ ਦੇਤਾ ਬੋਲਣ ਦਾ, ਹਨਾ। ਮੈਂ ਜਿੰਨਾ ਚਿਰ ਮਤਲਬ ਮੁਸਲਿਮ ਧਰਮ ਤੇ ਬੋਲਦੀ ਰਵਾਂ ਜਾਂ ਕਹਿ ਲਓ ਹਿੰਦੂ ਤੇ ਬੋਲਦੀ ਰਵਾਂ, ਕੋਈ ਦਿੱਕਤ ਨਹੀਂ। ਤਾਂ ਮੈਂ ਉਹ ਆਰਟੀਕਲ ਲਿਖਿਆ ਤਾਂ ਆਈ ਮਿਸਡ ਦਿਸ ਥਿੰਗ। ਤਾਂ ਕਿਸੇ ਨੇ ਮੈਨੂੰ ਪੰਜਾਬ 'ਚ ਫੋਨ ਕਰਕੇ ਮੈਨੂੰ ਉਹਨਾਂ ਨੇ ਐਡੀਸ਼ਨ ਕਰਾਈ ਕਿ ਗੁੜੀਆ ਸ਼ਾਇਦ ਤੂੰ ਭੁੱਲ ਗਈ, ਕਹਿੰਦੇ ਉਦੋਂ ਤੂੰ ਛੋਟੀ ਹੋਣੀ, ਬਟ ਸਿੱਖ ਧਰਮ ਦੇ ਵਿੱਚ ਵੀ ਜਿਹੜਾ ਜਿੱਥੇ ਬਰਾਬਰਤਾ ਦੀ ਗੱਲ ਹੁੰਦੀ ਆ, ਉੱਥੇ ਵੀ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੁੜੀਆਂ ਦਾ ਇੱਕ ਜਥਾ ਸੀਗਾ, ਮਤਲਬ ਔਰਤਾਂ ਦਾ ਕੀਰਤਨ ਕਰਨ ਵਾਲਾ ਕੀਰਤਨੀ ਜਥਾ, ਉਹਨੂੰ ਕੀਰਤਨ ਨਹੀਂ ਸੀ ਕਰਨ ਦਿੱਤਾ ਗਿਆ, ਹਨਾ। ਮਤਲਬ ਤੁਸੀਂ ਇੱਕ ਪਾਸੇ ਉਸ ਰਿਲੀਜੀਅਸ ਕਹਿ ਲਓ ਬਰਾਬਰਤਾ ਦੀ ਗੱਲ ਕਰਦੇ ਹੋ, ਜਿਹੜੀ ਤੁਸੀਂ ਵੀ ਹਾਲੇ ਤੱਕ ਦਿੱਤੀ ਨਹੀਂ। ਅਸੀਂ ਨਹੀਂ ਕਹਿੰਦੇ ਵੀ ਉਹ ਲਿਖੀ ਨਹੀਂ ਗਈ, ਉਹ ਲਿਖੀ ਗਈ ਹੈ, ਉਹ ਐਗਜ਼ਿਸਟ ਕਰਦੀ ਆ, ਮਤਲਬ ਆਈਡੀਓਲੋਜੀਕਲੀ ਉਹ ਐਗਜ਼ਿਸਟ ਕਰਦੀ ਹੈ ਇੱਕ ਲੈਵਲ ਤੇ, ਬਟ ਤੁਸੀਂ ਵੀ ਜਿਹੜੇ ਅੱਗੇ ਉਹਦੇ ਠੇਕੇਦਾਰ ਬਣੇ ਹੋਏ ਹੋ, ਤੁਸੀਂ ਵੀ ਦਿੱਤੀ ਨਹੀਂ ਨਾ। ਇਸ ਕਰਕੇ ਸਾਡੇ ਕੋਲੇ ਹੱਕ ਹੈ ਉਹਨਾਂ ਚੀਜ਼ਾਂ ਨੂੰ ਚੈਲੰਜ ਕਰਨ ਦਾ। ਤੇ ਅਸੀਂ ਜੇ ਬੋਲ ਰਹੇ ਹਾਂ, ਅਸੀਂ ਆਪਦੇ ਫਸਟ ਹੈਂਡ ਐਕਸਪੀਰੀਅੰਸਸ ਚੋਂ ਬੋਲ ਰਹੇ ਹਾਂ, ਅਸੀਂ ਸੁਣੀਆਂ ਸੁਣਾਈਆਂ ਨਹੀਂ। ਮਤਲਬ ਮੈਨੂੰ ਕੋਈ ਹਿੰਦੂ ਰਿਲੀਜਨ ਤੋਂ ਜਾਂ ਕਹਿ ਲਓ ਬੰਬੇ ਤੋਂ ਜਿਹੜੇ ਹਾਜੀ ਅਲੀ ਲਈ ਲੜ ਰਹੇ, ਉਹ ਮੈਨੂੰ ਕਹਿਣ, ਮੈਨੂੰ ਫਿਰ ਵੀ ਸਮਝ ਆਉਂਦਾ, ਬਟ ਮਤਲਬ ਹਾਊ ਕੈਨ ਯੂ ਸੇ ਦਿਸ, ਬਿਕਾਜ਼ ਮੈਂ ਉੱਥੇ ਹੀ ਜੰਮੀ ਪਲੀ ਹਾਂ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਨਾ ਮੈਨੂੰ ਹੋਰ ਲੱਗਦਾ ਹੁੰਦਾ ਕਿ ਪੰਜਾਬ 'ਚ ਇੱਕ ਬਹੁਤ ਹੀ ਐਂਟੀ ਬੀਜੇਪੀ, ਐਂਟੀ ਰਾਈਟ ਵਿੰਗ ਸੈਂਟੀਮੈਂਟ ਹੈ, ਹਨਾ। ਉੱਥੇ ਤੱਕ ਤਾਂ ਠੀਕ ਹੈ, ਇਹਨਾਂ ਨੂੰ ਕੋਈ ਦਿੱਕਤ ਨਹੀਂ, ਤੁਸੀਂ ਰਾਈਟ ਨੂੰ ਗਾਲਾਂ ਕੱਢੋ। ਬਟ ਜਦੋਂ ਤੁਸੀਂ ਕਹਿ ਲਓ ਕਲਚਰਲ ਮਤਲਬ ਮਹਾਨਤਾ ਦੀ ਜਾਂ ਰਿਲੀਜੀਅਸ ਮਹਾਨਤਾ ਦੀ ਗੱਲ ਕਰਦੇ ਹੋ, ਤੁਸੀਂ ਵੀ ਸੇਮ ਰਾਈਟ ਵਿੰਗ ਐਕਸਕਿਊਜ਼ ਦੇ ਰਹੇ ਹੋ। ਬੀਜੇਪੀ ਕੀ ਕਰ ਰਿਹਾ? ਬੀਜੇਪੀ ਇਹੀ ਕਹਿ ਰਿਹਾ ਨਾ ਕਿ ਹਿੰਦੂ ਮੈਥੋਲੋਜੀ ਬਹੁਤ ਮਹਾਨ ਹੈ, ਸਾਡੀ ਸੰਸਕ੍ਰਿਤੀ ਬਹੁਤ ਮਹਾਨ ਹੈ, ਹਨਾ, ਉਹਦੇ 'ਚ ਤਾਂ ਏਦਾਂ ਦਾ ਕੁਝ ਪਿਆ ਹੀ ਨਹੀਂਗਾ। ਤੇ ਜਦੋਂ ਤੁਸੀਂ ਕਹਿ ਲਓ ਜਿਹੜੀਆਂ ਡਾਇਸੈਂਟ ਵੌਇਸਿਸ ਆ ਉਹਨਾਂ ਨੂੰ ਦਬਾਉਣ ਲਈ ਕਲਚਰ ਦਾ ਐਕਸਕਿਊਜ਼ ਦਿੰਦੇ ਹੋ, ਰਿਲੀਜਨ ਦੀ ਮਹਾਨਤਾ ਦਾ, ਸੰਸਕ੍ਰਿਤੀ ਦੀ ਮਹਾਨਤਾ ਦਾ ਐਕਸਕਿਊਜ਼ ਦਿੰਦੇ ਹੋ, ਮਤਲਬ ਤੁਸੀਂ ਵੀ ਉਹੀ ਰਾਈਟ ਵਿੰਗ ਟੈਪ ਯੂਜ਼ ਕਰ ਰਹੇ ਹੋ। ਤਾਂ ਇਹ ਮਤਲਬ ਇਹ ਮੋਟੇ ਮੁੱਦੇ ਮੈਨੂੰ ਲੱਗਦਾ ਇਕਨੋਮਿਕ ਫਰੀडम ਤੋਂ ਆਪਾਂ ਸੋਸ਼ਲ ਫਰੀडम ਦੇ ਵਿੱਚ ਵੀ ਵੈਰੀ ਅੱਗੇ ਪਾਸ ਔਨ ਕਰ ਗਏ। ਗੱਲ ਉਹੀ ਹੈ ਕਿ ਤੁਸੀਂ ਇਹਨਾਂ ਸਾਰੇ ਮੁੱਦਿਆਂ ਨੂੰ ਕੱਲਾ ਕਰਕੇ ਕਿ ਹਾਂ ਆਹ ਪੁਆਇੰਟ ਨੇ ਜਿਹੜੇ ਸਿਰਫ ਇਸ ਹੈਡ ਦੇ ਥੱਲੇ ਆਉਣਗੇ, ਉਹ ਅਸੀਂ ਨਹੀਂ ਕਰ ਸਕਦੇ। ਮਤਲਬ ਇਹ ਸਾਰੀਆਂ ਚੀਜ਼ਾਂ ਇੰਨੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਕਿ ਗੱਲਬਾਤ ਕਰਦੇ ਤੁਹਾਨੂੰ ਸਾਈਮਲਟੇਨੀਅਸਲੀ ਇਹਨਾਂ ਮੁੱਦਿਆਂ ਨੂੰ ਛੇੜਨਾ ਹੀ ਪੈਂਦਾ। ਇੱਕ ਜਿਹੜੀ ਤੁਸੀਂ ਵਿੱਚ ਗੱਲ ਕੀਤੀ ਨਾ, ਜਿਹੜੀ ਆਖਿਰ 'ਚ ਬੋਲੀ ਹੈ ਕਿ ਪੰਜਾਬ 'ਚ ਐਂਟੀ ਰਾਈਟ ਵਿੰਗ ਤੇ ਐਂਟੀ ਐਸਟੈਬਲਿਸ਼ਮੈਂਟ ਬਹੁਤ ਵੱਡਾ ਸੈਂਟੀਮੈਂਟ ਰਿਹਾ। ਉਹਦਾ ਇੱਕ ਕਾਰਨ ਤਾਂ ਇਹੀ ਹੈ ਕਿ ਪੰਜਾਬ ਨਾਲ ਜਿਸ ਤਰ੍ਹਾਂ ਦਾ ਟ੍ਰੀਟਮੈਂਟ ਹੋਇਆ, ਪਰ ਦੂਜਾ ਮੈਨੂੰ ਇਹ ਵੀ ਲੱਗਦਾ ਕਿ ਪੰਜਾਬ ਦੀ ਜਿਹੜੀ ਮੈਸਕੂਲਿਨਿਟੀ, ਜਿਹੜੀ ਮਰਦਾਨਗੀ ਹੈ, ਉਹ ਵੀ ਆਪਣੇ ਆਪ ਨੂੰ ਬਹੁਤ ਕਿਸੇ ਮਤਲਬ ਇੱਕ ਤਰ੍ਹਾਂ ਕਿਸੇ ਵੱਡੀ ਐਸਟੈਬਲਿਸ਼ਮੈਂਟ ਦੇ ਸੱਤਾ ਦੇ ਵਿਰੋਧ 'ਚ ਖੜਾ ਕਰਕੇ ਦੇਖਦੀ ਹੈ। ਤੇ ਉਹ ਮੈਸਕੂਲਿਨਿਟੀ 'ਚ ਦਰਅਸਲ ਅਸੀਂ ਇਹਨੇ ਭੁੱਲ ਜਾਂਦੇ ਹਾਂ ਕਿ ਅਸੀਂ ਭੁੱਲ ਜਾਂਦੇ ਹਾਂ ਅਸੀਂ ਆਪਣੇ ਪਰਿਵਾਰਾਂ ਅੰਦਰ, ਆਪਣੀਆਂ ਜਥੇਬੰਦੀਆਂ ਅੰਦਰ ਕੀ ਕਰ ਰਹੇ ਹਾਂ, ਆਪਣੇ ਘਰਾਂ ਅੰਦਰ ਕੀ ਕਰ ਰਹੇ ਹਾਂ। ਤੇ ਫਿਰ ਉਹ ਇੱਕ ਤਰ੍ਹਾਂ ਦੀ ਜਸਟੀਫਿਕੇਸ਼ਨ ਬਣ ਜਾਂਦੀ ਹੈ ਕਿ ਮੈਂ ਤਾਂ ਬਈ ਸੀਏ ਐਨਆਰਸੀ ਤੇ ਪ੍ਰੋਟੈਸਟ ਤੇ ਗਿਆ ਸੀਗਾ, ਮੈਂ ਉੱਥੇ ਲੜਿਆ ਸੀ, ਮੈਂ ਕਾਸਟ ਦੇ ਖਿਲਾਫ ਬੋਲਿਆ ਸੀ, ਮੈਂ ਧਰਨਾ ਲਾਇਆ ਸੀ, ਤੁਸੀਂ ਮੈਨੂੰ ਕਿਵੇਂ ਕਹਿ ਸਕਦੇ ਹੋ ਕਿ ਮੈਂ ਪੇਟਰੀਆਰਕਲ ਹਾਂ? ਫਿਰ ਸਵਾਲ ਇਸ ਤਰ੍ਹਾਂ ਬਣ ਕੇ ਆਉਂਦਾ ਹੈ ਕਿ ਇੱਕ ਤਰ੍ਹਾਂ ਨਾ ਮਤਲਬ ਇਹ ਬਹੁਤ ਅਦਰਵਾਈਜ਼ ਇਹ ਗੱਲ ਸਹਿਜ ਹੋਣੀ ਚਾਹੀਦੀ ਹੈ, ਸਮਝਣ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਅਦਰਵਾਈਜ਼ ਆਪਾਂ ਆਰਗੇਨਾਈਜੇਸ਼ਨਸ 'ਚ ਦੇਖਦੇ ਹਾਂ ਜਾਂ ਅਦਰਵਾਈਜ਼ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਮਾਜ 'ਚ ਇਨਸਾਨ ਵੱਡਾ ਹੋਇਆ, ਪਲਿਆ, ਵਧਿਆ, ਉਸ ਸਮਾਜ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਅੰਦਰ ਆਉਣਗੀਆਂ। ਆਰਗੇਨਾਈਜੇਸ਼ਨ 'ਚ ਆਉਣਾ, ਸਮਾਜ ਬਾਰੇ ਸੋਚਣਾ, ਲਿਖਣਾ, ਪੜ੍ਹਨਾ ਤੁਹਾਨੂੰ
ਸਿਖਾਉਂਦਾ ਹੈ ਕਿ ਤੁਸੀਂ ਉਹਨਾਂ ਸਾਰੀਆਂ ਸਿੱਖੀਆਂ ਹੋਈਆਂ ਚੀਜ਼ਾਂ ਨੂੰ ਅਨਲਰਨ ਕਰੋ। ਤੁਸੀਂ ਉਹਨਾਂ ਨੂੰ ਦੁਬਾਰਾ ਤੋਂ ਸਾਰੇ ਸਵਾਲਾਂ ਨੂੰ ਪੁੱਛੋ, ਉਹਨਾਂ ਨੂੰ ਦੁਬਾਰਾ ਆਪਣੇ ਆਪ ਨੂੰ ਇੱਕ ਤਰ੍ਹਾਂ ਨਵੇਂ ਸਿਰੇ ਤੋਂ ਬਣਾਓ, ਆਪਣੀ ਸਾਰੀ ਆਈਡੀਓਲੋਜੀ ਨੂੰ, ਆਪਣੇ ਵਿਚਾਰਾਂ ਨੂੰ। ਤੇ ਉਹਦੇ ਵਿੱਚ ਜਿਹੜੀ ਅੰਦਰ ਤੁਹਾਡੇ ਭੰਨ ਤੋੜ ਹੋਣੀ ਹੈ, ਉਹ ਹਰ ਲੈਵਲ ਤੇ ਹੋਣੀ ਹੈ। ਉਹ ਸਿਰਫ ਇਹ ਕਹਿ ਕੇ ਨਹੀਂ ਸੱਚ ਸਕਦਾ ਨਾ ਕਿ ਮੈਂ ਕਿਉਂਕਿ ਇੱਕ ਧਰਨਾ ਲਾ ਲਿਆ ਸੀ, ਜਾਂ ਮੈਂ ਕਿਉਂਕਿ ਜ਼ਮੀਨ ਦੀ ਬਰਾਬਰ ਵੰਡ ਦੇ ਹੱਕ ਵਿੱਚ ਆ, ਤਾਂ ਇਹਦਾ ਮਤਲਬ ਮੈਂ ਪੇਟਰੀਆਰਕਲ ਨਹੀਂ ਰਿਹਾ ਹੁਣ। ਉਹ ਸਾਰੀਆਂ ਚੀਜ਼ਾਂ ਆਪਣੇ ਅੰਦਰ ਭੰਨ ਤੋੜ ਜਿਹੜੀ ਹੈ ਉਹ ਜੈਂਡਰ ਦੇ ਮਸਲੇ ਤੇ ਵੀ ਕਰਨੀ ਪਏਗੀ। ਜਿਹੜਾ ਤੁਸੀਂ ਲਿੰਗਵਾਦੀ ਹੋ, ਜਾਤੀਵਾਦੀ ਹੋ, ਜਮਾਤੀ ਹੋ, ਕਿਸੇ ਵੀ ਤਰ੍ਹਾਂ ਦੇ ਹੋ, ਹਰ ਲੈਵਲ ਤੇ, ਚਾਹੇ ਤੁਸੀਂ ਹੋਮੋਫੋਬਿਕ ਹੋ। ਇਹ ਵੀ ਬਹੁਤ ਵੱਡਾ ਟ੍ਰੈਂਡ ਹੈ ਕਿ ਪੰਜਾਬ ਦੀ ਆਰਗੇਨਾਈਜੇਸ਼ਨ ਚ, ਕਲਚਰ ਚ ਹੋਮੋਫੋਬੀਆ ਬਹੁਤ ਹੀ ਜ਼ਿਆਦਾ ਮਤਲਬ ਭਰਿਆ ਪਿਆ, ਤੇ ਉਹ ਡਿਫੈਂਸ ਵੀ ਜਿਹੜਾ ਹੈ ਉਹ ਸਾਰੀ ਲੈਫਟ ਆਈਡੀਓਲੋਜੀ ਤੋਂ ਹੀ ਲੈਂਦੇ ਨੇ। I mean anyway, ਅੱਜ ਦਾ ਆਪਣਾ ਟੌਪਿਕ ਨਹੀਂ ਹੈ, ਬਟ I really wanted to add ਕਿ ਮੈਸਕੁਲਿਨਿਟੀ ਇੰਨਾ ਥ੍ਰੈਟਨ ਕਰਦੀ ਹੈ ਦਰਅਸਲ, ਇੰਨੀ ਕੁ ਖਤਰਨਾਕ ਚੀਜ਼ ਹੈ ਸਾਡੇ ਲਈ, ਜਦੋਂ ਅਸੀਂ ਜਥੇਬੰਦੀਆਂ 'ਚ, ਜਦੋਂ ਅਸੀਂ ਪੋਲੀਟੀਕਲ ਕੰਮ ਵੀ ਕਰ ਰਹੇ ਹਾਂ ਉਦੋਂ ਵੀ, ਕਿਉਂਕਿ ਉਹ ਦਰਅਸਲ ਸਾਨੂੰ ਇੱਕ ਤਰ੍ਹਾਂ ਬਿਨਾਂ ਕਿਸੇ ਐਕਚੁਅਲ ਬੇਸ ਤੋਂ ਆਪਣੇ ਉੱਤੇ ਮਾਣ ਕਰਨ ਦਾ ਇੱਕ ਜ਼ਰੀਆ ਦੇ ਦਿੰਦੀ ਹੈ। ਤੇ ਉਹ ਮਾਣ ਕਰਦੇ ਹੋਏ ਅਸੀਂ ਆਪਣੇ ਆਪ ਨੂੰ ਦੁਬਾਰਾ ਹਲੀਮੀ ਸਿਖਾਉਣਾ, ਦੁਬਾਰਾ ਸਿੱਖਣਾ, ਉਹ ਸਾਰਾ ਕੁਝ ਭੁੱਲ ਜਾਂਦੇ ਆ। ਫਿਰ ਉਹ ਸਾਡੇ ਲਈ ਮੈਟਰ ਨਹੀਂ ਕਰਦਾ। ਤੇ ਇਹ ਜਿਹੜਾ ਰਿਸ਼ਤਾ ਹੈ, ਇਹਨੂੰ ਸਮਝਣ ਦੀ ਵੀ ਮਤਲਬ ਹੋਰ ਜ਼ਿਆਦਾ ਐਕਸਪਲੋਰ ਕਰਨ ਦੀ, ਫੋਲਡ ਕਰਨ ਦੀ ਲੋੜ ਹੈ। ਤੇ ਇੱਕ ਦੂਸਰੀ ਗੱਲ ਜਿਹੜੀ ਤੁਸੀਂ ਬੋਲੇ, ਉਹ ਵੀ ਮੈਨੂੰ ਬਹੁਤ ਇੰਟਰਸਟਿੰਗ ਤੇ ਇੰਪੋਰਟੈਂਟ ਲੱਗੀ, ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੀ ਡਿਵੀਜ਼ਨ ਆਫ ਲੇਬਰ ਹੈ ਘਰਾਂ ਦੇ ਅੰਦਰ ਹੁੰਦੀ ਹੈ, ਕਿ ਜਿਵੇਂ ਜੱਟ ਪਰਿਵਾਰਾਂ 'ਚ ਜਿਹੜੀ ਔਰਤ ਹੈ ਉਹ ਕਿੰਨੀ ਦੇਰ ਕੰਮ ਕਰ ਰਹੀ ਹੈ, ਕਿੰਨਾ ਜ਼ਿਆਦਾ ਕੰਮ ਕਰ ਰਹੀ ਹੈ, ਪਰ ਕਦੇ ਉਹਦੇ ਕੰਮ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ, ਉਹਦੇ ਕੰਮ ਨੂੰ ਕਦੇ ਵੀ ਪ੍ਰਮਾਣਤਾ ਨਹੀਂ ਮਿਲਦੀ ਕਿ ਇਹ ਵੀ ਇੱਕ ਤਰ੍ਹਾਂ ਦਾ ਕੰਮ ਹੈ। ਹੁਣ ਜੇ ਇਹਨੂੰ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੋਵੇ ਤਾਂ ਇਹ ਕਿੰਨੀ ਵੱਡੀ ਚੋਰੀ ਹੈ ਇੱਕ ਤਰ੍ਹਾਂ। ਤੇ ਇਹ ਸਿਰਫ ਇੱਥੇ ਨਹੀਂ ਹੋ ਰਹੀ, ਸਿਰਫ ਜੱਟ ਪਰਿਵਾਰਾਂ 'ਚ ਜਾਂ ਸਿਰਫ ਘਰਾਂ 'ਚ ਨਹੀਂ ਹੋ ਰਹੀ। ਇਹ ਚੋਰੀ ਜੇ ਤੁਸੀਂ ਪੂਰੇ ਪੂੰਜੀਵਾਦੀ ਸਿਸਟਮ ਨੂੰ ਵੀ ਦੇਖੋ, ਉੱਥੇ ਵੀ ਤਾਂ ਹੋ ਰਹੀ ਹੈ ਨਾ। ਜੇ ਕੋਈ ਮਜ਼ਦੂਰ ਕਿਸੇ ਫੈਕਟਰੀ 'ਚ ਕੰਮ ਕਰ ਰਿਹਾ, ਉਹ ਕੱਪੜੇ ਪਾ ਰਿਹਾ ਹੈ, ਉਹ ਬਰਤਨ ਯੂਜ਼ ਕਰ ਰਿਹਾ, ਉਹ ਸਾਈਕਲ ਯੂਜ਼ ਕਰ ਰਿਹਾ, ਉਹ ਉੱਠ ਰਿਹਾ, ਉਹ ਨਹਾ ਰਿਹਾ, ਧੋ ਰਿਹਾ, ਸਾਰਾ ਕੁਝ ਕਰ ਰਿਹਾ। ਉਹਦੀ ਜ਼ਿੰਦਗੀ ਦਾ, ਉਹਦੀ ਬਾਡੀ ਦਾ, ਉਹਦੀ ਦੇਹ ਦਾ, ਉਹਦੇ ਕੰਮ ਦਾ, ਜਿਹੜੇ ਉਹ ਕੱਪੜੇ ਪਾਉਂਦਾ ਹੈ, ਜਿਹੜੇ ਉਹ ਬਰਤਨ ਯੂਜ਼ ਕਰਦਾ ਹੈ, ਉਹ ਸਾਰੀ ਚੀਜ਼ਾਂ ਨੂੰ ਮੇਨਟੇਨ ਕੌਣ ਕਰਦਾ ਹੈ? ਉਹ ਸਾਰੀ ਲੇਬਰ ਕਿੱਥੇ ਹੈ? ਉਹ ਸਾਰੀ ਜਿਹੜੀ ਕਿਰਤ ਹੈ ਉਹ ਘਰੇ ਬੈਠੀ ਔਰਤ ਕਰ ਰਹੀ ਹੈ। ਤੇ ਉਹ ਕਿਰਤ ਕਦੇ ਵੀ ਪੂੰਜੀਵਾਦੀ ਜਿਹੜਾ ਸਿਸਟਮ ਹੈ, ਜਿਹੜਾ ਢਾਂਚਾ, ਉਹ ਕਦੇ ਕਾਊਂਟ ਹੀ ਨਹੀਂ ਕਰਦਾ। ਜਿਹੜੀ ਇੱਕ ਮੇਨ ਡਿਮਾਂਡ ਸਗੋਂ ਮਾਰਕਸਿਸਟ ਸਟਰਗਲਸ ਚੋਂ ਬਾਕੀ ਦੁਨੀਆ 'ਚ ਡਿਵੈਲਪ ਹੋਈ ਹੈ, ਉਹ ਇਹੀ ਹੋਈ ਹੈ ਕਿ ਇਹ ਜਿਹੜੀ ਲੇਬਰ ਹੈ, ਜਿਹੜੀ ਕਿਰਤ ਹੈ, ਜਿਹੜੀ ਔਰਤ ਕਰ ਰਹੀ ਹੈ ਘਰ 'ਚ ਟ੍ਰੈਡੀਸ਼ਨਲੀ, ਉਸ ਲੇਬਰ ਦਾ ਮੁੱਲ ਵੀ, ਜਿਹੜੀ ਇਨਕਮ ਮਿਲਦੀ ਹੈ, ਜਿਹੜੀ ਨੌਕਰੀ ਦੇ ਜਿਹੜੇ ਪੈਸੇ ਮਿਲਦੇ ਨੇ ਮਜ਼ਦੂਰ ਨੂੰ, ਉਹਦੇ ਵਿੱਚ ਕਾਊਂਟ ਹੋਣੀ ਚਾਹੀਦੀ ਹੈ। ਤੇ ਉਹ ਨਾ ਤਾਂ ਉਹ ਮਜ਼ਦੂਰ ਕਾਊਂਟ ਕਰ ਰਿਹਾ ਤੇ ਨਾ ਉਹ ਪੂੰਜੀਵਾਦੀ ਕਾਊਂਟ ਕਰ ਰਿਹਾ। ਪਰ ਇਹਦਾ ਬੈਨੀਫਿਟ ਕਿਹਨੂੰ ਹੋ ਰਿਹਾ? ਇਹਦਾ ਫਾਇਦਾ ਤਾਂ ਅਲਟੀਮੇਟਲੀ ਉਸੇ ਨੂੰ ਹੋ ਰਿਹਾ ਨਾ ਜੋ ਦੋਨਾਂ ਨੂੰ ਲੁੱਟ ਰਿਹਾ। ਉਹ ਔਰਤ ਨੂੰ ਲਗਾਤਾਰ ਫੀਲ ਕਰਵਾਇਆ ਜਾ ਰਿਹਾ ਕਿ ਤੇਰੀ ਤਾਂ ਡਿਊਟੀ ਹੈ ਇਹ ਕਰਨਾ, ਤੂੰ ਤਾਂ ਮਤਲਬ ਪੈਦਾ ਹੀ ਇਸ ਲਈ ਇੱਕ ਤਰ੍ਹਾਂ ਹੋਈ ਹੈ ਕਿ ਹੁਣ ਆਬਵੀਅਸਲੀ ਮਤਲਬ ਆਪਣੇ ਆਪ ਤੇ ਇੱਕ ਤਰ੍ਹਾਂ ਨਾ ਮਾਣ ਵੀ ਔਰਤਾਂ ਮਹਿਸੂਸ ਕਰਨ ਲੱਗ ਪੈਂਦੀਆਂ ਨੇ। ਇੰਨਾ ਮਤਲਬ ਤੁਹਾਡੇ ਤੋਂ ਖੋਇਆ ਗਿਆ ਤੁਹਾਡਾ ਆਪਣਾ ਬੋਡੀ ਤੇ ਆਪਣੀ ਕਿਰਤ ਤੇ ਕੋਈ ਅਧਿਕਾਰ ਨਹੀਂ, ਤੇ ਉਹ ਨਾ ਅਧਿਕਾਰ ਜਿਹੜਾ ਹੋਣਾ ਉਸੇ ਨੂੰ ਮਾਣ ਬਣਾ ਲਿਆ ਜਾਂਦਾ, ਉਹ ਹੀ ਇੱਕ ਤਰ੍ਹਾਂ ਮਾਣ ਦਾ ਚੋਗਾ ਬਣ ਜਾਂਦਾ ਹੈ। ਤੇ ਉਹਦਾ ਜਿਹੜਾ ਅਲਟੀਮੇਟ ਜਿਹੜਾ ਬੈਨੀਫਿਟ ਹੈ ਉਹ ਤਾਂ ਆਬਵੀਅਸਲੀ ਉਸੇ ਸਰਕਾਰ ਨੂੰ, ਉਸੇ ਸਿਸਟਮ ਨੂੰ ਹੋ ਰਿਹਾ ਹੈ ਜਿਹਦੇ ਖਿਲਾਫ ਤੁਸੀਂ ਜਾ ਕੇ ਧਰਨਾ ਲਾਉਣਾ ਚਾਹੁੰਦੇ ਹੋ, ਜਿਹਦੇ ਖਿਲਾਫ ਤੁਸੀਂ ਆਵਾਜ਼ ਉਠਾਉਣਾ ਚਾਹੁੰਦੇ ਹੋ। ਸੋ ਇਸ ਕਰਕੇ ਜੈਂਡਰ ਜਿਹੜਾ ਸਵਾਲ ਹੈ ਨਾ, ਇਹ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਹੈ, ਚਾਹੇ ਉਹ ਲੇਬਰ ਦੀ ਰਿਪਰੋਡਕਸ਼ਨ ਦਾ ਹੋਵੇ ਜਿਹੜੀ ਮੈਂ ਗੱਲ ਕਰ ਰਹੀ ਹਾਂ, ਤੇ ਦੂਸਰਾ ਅੱਜ ਕੱਲ ਤਾਂ ਫੈਮਿਨਾਈਜੇਸ਼ਨ ਆਫ ਲੇਬਰ ਵੀ ਇੰਨੀ ਬੁਰੀ ਤਰ੍ਹਾਂ ਵੱਧ ਗਈ ਹੈ। ਮਤਲਬ ਹਰ ਜਗ੍ਹਾ ਤੁਸੀਂ ਦੇਖਦੇ ਹੋ, ਹੁਣ ਪੰਜਾਬ ਬੇਸ਼ੱਕ ਇੱਕ ਖੇਤੀ ਪ੍ਰਧਾਨ ਦੇਸ਼ ਰਿਹਾ, ਮਤਲਬ ਪ੍ਰਾਂਤ ਰਿਹਾ, ਤੇ ਇੱਕ ਲੈਵਲ ਤੇ ਹੁਣ ਵੀ ਹੈ, ਪਰ ਐਟ ਦ ਸੇਮ ਟਾਈਮ ਜਿਹੜੀ ਇੰਡਸਟਰੀਅਲ ਡਿਵੈਲਪਮੈਂਟ ਹੋ ਰਹੀ ਹੈ, ਉਹ ਇੰਡੀਆ 'ਚ ਇਸ ਲੈਵਲ ਦੀ ਹੋ ਰਹੀ ਹੈ ਕਿ ਉਹਦੇ ਵਿੱਚ ਅਨਆਰਗੇਨਾਈਜ਼ਡ ਲੇਬਰ ਬਹੁਤ ਜ਼ਿਆਦਾ ਹੈ। ਹੁਣ ਤੁਸੀਂ ਇਹ ਤਾਂ ਚਾਹੁੰਦੇ ਨਹੀਂ ਕੈਪੀਟਲਿਸਟ ਪੂੰਜੀਵਾਦੀ, ਇਹ ਤਾਂ ਕਿ ਵੱਡੀ ਵੱਡੀ ਫੈਕਟਰੀਆਂ ਹੋਣ ਤੇ ਉਹਨਾਂ ਵਿੱਚ ਮਜ਼ਦੂਰ ਆਪਸ 'ਚ ਕੰਮ ਕਰਨ ਤੇ ਉਹਨਾਂ ਨੂੰ ਸਾਰੇ ਬੈਨੀਫਿਟ ਦੇਣੇ ਪੈਣ, ਟ੍ਰੇਡ ਯੂਨੀਅਨਸ ਬਣਨ, ਇਹ ਸਭ ਤਾਂ ਨਹੀਂ ਨਾ ਹੋ ਰਿਹਾ। ਟ੍ਰੇਡ ਯੂਨੀਅਨਸ ਤੇ ਪਹਿਲਾਂ ਹੀ ਬਹੁਤ ਅਟੈਕ ਹੋ ਰਿਹਾ, ਉਹ ਅਸੀਂ ਟ੍ਰੇਡ ਯੂਨੀਅਨ ਲਾਅ ਜਿਹੜੇ ਅਮੈਂਡਮੈਂਟ ਸਾਰੇ ਨੇ ਉਹਨਾਂ 'ਚ ਵੀ ਦੇਖ ਰਹੇ ਹਾਂ। ਉਹਦੇ ਨਾਲ ਵੱਧ ਇਹ ਰਿਹਾ ਕਿ ਜਿੰਨੀ ਵੀ ਲੇਬਰ ਐਗਜ਼ਿਸਟ ਕਰਦੀ ਹੈ ਉਹਦੇ ਵਿੱਚ ਫੈਮਿਨਾਈਜੇਸ਼ਨ ਹੋ ਰਹੀ ਹੈ। ਮਤਲਬ ਉਹਦਾ ਇੱਕ ਤਰ੍ਹਾਂ ਦਾ, ਉਹਨੂੰ ਇੱਕ ਤਰ੍ਹਾਂ ਦੀ ਨਾਰੀ ਦੀ ਲੇਬਰ ਦੇ ਥਰੂ, ਨਾਰੀ ਦੀ ਕਿਰਤ ਹੈ ਜਿਹੜੀ, ਉਹਦਾ ਰੂਪ ਦਿੱਤਾ ਜਾ ਰਿਹਾ ਹੈ। ਤੇ ਨਾਰੀ ਦੀ ਕਿਰਤ ਕੀ ਹੈ ਕਿ ਉਹ ਘਰੇ ਬੈਠੇਗੀ, ਘਰੇ ਬਹਿ ਕੇ ਘਰ ਦੇ ਮਾਹੌਲ ਦੇ ਅੰਦਰ ਕੰਮ ਕਰੇਗੀ, ਉਹਦੇ ਘੰਟੇ ਨਹੀਂ ਤੈਅ ਹੋਣਗੇ, ਉਹਦੀ ਤਨਖਾਹ ਨਹੀਂ ਤੈਅ ਹੋਵੇਗੀ, ਉਹਦੇ ਕੰਮ ਦੀ ਕੋਈ ਇਸ ਤਰ੍ਹਾਂ ਦੀ ਐਕਨੋਲੇਜਮੈਂਟ ਨਹੀਂ ਹੋਵੇਗੀ, ਉਹਨੂੰ ਕੋਈ ਸਿਹਤ ਦੇ ਬੈਨੀਫਿਟ ਨਹੀਂ ਮਿਲਣਗੇ, ਕੋਈ ਪਰਮਾਨੈਂਟ ਨੌਕਰੀ ਨਹੀਂ ਹੋਵੇਗੀ। ਤੇ ਇਹ ਸਾਰਾ ਕੁਝ ਜਿਹੜਾ ਆਊਟਸੋਰਸ ਕੀਤਾ ਜਾ ਰਿਹਾ ਹੁਣ, ਇਹ ਆਊਟਸੋਰਸਿੰਗ, ਨਾਲੇ ਉਹ ਸੰਗਠਿਤ ਨਹੀਂ ਹੋ ਸਕੂਗੀ, ਉਹ ਸੰਗਠਿਤ ਨਹੀਂ ਹੋ ਸਕੇਗੀ। ਹੁਣ ਦੇਖੋ ਇਹ ਸਾਰਾ ਜਿਹੜਾ ਹੈ, ਇਹ ਕਿਉਂ ਪੂੰਜੀਵਾਦੀ ਕੋਈ ਵੀ ਸਿਸਟਮ ਹੈ ਜਿਹੜਾ, ਉਹ ਕਿਉਂ ਇਸ ਤਰ੍ਹਾਂ ਦਾ ਢਾਂਚਾ, ਇਸ ਤਰ੍ਹਾਂ ਦੀ ਜਿਹੜਾ ਲੇਬਰ ਨੂੰ ਨਾਰੀ ਦਾ ਰੂਪ ਦੇਣਾ ਜਾਂ ਨਾਰੀਤਵ ਦਾ ਰੂਪ ਦੇਣਾ ਕਿਉਂ ਦੇ ਪਾ ਰਿਹਾ ਹੈ?
ਕਿਉਂਕਿ ਅਸੀਂ ਆਪਣੇ ਘਰਾਂ 'ਚ ਵੀ ਮੰਨ ਕੇ ਬੈਠੇ ਹਾਂ ਕਿ ਔਰਤ ਬਾਹਰ ਨਹੀਂ ਜਾਏਗੀ, ਔਰਤ ਬਾਹਰ ਦਾ ਕੰਮ ਨਹੀਂ ਕਰੇਗੀ। ਹੁਣ ਜੇ ਇਹ ਰਿਸ਼ਤਾ ਸਮਝ ਆਉਣ ਲੱਗ ਜੇ ਆਪਾਂ ਨੂੰ, ਜੇ ਇਹਦੇ ਬਾਰੇ ਹੋਰ ਗੱਲ ਹੋਣ ਲੱਗ ਜੇ, ਤਾਂ ਇਹ ਵੀ ਪਤਾ ਲੱਗੇਗਾ ਕਿ ਉਹਦਾ ਬਾਹਰ ਜਾਣਾ, ਕੰਮ ਕਰਨਾ, ਆਪਣੀ ਫਰੀडम ਨੂੰ, ਆਪਣੇ ਤੁਰਨ ਫਿਰਨ ਦੇ, ਸਿਹਤ ਦੇ, ਸਿੱਖਿਆ ਦੇ, ਸਾਰੇ ਸੋਸ਼ਲ ਅਧਿਕਾਰਾਂ ਨੂੰ, ਜਿਹਦੀ ਆਪਾਂ ਗੱਲ ਕਰ ਰਹੇ ਸੀ, ਸਾਰੇ ਸੋਸ਼ਲ ਅਧਿਕਾਰਾਂ ਨੂੰ ਐਜ਼ਰਟ ਕਰਨਾ ਇਸ ਸਮਾਜ ਦੇ, ਇਸ ਆਰਥਿਕ ਢਾਂਚੇ ਦੇ ਖਿਲਾਫ ਲੜਨ ਲਈ ਵੀ ਬੇहद ਜ਼ਰੂਰੀ ਹੈ। ਉਹਦੇ ਬਿਨਾਂ ਕੰਪਲੀਟ ਨਹੀਂ ਹੋ ਸਕਦੀ ਲੜਾਈ। ਇਸੇ ਕਰਕੇ ਇਹ ਨਾਰਾ ਵੀ ਹੈ ਕਿ ਇਨਕਲਾਬ ਔਰਤ ਮੁਕਤੀ ਤੋਂ ਬਿਨਾਂ ਨਹੀਂ ਹੋ ਸਕਦਾ, ਤੇ ਔਰਤ ਮੁਕਤੀ ਇਨਕਲਾਬ ਤੋਂ ਬਿਨਾਂ ਨਹੀਂ ਹੋ ਸਕਦੀ। ਇਹਦੇ ਵਿੱਚ ਇੱਕ ਦਵੰਦਵਾਦੀ ਰਿਸ਼ਤਾ ਹੈ ਜਿਹੜਾ, ਉਹ ਸਮਝਣਾ ਆਪਣੇ ਸਾਰਿਆਂ ਲਈ ਹੀ ਜ਼ਰੂਰੀ ਮਤਲਬ ਹੋ ਜਾਂਦਾ ਹੈ। ਤੇ ਬਿਲਕੁਲ ਉਹ ਤੁਹਾਡੀ ਗੱਲ ਸਹੀ ਹੈ। ਜਦੋਂ ਅਸੀਂ ਮਤਲਬ ਜਿਹੜੀ ਤੁਸੀਂ ਉਹ ਵੀ ਗੱਲ ਕੀਤੀ ਨਾ ਕਿ ਬਹੁਤ ਸਾਰੀਆਂ ਚੀਜ਼ਾਂ ਅਨਲਰਨ ਕਰਨੀਆਂ ਪੈਂਦੀਆਂ, ਮੈਨੂੰ ਲੱਗਦਾ ਕਿ ਮਤਲਬ ਮੈਂ ਇਸੇ ਡਿਸਕਸ਼ਨ ਦੇ ਸ਼ੁਰੂ 'ਚ ਜਿੱਥੋਂ ਤੁਸੀਂ ਸ਼ੁਰੂ ਕੀਤਾ, ਉੱਥੇ ਮੈਨੂੰ ਲੱਗਦਾ ਕਿ ਉਹ ਸਿਰਫ ਬਲਕਿ ਮੁੰਡਿਆਂ ਲਈ ਦਿੱਕਤ ਨਹੀਂ ਹੁੰਦੀ। ਮਤਲਬ ਆਈ ਐਮ ਸ਼ੋਰ, ਬਿਕਾਜ਼ ਮੈਂ ਤਾਂ ਪਰਸਨਲ ਐਕਸਪੀਰੀਅੰਸ ਤੋਂ ਦੱਸ ਸਕਦੀ ਕਿ ਮੈਂ ਕਿੰਨਾ ਕੁਛ ਇੰਨੇ ਸਾਲਾਂ 'ਚ ਅਨਲਰਨ ਕੀਤਾ ਹੈ। ਮਤਲਬ ਇਹ ਨਹੀਂ ਸੀ ਕਿ ਮੈਂ ਜੰਮਦੀ ਸਾਰੀ ਜੈਂਡਰ ਪੋਲਿਟਿਕਸ ਸਮਝ ਗਈ ਸੀ, ਕੋਈ ਐਡਾ ਦਿਮਾਗ ਤੇਜ਼ ਸੀ ਜਾਂ ਕਹਿ ਲਓ ਉਸ ਦਿਮਾਗ ਨਾਲ ਜੰਮੀ ਸੀ। ਮਤਲਬ ਮੈਂ ਵੀ ਉੱਥੇ ਰਹਿੰਦੇ ਹੋਏ ਬੇਸ਼ੱਕ ਕੁਝ ਪਰਿਵਾਰਿਕ ਪ੍ਰਿਵਿਲੇजेस, ਪੋਲੀਟੀਕਲ ਪ੍ਰਿਵਿਲੇजेस ਉਸ ਪਰਿਵਾਰ 'ਚ ਪੈਦਾ ਹੋਣ ਕਰਕੇ ਕੁਝ ਸੀਗੀਆਂ ਗਿਵਨ, ਬਟ ਐਟ ਦ ਸੇਮ ਟਾਈਮ ਮਤਲਬ ਕਹਿ ਲਓ ਜਾਂ ਤਾਂ ਮੈਂ ਵੀ ਨਾਰਮਲ ਸਕੂਲਾਂ 'ਚ ਰਹੀ ਸੀ, ਸਮਾਜ ਤਾਂ ਮੈਂ ਵੀ ਉਸੇ ਨਾਰਮਲ ਵਿੱਚ ਰਹੀ ਸੀ, ਪਰਿਵਾਰ ਤਾਂ ਮੇਰਾ ਮਤਲਬ ਐਕਸਟੈਂਡਡ ਫੈਮਿਲੀ ਵੀ ਸਾਰੀ ਉਦਾਂ ਦੀ ਆ, ਤੇ ਮੈਂ ਵੀ ਬਹੁਤ ਸਾਰੀਆਂ ਚੀਜ਼ਾਂ ਇੰਨੇ ਸਾਲਾਂ 'ਚ ਇਹੋ ਜਿਹੀਆਂ ਸਿੱਖ ਲਈਆਂ ਜਿਹਦੇ ਨਾਲ ਮੈਨੂੰ ਲੱਗਣ ਲੱਗ ਗਿਆ ਕਿ ਯਾਰ ਹਾਂ ਇਹ ਤਾਂ ਇਦਾਂ ਹੀ ਹੁੰਦਾ, ਬਾਈ ਡਿਫਾਲਟ ਹੀ ਹੈ ਤਾਂ, ਹਨਾ। ਜਿੱਦਾਂ ਵੀ ਕੁੜੀਆਂ ਨੇ ਘਰੇ ਕੰਮ ਕਰਨਾ, ਹਾਂ ਕੁੜੀਆਂ ਨੇ ਤਾਂ ਘਰੇ ਕੰਮ ਕਰਨਾ ਹੀ ਹੁੰਦਾ, ਜੋ ਸ਼ੁਰੂ ਤੋਂ ਹੀ ਲੈ ਕੁੜੀਏ ਕੰਮ ਸਿੱਖ ਲੈ, ਵਰਨਾ ਦੂਜੇ ਘਰ ਵਾਲੇ ਕੀ ਕਹਿਣਗੇ, ਮਾਂ ਨੇ ਕੁਝ ਸਿਖਾਇਆ ਨਹੀਂ, ਹਨਾ। ਮੁੰਡੇ ਬਾਰੇ ਤਾਂ ਕਦੇ ਨਹੀਂ ਕਿਹਾ ਵੀ ਭਾਈ ਨੂੰਹ ਦੇ ਘਰ ਦੇ ਕੀ ਕਹਿਣਗੇ, ਵੀ ਲੈ ਘਰਦੇ ਨੇ ਕੁਝ ਸਿਖਾਇਆ ਨਹੀਂ, ਹਨਾ। ਪਰ ਕੁਝ ਚੀਜ਼ਾਂ ਅਸੀਂ ਬਾਈ ਡਿਫਾਲਟ ਹੀ ਮਤਲਬ ਮੰਨ ਲਈਆਂ ਕਿ ਹਾਂ ਇਹ ਤਾਂ ਇਹੀ ਹੁੰਦਾ, ਮੁੰਡੇ ਥੋੜੀ ਕੰਮ ਕਰਦੇ, ਕੁੜੀਆਂ ਹੀ ਕੰਮ ਕਰਦੀਆਂ ਹੁੰਦੀਆਂ। ਬਟ ਅਸੀਂ ਵੀ ਜਿਵੇਂ 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 ਕਹਿ ਲਓ ਅੱਗੇ ਵਧੇ ਆ, ਪੜ੍ਹੇ ਲਿਖੇ ਆ, ਵਿਚਰੇ ਆ, ਉਹੀ ਗੱਲ ਜਦੋਂ ਅਸੀਂ ਘਰਾਂ ਚੋਂ ਬਾਹਰ ਨਿਕਲੇ ਆ, ਉਸ ਸਮਾਜਿਕ ਢਾਂਚੇ ਨੂੰ ਦੇਖਿਆ, ਲਾਰਜਰ ਪਿਕਚਰ ਨੂੰ ਦੇਖਿਆ, ਤਾਂ ਸਾਨੂੰ ਸਮਝ ਆਇਆ ਕਿ ਚੀਜ਼ਾਂ ਕਿੱਥੇ ਨੇ, ਦਿੱਕਤਾਂ ਕਿੱਥੇ ਨੇ, ਹਨਾ। ਤੇ ਇਸੇ ਕਰਕੇ ਇੱਕ ਤਾਂ ਇਹ ਗੱਲ ਵੀ ਸਾਈਮਲਟੇਨੀਅਸਲੀ ਚੀਜ਼ਾਂ ਨੂੰ ਸਿੱਖਦੇ ਹੋਏ ਕੁਝ ਸਿੱਖੀਆਂ ਹੋਈਆਂ ਨੂੰ ਮਿਟਾਉਣਾ ਜਾਂ ਖਤਮ ਕਰਨਾ ਵੀ ਜ਼ਰੂਰੀ ਹੈ, ਤੇ ਇਸੇ ਸਾਰੇ ਪ੍ਰੋਸੈਸ ਲਈ ਘਰ ਚੋਂ ਨਿਕਲਣਾ ਬਹੁਤ ਜ਼ਰੂਰੀ ਹੈ, ਹਨਾ। ਉਹ ਫਿਰ ਜਿਹੜੀ ਜਿੱਥੇ ਤੁਸੀਂ ਗੱਲ ਕਨਕਲੂਡ ਕੀਤੀ ਹੈ ਵੀ ਹੁਣ ਲੇਬਰ ਲਾਜ਼ ਇਦਾਂ ਦੇ ਬਣਾਏ ਜਾ ਰਹੇ ਕਿ ਫੈਮਿਨਿਸਟ ਫੈਮਿਨਿਨ ਲੇਬਰ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਉਹਦੇ ਬਹੁਤ ਸਾਰੇ ਕਾਰਨ ਜਿਹੜੇ ਤੁਸੀਂ ਗਣਾਏ, ਉਹਦੇ 'ਚ ਇਹ ਵੀ ਹੈ ਕਿ ਬਿਕਾਜ਼ ਔਰਤ ਹੈ ਤੁਸੀਂ ਉਹਨੂੰ ਪੇ ਵੀ ਘੱਟ ਕਰੋਗੇ, ਬਿਕਾਜ਼ ਹਾਲੇ ਤਾਂ ਅਸੀਂ ਗੱਲ ਕਰ ਰਹੇ ਹਾਂ ਮਤਲਬ ਇੱਥੇ ਬੈਠ ਕੇ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਕਹਿ ਲਓ ਘਰਾਂ 'ਚ ਔਰਤਾਂ ਲੇਬਰ ਕਰਦੀਆਂ, ਕੱਪੜੇ ਧੋਣਾ, ਰੋਜ਼ਮर्रा ਦੇ ਕੰਮ ਜਿਹੜੇ ਉਹਨਾਂ ਨੂੰ ਸਮਝਾਇਆ ਜਾਂਦਾ ਵੀ ਇਹ ਤਾਂ ਤੁਹਾਡੀ ਡਿਊਟੀ ਹੈ, ਅਸੀਂ ਕਹਿ ਰਹੇ ਹਾਂ ਕਿ ਤੁਸੀਂ ਉਹਨੂੰ ਵੀ ਲੇਬਰ 'ਚ ਕਾਊਂਟ ਕਰੋ, ਬਿਕਾਜ਼ ਉਹ ਤੁਹਾਡੇ ਬੇਸਿਕ ਤੋਂ ਬੇਸਿਕ ਢਾਂਚੇ ਨੂੰ ਚੱਲਦੇ ਰੱਖਣ 'ਚ ਹੈਲਪ ਕਰ ਰਹੀ ਹੈ। ਪਰ ਦੂਜੇ ਪਾਸੇ ਸੱਚਾਈ ਇਹ ਹੈ ਕਿ ਸਾਰੇ ਕੈਪੀਟਲਿਸਟ ਸਿਸਟਮ ਨੇ ਜਿਹੜੀ ਔਰਤਾਂ ਦੀ ਲੇਬਰ ਐਕਨੋਲੇਜ ਕਰ ਵੀ ਲਈ, ਜਿਹੜੀਆਂ ਕਹਿ ਲਓ ਸਿੱਧਾ ਔਰਤਾਂ ਜਿਹੜੀਆਂ ਨੇ ਉਹ ਇੰਡਸਟਰੀ ਦੇ ਵਿੱਚ ਜਾਂ ਕਹਿ ਲਓ ਇਸ ਸਾਰੇ ਸਿਸਟਮ ਦੇ ਵਿੱਚ ਸਿੱਧਾ EMPLOYE ਦੇ ਰੂਪ 'ਚ ਕੰਮ ਕਰਦੀਆਂ, ਉੱਥੇ ਵੀ ਤਾਂ ਹਲੇ ਅਸੀਂ ਸੇਮ ਵਰਕ ਸੇਮ ਪੇ ਦੀ ਸਟਰਗਲ ਜਿਹੜੀ ਹੈ ਜੈਂਡਰ ਪਰਸਪੈਕਟਿਵ ਤੋਂ ਸਾਨੂੰ ਲੜਨੀ ਪੈ ਰਹੀ ਹੈ, ਹਾਂ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਘਰਾਂ ਚੋਂ ਨਿਕਲਣਾ ਮਤਲਬ ਉਹ ਸਿਰਫ ਇੱਕ ਇੰਡੀਵਿਜੂਅਲ ਦੀ ਡਿਵੈਲਪਮੈਂਟ ਲਈ ਜ਼ਰੂਰੀ ਨਹੀਂ ਹੈ, ਬਲਕਿ ਕੀ ਸਹੀ ਹੈ ਕੀ ਗਲਤ ਹੈ ਉਹਨੂੰ ਸਮਝਣ ਲਈ ਵੀ ਬਹੁਤ ਜ਼ਰੂਰੀ ਹੈ। ਮੈਨੂੰ ਨਾ ਇਸ ਸਾਰੇ ਜੈਂਡਰ ਨਜ਼ਰੀਏ ਤੋਂ ਜਿਹੜੀ ਚੀਜ਼ਾਂ ਨੇ ਮੈਨੂੰ ਵੀ ਕਹਿ ਲਓ ਕਾਫੀ ਹੱਦ ਤੱਕ ਸਮਝਣ 'ਚ ਹੈਲਪ ਕੀਤੀ, ਬਿਕਾਜ਼ ਮਤਲਬ ਉਹੀ ਜਦੋਂ ਪੋਲੀਟੀਕਲ ਕਹਿ ਲਓ ਮੈਂ ਪੋਲੀਟੀਕਲ ਦਾਇਰੇ 'ਚ ਗੱਲ ਕਰਦੇ ਹੋਏ ਕਹਿੰਦੀ ਹਾਂ ਵੀ ਮੈਂ ਕਿਉਂਕਿ ਲੈਫਟ 'ਚ ਲੰਬਾ ਸਮੇਂ ਤੋਂ ਰਾਜਨੀਤੀ ਕੀਤੀ ਹੈ ਸਕੂਲ ਦੇ ਦਿਨਾਂ ਤੋਂ ਲੈ ਕੇ, ਹਨਾ। ਤੇ ਮੈਨੂੰ ਵੀ ਲੈਫਟ 'ਚ ਕੁਛ ਏਦਾਂ ਦੇ ਲੋਕ ਮਿਲੇ ਜਿਨ੍ਹਾਂ ਨੇ ਮਤਲਬ ਇਹ ਮੈਨੂੰ ਜਤਾਇਆ ਕਿ ਨਹੀਂ ਨਹੀਂ ਜਦੋਂ ਤੁਸੀਂ ਕਹਿ ਲਓ ਵੀ ਆਪਦੇ ਮਤਲਬ ਮੈਂ ਐਜ਼ ਐਨ ਇੰਡੀਵਿਜੂਅਲ ਜੇ ਕਿਤੇ ਆਪਦੇ ਰਾਈਟਸ ਦੀ ਗੱਲ ਕਰਦੀ ਹਾਂ ਤਾਂ ਮੈਨੂੰ ਮੇਰੀਆਂ ਪ੍ਰਿਵਿਲੇजेस ਗਣਾ ਕੇ ਕਿਹਾ ਜਾਂਦਾ, ਉਹੀ ਜਿਹੜੀ ਵਾਟ ਅਬਾਊਟਰੀ ਦੀ ਆਪਾਂ ਗੱਲ ਕਰਦੇ ਹਾਂ ਫੇਸਬੁੱਕ ਤੇ ਚੱਲਦੀ ਹੈ ਨਾ, ਤੇ ਮੈਨੂੰ ਮੇਰੀਆਂ ਪ੍ਰਿਵਿਲੇजेस ਗਣਾ ਕੇ ਕਿਹਾ ਜਾਂਦਾ ਵੀ ਲੈ ਤੂੰ ਦੇਖ ਉਹ ਮਜ਼ਦੂਰ ਔਰਤਾਂ ਨੂੰ ਪੜ੍ਹਨ ਦਾ ਵੀ ਨਹੀਂ ਮੌਕਾ ਮਿਲ ਰਿਹਾ ਹੈ, ਉਹ ਦੇਖ ਲਾ ਉਹਦੇ ਨਾਲ ਕਿੰਨਾ ਮਾੜਾ ਹੋ ਰਿਹਾ, ਤੈਨੂੰ ਆਪਦੇ ਰੋਣੇ ਸੁੱਝੇ ਨੇ। ਮਤਲਬ ਇਹ ਸਾਰੀਆਂ ਗੱਲਾਂ ਸਾਨੂੰ ਵਿਦਨ ਲੈਫਟ ਸਰਕਲਸ ਕਈਆਂ ਗਈਆਂ ਨੇ, ਮੈਂ ਮਤਲਬ ਆਪਦੇ ਪਰਸਨਲ ਤਜਰਬੇ 'ਚ ਦੱਸ ਰਹੀ ਹਾਂ। ਤੇ ਮਤਲਬ ਇੱਕ ਆਰਟੀਕਲ ਜਿਹਨੇ ਮੈਨੂੰ ਸੱਚਮੁੱਚ ਇਹ ਚੀਜ਼ਾਂ ਨੂੰ ਕਿਉਂਕਿ somehow
ਕੋਈ ਮੈਨੂੰ ਏਦਾਂ ਦਾ ਮਿਲਿਆ ਨਹੀਂ ਜਿਹਦੇ ਨਾਲ ਮੈਂ ਇੰਨਾ ਖੁੱਲ ਕੇ ਇਹਨਾਂ ਮੁੱਦਿਆਂ ਤੇ ਗੱਲ ਕਰ ਸਕਦੀ ਜਾਂ ਸਮਝ ਸਕਦੀ। ਤਾਂ ਮੈਂ ਇੱਕ ਆਰਟੀਕਲ ਪੜ੍ਹਿਆ ਸੀ, ਦ ਪਰਸਨਲ ਇਜ਼ ਪੋਲੀਟੀਕਲ, ਆਮ ਸ਼ੋਰ ਤੁਸੀਂ ਪੜ੍ਹਿਆ ਹੋਣਾ ਨਾ, ਕੈਰਲ ਹੈਨੇਸ ਦਾ। ਤੇ ਮੈਨੂੰ ਲੱਗਦਾ ਕਾਫੀ ਇੰਪੋਰਟੈਂਟ ਹੈ। ਮਤਲਬ ਕਹਿ ਲਓ ਮਾਈਨੋਰਿਟੀਜ਼ ਲਈ, ਜਾਂ ਕਹਿ ਲਓ ਜਿਹੜਾ ਦੱਬਿਆ ਤਬਕਾ ਹੈ ਸਾਡੇ ਸਮਾਜ ਦਾ, ਉਹ ਜੈਂਡਰ ਦੇ ਪਰਸਪੈਕਟਿਵ ਤੋਂ, ਕਾਸਟ ਦੇ ਪਰਸਪੈਕਟਿਵ ਤੋਂ, ਸਾਰੇ ਨਜ਼ਰੀਏ ਤੋਂ ਜੇ ਅਸੀਂ ਦੇਖੀਏ, ਉਹਨਾਂ ਸਾਰਿਆਂ ਲਈ ਇਹ ਪੜ੍ਹਨਾ ਬਹੁਤ ਜ਼ਰੂਰੀ ਹੈ। ਬਿਕਾਜ਼ ਅਸੀਂ ਆਪਦੀ ਜਿਹੜੀ ਇੰਡੀਵਿਜੂਅਲ ਦੀ ਪੋਲਿਟਿਕਸ ਹੈ ਨਾ, ਆਈਡੈਂਟਿਟੀ ਦੀ ਪੋਲਿਟਿਕਸ ਹੈ, ਜੈਂਡਰ ਆਈਡੈਂਟਿਟੀ ਦੀ, ਕਾਸਟ ਆਈਡੈਂਟਿਟੀ ਦੀ, ਉਹ ਅਸੀਂ ਤਾਂ ਆਪਦੇ ਪਰਸਨਲ ਐਕਸਪੀਰੀਅੰਸਿਸ ਚੋਂ ਹੀ ਸਿੱਖਦੇ ਹਾਂ। ਮੈਂ ਇਹ ਮਤਲਬ ਉੱਥੇ ਮੈਂ ਇਸ ਗੱਲ ਜ਼ਰੂਰ ਕਹੂੰਗੀ ਕਿ ਆਪਦੇ ਪ੍ਰਿਵਿਲੇजेस ਨੂੰ ਇਕਨੋਲੇਜ ਕਰਨਾ ਬਹੁਤ ਜ਼ਰੂਰੀ ਹੈ, ਹਨਾ। ਉਹਨੂੰ ਮੰਨਣਾ ਤੇ ਉਹਨੂੰ ਤੁਹਾਨੂੰ ਉਹਦੇ ਕੀ ਬੈਨੀਫਿਟਸ ਮਿਲੇ ਨੇ ਜਾਂ ਕੀ ਨੁਕਸਾਨ ਹੋਏ ਨੇ, ਉਹਨਾਂ ਚੀਜ਼ਾਂ ਨੂੰ ਇਕਨੋਲੇਜ ਕਰਨਾ, ਉਹਨਾਂ ਦੀ ਪੋਲਿਟਿਕਸ ਨੂੰ ਸਮਝਣਾ ਤੇ ਉਹਦੇ ਤੇ ਬਣਦੇ ਸਟੈਂਡ ਲੈਣਾ ਬਹੁਤ ਜ਼ਰੂਰੀ ਹੈ। ਬਟ ਐਟ ਦ ਸੇਮ ਟਾਈਮ ਤੁਸੀਂ ਕਦੇ ਇਹ ਨਾ ਸਮਝੋ ਕਿ ਕਿਉਂਕਿ ਤੁਹਾਨੂੰ ਦੂਜੀ ਤਸਵੀਰ ਦਿਖਾਈ ਜਾ ਰਹੀ ਹੈ ਵੀ ਸੀਏ ਦਾ ਪ੍ਰੋਟੈਸਟ ਜ਼ਿਆਦਾ ਜ਼ਰੂਰੀ ਹੈ, ਇਸ ਕਰਕੇ ਤੁਸੀਂ ਆਪਦੇ ਜੈਂਡਰ ਦਾ ਟਾਂਟਾ ਬੰਦ ਕਰੋ, ਜੇ ਤੁਹਾਨੂੰ ਕੋਈ ਇਹ ਸਮਝਾ ਰਿਹਾ ਤਾਂ ਮੈਨੂੰ ਲੱਗਦਾ ਉਹ ਸਾਰੀਆਂ ਚੀਜ਼ਾਂ ਨੂੰ ਆਪਦੇ ਦਿਮਾਗ 'ਚ ਸੈੱਟ ਕਰਨ ਲਈ ਨਾ ਉਹ ਆਰਟੀਕਲ ਬਹੁਤ ਇੰਪੋਰਟੈਂਟ ਹੈ ਕਿ ਤੁਹਾਡਾ ਪਰਸਨਲ ਕੀ ਹੈ ਨਾ, ਕਿਵੇਂ ਤੁਹਾਨੂੰ ਛੋਟੇ ਛੋਟੇ ਤਰੀਕਿਆਂ ਨਾਲ। ਬਿਕਾਜ਼ ਸ਼ੀ ਆਲਸੋ ਟਾਕਸ ਅਬਾਊਟ ਦ ਲੈਫਟ ਮੂਵਮੈਂਟ ਯੂਐਸ 'ਚ, ਜਿਹੜੀ ਉਦੋਂ ਦੀ ਪੂਰੀ 70s ਦੀ 60s 70s ਦੀ ਜੈਂਡਰ ਪੋਲਿਟਿਕਸ ਸੀ, ਫੈਮਿਨਿਸਟ ਪੋਲਿਟਿਕਸ ਸੀ, ਉਹਦੇ ਕੰਟੈਕਸਟ 'ਚ ਉਹ ਗੱਲ ਕਰ ਰਹੇ ਆ। ਤੇ ਜਿਹਦੇ ਕਰਕੇ ਮੈਨੂੰ ਲੱਗਦਾ ਕਿ ਉਹ ਕਾਫੀ ਇੰਟਰਸਟਿੰਗ ਹੈ, ਜਿਹੜਾ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਕਿ ਕਿਵੇਂ ਅਸੀਂ ਆਪਦੀ ਰੋਜ਼ਮर्रा ਦੀ ਜ਼ਿੰਦਗੀ ਚੋਂ ਹੀ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ, ਬਸ ਪਰ ਅਸੀਂ ਉਹਨਾਂ ਨੂੰ ਆਰਟੀਕੂਲੇਟ ਉਦੋਂ ਕਰ ਪਾਉਂਦੇ ਜਦੋਂ ਅਸੀਂ ਉਹਦਾ ਦੂਸਰਾ ਆਸਪੈਕਟ ਦੇਖਦੇ ਹਾਂ। ਮਤਲਬ ਜਦੋਂ ਅਸੀਂ ਘਰੋਂ ਬਾਹਰ ਨਿਕਲ ਕੇ ਦੇਖਦੇ ਹਾਂ, ਵੈਸਟ 'ਚ ਜਾਂਦੇ ਹਾਂ, ਉੱਥੇ ਵਿਚਰਦੇ ਹਾਂ, ਉੱਥੋਂ ਦਾ ਮਾਹੌਲ ਦੇਖਦੇ ਹਾਂ, ਜਾਂ ਕਹਿ ਲਓ ਈਵਨ ਛੋਟੇ ਸ਼ਹਿਰਾਂ 'ਚ ਨਿਕਲ ਕੇ ਵੱਡੇ ਸ਼ਹਿਰਾਂ 'ਚ ਆਉਂਦੇ ਹਾਂ, ਉੱਥੇ ਦੇਖਦੇ ਹਾਂ ਵੀ ਅੱਛਾ ਇੱਥੇ ਤਾਂ ਕੁੜੀਆਂ ਸਾਡੇ ਨਾਲ ਬੈਟਰ ਨੇ ਕਿਸੇ ਨਾ ਕਿਸੇ ਪੋਜੀਸ਼ਨ 'ਚ, ਨਾ, ਫਿਰ ਅਸੀਂ ਏਦਾਂ ਕਿਉਂ ਨਹੀਂ ਹੈਗੇ। ਅਸੀਂ ਕੁਐਸਚਨ ਉਦੋਂ ਹੀ ਕਰ ਪਾਉਂਦੇ ਹਾਂ। ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਆਪਦੇ ਪਰਸਨਲ ਐਕਸਪੀਰੀਅੰਸ ਆ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਹੋਏ, ਘਰਾਂ ਚੋਂ ਨਿਕਲ ਕੇ ਚੀਜ਼ਾਂ ਨੂੰ ਪੜ੍ਹਦੇ ਸਮਝਦੇ ਹੋਏ, ਇਹ ਸਾਰੀਆਂ ਚੀਜ਼ਾਂ ਨੂੰ ਆਰਟੀਕੂਲੇਟ ਕਰਨਾ ਬਹੁਤ ਜ਼ਰੂਰੀ ਹੈ ਸਾਨੂੰ ਆਪਦੀ ਪੋਲਿਟਿਕਸ ਸਮਝਣ ਲਈ। ਬਿਲਕੁਲ। ਇਹਦੇ ਨਾਲ ਹੀ ਇੱਕ ਸਵਾਲ ਜਿਹੜਾ ਜੁੜਿਆ ਹੋਇਆ, ਜਿਹੜਾ ਮੇਰੇ ਨਹੀਂ, ਇਹ ਬਹੁਤ ਵਾਰੀ ਪੁੱਟ ਕੀਤਾ ਜਾਂਦਾ ਹੈ। ਜਿਵੇਂ ਤੁਸੀਂ ਵੀ ਕਹਿ ਰਹੇ ਸੀ ਕਿ ਤੁਸੀਂ ਏਜੰਡੇ ਦਾ ਟੰਟਾ ਆਪਣਾ ਬੰਦ ਕਰੋ, ਇਹ ਬਹੁਤ ਸੁਣਨ ਨੂੰ ਮਿਲਦਾ ਹੈ। ਤੇ ਹਰ ਤਰ੍ਹਾਂ ਦੇ ਸੈਕਸ਼ਨ ਤੋਂ ਮਤਲਬ ਇਹ ਸਵਾਲ ਆਇਆ ਜਦੋਂ ਪੰਜਾਬੀ ਯੂਨੀਵਰਸਿਟੀ ਹੌਸਟਲ ਟਾਈਮਿੰਗ ਦੀ ਸਟਰਗਲ ਚੱਲੀ। ਉਦੋਂ ਸਭ ਤੋਂ ਵੱਡਾ ਕੁਐਸਚਨ ਇਹ ਪੁੱਟ ਕੀਤਾ ਗਿਆ ਕਿ ਹੌਸਟਲ ਟਾਈਮਿੰਗ 24 ਘੰਟੇ ਖੁੱਲਣਾ ਕਿਉਂ ਜ਼ਰੂਰੀ ਹੈ? ਤੁਹਾਡਾ ਰਾਤ ਨੂੰ ਬਾਹਰ ਘੁੰਮਣਾ ਕਿਉਂ ਜ਼ਰੂਰੀ ਹੈ? ਤੁਹਾਡਾ ਕਿਸੇ ਨਾਲ ਰਿਸ਼ਤਾ ਰੱਖਣਾ ਕਿਉਂ ਜ਼ਰੂਰੀ ਹੈ? ਮਤਲਬ ਇਹ ਤਾਂ ਇੱਕਦਮ ਤੁੱਛ ਗੱਲ ਹੈ ਕਿ ਡਿਜ਼ਾਇਰ ਕੋਈ ਇਹੋ ਜਿਹੀ ਇੰਪੋਰਟੈਂਟ ਗੱਲ ਥੋੜੀ ਹੈ। ਇਹ ਕੋਈ ਮਨੁੱਖੀ ਲੋੜ ਤਾਂ ਹੈ ਨਹੀਂ। ਮੈਂ ਇੱਕ ਦੋਸਤ ਨੇ ਮੈਨੂੰ ਆਰਟੀਕਲ ਸੈਂਡ ਕੀਤਾ ਸੀਗਾ, EPW 'ਚ ਇੱਕ ਡਿਬੇਟ ਚੱਲੀ ਸੀ ਹੋਮੋਫੋਬੀਆ ਤੇ। ਉਹਦੇ ਵਿੱਚ ਮਤਲਬ ਮਾਰਕਸਿਜ਼ਮ ਐਂਡ ਹੋਮੋਫੋਬੀਆ ਐਂਡ ਇਸ ਸਾਰੀ ਚੀਜ਼ ਤੇ ਉਹਦੇ ਵਿੱਚ ਇੱਕ ਜਗ੍ਹਾ ਜਿਹੜਾ ਆਥਰ ਹੈ, ਉਹ ਮਾਰਕਸਿਸਟ ਆਥਰ ਹੈ, ਉਹ ਕੋਟ ਕਰਦੇ ਨੇ, ਉਹ ਮਤਲਬ ਕੋਟ ਨਹੀਂ ਕਰਦੇ, ਉਹ ਇਹ ਕਹਿੰਦੇ ਨੇ ਕਿ ਡਿਜ਼ਾਇਰ ਹੈ ਨਾ ਜੋ, ਉਹ ਇੰਨੀ ਇੰਪੋਰਟੈਂਟ ਨਹੀਂ ਹੋ ਸਕਦੀ। ਇਹ ਤਾਂ ਹੋਮੋਸੈਕਸ਼ੂਅਲਸ ਵੀ ਐਗਰੀ ਕਰਦੇ ਹੋਣਗੇ ਕਿ ਪਹਿਲਾਂ ਉਹਨਾਂ ਨੂੰ ਰੋਟੀ ਕੱਪੜਾ ਮਕਾਨ ਦੀ ਲੋੜ ਹੈ, ਬਾਕੀ ਚੀਜ਼ਾਂ ਬਾਅਦ ਚੋਂ ਦੇਖਾਂਗੇ, ਉਹਨਾਂ ਦੀ ਕੋਈ ਲੋੜ ਨਹੀਂ ਹੁੰਦੀ। ਤੇ ਮੈਨੂੰ ਲੱਗਦਾ ਹੈ ਕਿ ਇਹ ਪਹਿਲੀ ਗੱਲ ਤਾਂ ਤੁਸੀਂ ਆਪਣੀ ਅੰਡਰਸਟੈਂਡਿੰਗ ਹੀ ਮਨੁੱਖੀ ਸ਼ਖਸੀਅਤ ਦੀ ਇੰਨੀ ਛੋਟੀ ਤੇ ਫੰਕਸ਼ਨਲਿਸਟ ਕਰਕੇ ਚੱਲ ਰਹੇ ਹੋ, ਇੰਨੇ ਇੰਸਟਰੂਮੈਂਟਲ ਮੰਨ ਕੇ ਚੱਲ ਰਹੇ ਹੋ ਕਿ ਮਨੁੱਖ ਦੀ ਜਿਹੜੀ ਹਸਤੀ ਹੈ ਉਹ ਸਿਰਫ ਰੋਟੀ ਕੱਪੜਾ ਮਕਾਨ ਨਾਲ ਹੁੰਦੀ ਹੈ। ਉਹ ਚਾਹੇ ਕਿਸੇ ਵੀ ਜਾਤ, ਕਿਸੇ ਵੀ ਜਮਾਤ, ਕਿਸੇ ਵੀ ਤਰ੍ਹਾਂ ਹੋਵੇ, ਉਹ ਜਿਵੇਂ ਜਿਵੇਂ ਮਤਲਬ ਇਕਨੋਮਿਕ ਜਿਹੜੀ ਉਹਦੇ ਰਾਈਟਸ ਨੇ ਜਾਂ ਇਕਨੋਮਿਕ ਜਿਹੜੀ ਉਹਦੀ ਪੋਜੀਸ਼ਨ ਹੈ ਉਹ ਵੱਧਦੀ ਜਾਂਦੀ, ਜਿੰਨਾ ਉਹ ਅਮੀਰ ਹੁੰਦਾ ਜਾਂਦਾ ਹੈ, ਜਿੰਨੀ ਕੋਈ ਅਮੀਰ ਹੁੰਦੀ ਜਾਂਦੀ ਹੈ, ਉਹਨਾਂ ਜ਼ਿਆਦਾ ਉਹਨੂੰ ਪਰਵਾਹ ਹੁੰਦੀ ਹੈ ਕਿ ਉਹਦੇ ਸੈਕਸ਼ੂਅਲ ਰਾਈਟਸ ਕੀ ਨੇ, ਉਹਨੇ ਰਾਤ ਨੂੰ ਬਾਹਰ ਘੁੰਮਣਾ ਹੈ ਕਿ ਨਹੀਂ, ਉਹਨੇ ਕਿਸੇ ਨਾਲ ਐਲਕੋਹਲ ਦਾਰੂ ਪੀਣੀ ਹੈ ਕਿ ਨਹੀਂ। ਅਦਰਵਾਈਜ਼ ਜਿਹੜੀ ਕੋਟ ਐਂਡ ਕੋਟ ਆਮ ਘਰਾਂ ਦੇ ਲੋਕ ਨੇ, ਉਹ ਇਹਨਾਂ ਚੀਜ਼ਾਂ ਬਾਰੇ ਬਿਲਕੁਲ ਨਹੀਂ ਸੋਚਦੇ, ਉਹਨਾਂ ਲਈ ਚੀਜ਼ਾਂ ਮੈਟਰ ਨਹੀਂ ਕਰਦੀਆਂ। ਤੇ ਉਹਦੇ 'ਚ ਇੱਕ ਤਾਂ ਮੈਨੂੰ ਲੱਗਦਾ ਕਿ ਸਾਨੂੰ ਹੁਣ ਆਪਣੀ ਜਿਹੜੀ ਨੀਡ ਤੇ ਡਿਜ਼ਾਇਰ ਦੀ ਡੈਫੀਨੇਸ਼ਨ ਹੈ, ਇਹਨੂੰ ਦੁਬਾਰਾ ਡਿਫਾਈਨ ਕਰਨ ਦੀ, ਇਹਨੂੰ ਦੁਬਾਰਾ ਇਹਦੀ ਪਰਿਭਾਸ਼ਾ ਬਣਾਉਣ ਦੀ ਲੋੜ ਹੈ ਕਿ ਜਿਹੜੀ ਚੀਜ਼ ਨੂੰ ਅਸੀਂ ਮੰਨ ਕੇ ਚੱਲਦੇ ਹਾਂ ਕਿ ਇਹ ਜ਼ਰੂਰਤ ਹੈ ਕਿ ਨਹੀਂ ਹੈ। ਇੱਕ ਇਹ ਵੀ ਬਹੁਤ ਓਰੀਐਂਟਲਾਈਜ਼ਿੰਗ ਤੇ ਐਪਰੋਪ੍ਰੀਏਟਿੰਗ ਐਟੀਟਿਊਡ ਹੈ ਕਿ ਤੁਸੀਂ ਇਹ ਮੰਨ ਕੇ ਚੱਲ ਰਹੇ ਹੋ ਕਿ ਕਿਸੇ ਗਰੀਬ ਦੀ ਕੋਈ ਡਿਜ਼ਾਇਰ ਨਹੀਂ ਹੋ ਸਕਦੀ, ਕਿਸੇ ਗਰੀਬ ਔਰਤ ਨੂੰ ਲੱਗ ਨਹੀਂ ਸਕਦਾ ਕਿ ਮੇਰਾ ਵੀ ਕਿਸੇ ਨਾਲ ਰਿਸ਼ਤਾ ਹੋਣਾ ਚਾਹੀਦਾ ਹੈ। ਤੁਸੀਂ ਪਹਿਲਾਂ ਹੀ ਇਸ ਚੀਜ਼ ਨੂੰ ਇੰਨਾ ਘਟਾ ਕੇ ਦੇਖ ਰਹੇ ਹੋ, ਉਹਦੇ ਉੱਤੇ ਇੱਕ ਤਰ੍ਹਾਂ ਦਾ ਆਪਣੀ ਸੱਤਾ ਐਸਟੈਬਲਿਸ਼ ਕਰਨ ਵੱਲ ਵੱਧ ਰਹੇ ਹੋ, ਜੋ ਵੈਸੇ ਹੀ ਬਹੁਤ ਖਤਰਨਾਕ ਹੈ। ਤੇ ਦੂਸਰਾ ਇਹ ਵੀ ਕਿ ਮਨੁੱਖੀ ਅਸਤਿਤਵ ਨੂੰ ਇੰਨਾ ਬੰਦ ਦੇਣਾ, ਇੰਨਾ ਮਤਲਬ 3 ਰੋਟੀ ਕੱਪੜਾ ਮਕਾਨ ਵਾਲੀ ਚੀਜ਼ਾਂ ਤੇ ਬੰਦ ਦੇਣਾ,
ਇੱਕ ਤਰ੍ਹਾਂ ਨਾਲ ਉਹਦੀ ਜਿਹੜੀ ਕ੍ਰੀਏਟਿਵ ਪੋਟੈਂਸ਼ੀਅਲ ਹੈ, ਜਿਹੜਾ ਉਹਦਾ ਸਿਰਜਣਾਤਮਕ ਪੋਟੈਂਸ਼ੀਅਲ ਹੈ, ਆਪਣੇ ਆਪ ਆਪਣੀ ਕਿਰਤ ਨਾਲ, ਆਪਣੀ এনवायरमेंट ਨਾਲ ਜਿਹੜਾ ਵਿਚਰਨਾ, ਉਹਦੇ ਵਿੱਚੋਂ ਆਪਣੀ ਹਸਤੀ ਨੂੰ, ਆਪਣੇ ਆਪ ਨੂੰ, ਆਪਣੀ ਨੀਡ ਨੂੰ, ਆਪਣੀ ਡਿਜ਼ਾਇਰ ਨੂੰ ਅਰਥ ਦੇ ਪਾਉਣਾ। ਅਸੀਂ ਮੰਨ ਹੀ ਨਹੀਂ ਰਹੇ ਕਿ ਉਹ ਅਰਥ ਦੇ ਸਕਦਾ। ਅਸੀਂ ਮੰਨ ਹੀ ਨਹੀਂ ਰਹੇ ਕਿ ਕੋਈ ਔਰਤ ਬਹੁਤ ਗਰੀਬ ਹੁੰਦੇ ਹੋਏ ਵੀ, ਕਿਸੇ ਸਮਾਜ ਵਿੱਚ ਗਰੀਬ ਹੁੰਦੇ ਹੋਏ ਵੀ, ਮਜ਼ਦੂਰੀ ਕਰਦੇ ਹੋਏ ਵੀ ਇੰਨਾ ਹੌਸਲਾ, ਇੰਨੀ ਸੋਚ, ਇੰਨੀ ਬੌਧਿਕ ਸ਼ਕਤੀ ਰੱਖ ਸਕਦੀ ਹੈ ਕਿ ਉਹ ਸੋਚ ਸਕਦੀ ਹੈ ਕਿ ਮੇਰੇ ਰੋਟੀ ਤੋਂ ਇਲਾਵਾ ਵੀ ਮੇਰੇ ਕੋਲ ਕੋਈ ਅਧਿਕਾਰ ਹੋਣਾ ਚਾਹੀਦਾ ਹੈ। ਤੇ ਇਹ ਰਾਈਟ ਨਾ ਦੇਣਾ ਤਾਂ ਮੈਨੂੰ ਲੱਗਦਾ ਹੈ ਬਹੁਤ ਕਰੂਅਲ ਹੈ ਇੱਕ ਲੈਵਲ ਤੇ, ਕਿ ਇਹ ਤੁਸੀਂ ਮੰਨਣ ਨੂੰ ਨਹੀਂ ਤਿਆਰ। ਫਿਰ ਇਹ ਮੈਨੂੰ ਲੱਗਦਾ ਤੁਹਾਡੇ ਬਾਰੇ ਜ਼ਿਆਦਾ ਦੱਸ ਰਿਹਾ, ਉਸ ਔਰਤ ਬਾਰੇ ਘੱਟ। ਜੇ ਤੁਸੀਂ ਇਹ ਰਾਈਟ ਕਿਸੇ ਨੂੰ ਦੇਣ ਨੂੰ ਨਹੀਂ ਰੈਡੀ ਕਿ ਉਹ ਸਿਵਾਏ ਬੇਸਿਕ ਨੀਡਸ ਦੇ ਵੀ ਕੁਝ ਸੋਚ ਸਕਦੀ ਹੈ। ਤੇ ਆਈ ਥਿੰਕ ਇਸੇ ਵਿੱਚੋਂ ਇਹ ਸਵਾਲ ਬਾਰ-ਬਾਰ ਆਉਂਦਾ ਹੈ। ਹਾਲਾਂਕਿ ਮੇਰਾ ਆਪਣਾ ਜਿਹੜਾ ਐਕਸਪੀਰੀਅੰਸ ਹੈ, ਮਤਲਬ ਜਦੋਂ ਮੈਂ ਹੈਪੀ ਟੂ ਬਲੀਡ ਕੈਂਪੇਨ ਸਟਾਰਟ ਕੀਤੀ, ਉਦੋਂ ਮੈਨੂੰ ਮਤਲਬ ਇਹ ਲੱਗਿਆ ਕਿ ਮੈਂ ਹੈਪੀ ਟੂ ਬਲੀਡ ਤਾਂ ਕਹਿਤਾ ਹੈ ਨਾ ਕਿ ਹਾਂ ਮਾਹਵਾਰੀ ਟੈਬੂ ਨਹੀਂ ਹੋਣੀ ਚਾਹੀਦੀ, ਮੈਂਸਟਰੂਏਸ਼ਨ ਟੈਬੂ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਔਰਤਾਂ ਦਾ ਕੀ, ਉਹਨਾਂ ਮੈਂਸਟਰੂਏਟਰਸ ਦਾ ਕੀ, ਉਹ ਲੋਕ ਜਿਹੜੇ ਮੈਂਸਟਰੂਏਟ ਕਰਦੇ ਨੇ, ਜਿਨ੍ਹਾਂ ਨੂੰ ਮਾਹਵਾਰੀ ਆਉਂਦੀ ਹੈ, ਜੋ ਐਕਚੁਅਲੀ ਸਾਰਾ ਜਿਹੜਾ ਮਤਲਬ ਜਿਹੜੇ ਮੈਂਸਟਰੂਅਲ ਹੈਲਥ ਪ੍ਰੋਡਕਟਸ ਨੇ ਨਾ, ਉਹ ਪੈਰੈਂਟ ਨੂੰ ਐਕਸੈਸ ਕਰ ਸਕਦੇ ਨੇ ਨਾ, ਉਹ ਹੈਲਥ ਇੰਡਸਟਰੀ ਜਿਹੜੀ ਸਾਰੀ ਉਹ ਐਕਸੈਸ ਕਰ ਸਕਦੇ ਨੇ। ਤੇ ਫਿਰ ਮੈਂ ਸੋਚਿਆ ਕਿ ਅਸੀਂ ਇਹਦੇ ਬਾਰੇ ਥੋੜਾ ਰਿਸਰਚ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਅਸੀਂ ਮਤਲਬ ਕੁਝ 4-5 ਜਣੇ 7 ਜਣੇ ਅਸੀਂ ਇੱਕ ਟੀਮ ਬਣਾ ਕੇ ਲੁਧਿਆਣਾ ਦੇ ਸਲਮਸ ਚ ਗਏ, ਝੁੱਗੀਆਂ ਚ ਗਏ, ਦਿੱਲੀ ਚ ਗਏ, ਰਾਜਸਥਾਨ ਚ ਗਏ, ਵੈਸਟ ਬੰਗਾਲ ਚ ਗਏ। ਤੇ ਉਦੋਂ ਜਿਹੜਾ ਮੇਰਾ ਐਕਸਪੀਰੀਅੰਸ ਸੀਗਾ ਉਹਨਾਂ ਸਾਰੀਆਂ ਔਰਤਾਂ ਨਾਲ ਗੱਲ ਕਰਨ ਦਾ, ਮੈਨੂੰ ਆਪ ਇਹ ਅਹਿਸਾਸ ਹੋਇਆ, ਕਿਉਂਕਿ ਮੈਂ ਵੀ ਉਦੋਂ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਅੰਦਰ ਸੀ ਕਿ ਗਰੀਬੀ ਇੱਕ ਤਰ੍ਹਾਂ ਤੈਅ ਕਰ ਲੈਂਦੀ ਹੈ ਕਿ ਤੁਸੀਂ, ਤੁਹਾਡੀ ਸੋਚ ਕਿੰਨੀ ਰੋਟੀ ਕੱਪੜੇ ਮਕਾਨ ਤੋਂ ਉੱਪਰ ਜਾ ਸਕਦੀ ਹੈ ਕਿ ਨਹੀਂ। ਪਰ ਉਦੋਂ ਮੇਰਾ ਆਪਣਾ ਤਜਰਬਾ ਵੀ, ਐਕਸਪੀਰੀਅੰਸ ਤੋਂ ਮੈਂ ਵੀ ਇਹ ਸਿੱਖਿਆ ਤੇ ਮੈਂ ਆਪਣੇ ਆਪ ਨੂੰ ਸਵਾਲ ਕੀਤਾ ਕਿ ਇਹ ਸੱਚ ਨਹੀਂ ਹੈ, ਕਿ ਇਸ ਸਿਚੁਏਸ਼ਨ 'ਚ ਰਹਿੰਦੀਆਂ ਔਰਤਾਂ ਵੀ ਸੋਚਦੀਆਂ ਨੇ ਕਿ ਮੇਰੇ ਮਨਪਸੰਦ ਦੇ ਪਾਰਟਨਰ ਨਾਲ, ਮੁੰਡੇ ਨਾਲ, ਕੁੜੀ ਨਾਲ ਵਿਆਹ ਹੋ ਜੇ। ਉੱਥੇ ਵੀ ਡਿਜ਼ਾਇਰ ਇਹੀ ਕਰਦੇ ਨੇ ਕਿ ਮੈਂ ਔਰਤ ਵਾਲਾ ਅਟਰੈਕਟਡ ਹਾਂ ਕਿ ਮਰਦ ਵਾਲਾ ਅਟਰੈਕਟਡ ਹਾਂ। ਉੱਥੇ ਵੀ ਡਿਜ਼ਾਇਰ ਹੈ ਕਿ ਮੈਂ ਰਾਤ ਨੂੰ ਘੁੰਮ ਪਾਵਾਂ। ਉੱਥੇ ਵੀ ਡਿਜ਼ਾਇਰ ਹੈ ਕਿ ਮੈਂ ਛੋਟੇ, ਲੰਬੇ, ਸੋਹਣੇ, ਕਾਲੇ, ਗੋਰੇ, ਹਰ ਤਰ੍ਹਾਂ ਦੇ ਕੱਪੜੇ ਪਾ ਪਾਵਾਂ। ਇਹ ਸਾਰੀਆਂ ਜਿਹੜੀਆਂ ਡਿਜ਼ਾਇਰਸ ਨੇ, ਮੈਨੂੰ ਆਪ ਉੱਥੇ ਜਾ ਕੇ ਰਿਅਲਾਈਜ਼ ਹੋਇਆ ਕਿ ਅਸੀਂ ਇਹਨਾਂ ਨੂੰ ਦੁਬਾਰਾ ਸੋਚੀਏ ਕਿ ਸਾਡਾ ਜਿਹੜਾ ਐਟੀਟਿਊਡ ਬਣ ਚੁੱਕਿਆ ਹੈ ਸਮਾਜ ਦੇ ਪ੍ਰਤੀ, ਮਨੁੱਖ ਦੀ ਸ਼ਖਸੀਅਤ, ਉਹਦੀ ਹਸਤੀ ਦੇ ਪ੍ਰਤੀ, ਉਹ ਬਹੁਤ ਜ਼ਿਆਦਾ ਟੀਲੀਓਲੋਜੀਕਲ ਹੈ। ਮਤਲਬ ਅਸੀਂ ਇੱਕ ਤਰ੍ਹਾਂ ਇੱਕ ਰਿਜ਼ਲਟ ਤੇ ਪਹੁੰਚੇ ਹੋਏ ਹਾਂ, ਔਰ ਰਿਜ਼ਲਟ ਇਹ ਹੈ ਕਿ ਸਾਡੇ ਕੋਲ ਬੇਸਿਕ ਰਾਈਟਸ ਨਹੀਂ ਹੈਗੇ। ਤੇ ਕਿਉਂਕਿ ਰਿਜ਼ਲਟ ਹੈ ਕਿ ਬੇਸਿਕ ਰਾਈਟ ਨਹੀਂ ਹੈਗੇ, ਅਸੀਂ ਉਹਦੇ ਤੋਂ ਪਿੱਛੇ ਮੁੜਨਾ ਸਟਾਰਟ ਕਰਦੇ ਹਾਂ ਤੇ ਇਹ ਸਮਝ ਲੈਂਦੇ ਹਾਂ ਕਿ ਸਾਡੀ ਡਿਜ਼ਾਇਰ ਸਿਰਫ ਬੇਸਿਕ ਰਾਈਟ ਦੀ ਹੈ। ਇਹ ਤੁਸੀਂ ਦੇਖਣਾ, ਮਤਲਬ ਬਿਲਕੁਲ ਸਿੱਧਾ ਡਾਇਰੈਕਟ ਰਿਲੇਸ਼ਨਸ਼ਿਪ ਅਸੀਂ ਐਸਟੈਬਲਿਸ਼ ਕਰ ਰਹੇ ਹਾਂ। ਪਹਿਲਾਂ ਇਫੈਕਟ ਹੈ, ਬਾਅਦ ਚੋਂ ਅਸੀਂ ਆਪਣੇ ਲਈ ਕਾਜ਼ ਕ੍ਰੀਏਟ ਕਰ ਦਿੰਦੇ ਹਾਂ। ਬਾਅਦ ਚੋਂ ਅਸੀਂ ਕਾਜ਼ ਕ੍ਰੀਏਟ ਕਰਤਾ ਕਿ ਇਹੀ ਹੋਏਗੀ ਡਿਜ਼ਾਇਰ, ਹੋਰ ਤਾਂ ਕੁਝ ਹੋ ਹੀ ਨਹੀਂ ਸਕਦੀ। ਇਹ ਤਾਂ ਅਸੀਂ ਪੁੱਛਿਆ ਹੀ ਨਹੀਂ ਕਿ ਡਿਜ਼ਾਇਰ ਕੀ ਹੈ। ਇਹ ਕਦੋਂ ਪੁੱਛਣਾ ਸਟਾਰਟ ਕਰਾਂਗੇ ਉਹਨਾਂ ਨੂੰ, ਕਦੋਂ ਅਸੀਂ ਗੱਲ ਕਰਨਾ ਸਟਾਰਟ ਕਰਾਂਗੇ ਕਿਸੇ ਮਜ਼ਦੂਰ ਔਰਤ ਨਾਲ, ਕਿਸੇ ਦਲਿਤ ਔਰਤ ਨਾਲ, ਕਿ ਉਹਦੀ ਮੋਬਿਲਿਟੀ ਦੀ ਕੀ ਡਿਜ਼ਾਇਰ ਹੈ, ਕਿ ਉਹ ਬਾਹਰ ਨਹੀਂ ਜਾਣਾ ਚਾਹੁੰਦੀ। ਉਹਦੇ ਕੋਲ ਐਕਸੈਸ ਹੈ ਕਿ ਨਹੀਂ, ਇਹ ਅਲੱਗ ਮਸਲਾ ਹੈ। ਉਹ ਜਾ ਸਕਦੀ ਹੈ ਕਿ ਨਹੀਂ, ਅਲੱਗ ਮਸਲਾ ਹੈ। ਟੈਕਟੀਕਲੀ ਅਸੀਂ ਕੀ ਕਰਾਂਗੇ, ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀ ਕਿ ਪਹਿਲਾਂ ਅਸੀਂ ਕਿਸੇ ਪਿੰਡ 'ਚ ਜਾ ਕੇ ਨਹੀਂ ਬੋਲਾਂਗੇ ਕਿ ਸੈਕਸ਼ੂਅਲ ਫਰੀडम ਹੋਣੀ ਚਾਹੀਦੀ ਹੈ। ਹੋ ਸਕਦਾ ਅਸੀਂ ਸ਼ੁਰੂਆਤ ਪੜ੍ਹਾਈ ਤੋਂ ਕਰੀਏ, ਹੋ ਸਕਦਾ ਅਸੀਂ ਸ਼ੁਰੂਆਤ ਜ਼ਮੀਨ ਦੀ ਲੜਾਈ ਤੋਂ ਕਰੀਏ। ਟੈਕਟਿਕ ਇੱਕ ਅਲੱਗ ਸਵਾਲ ਹੈ, ਪਰ ਅਸੀਂ ਆਪਣੀ ਸਮਝ ਲਈ, ਆਪਣੀ ਆਈਡੀਓਲੋਜੀ ਲਈ, ਵਿਚਾਰਧਾਰਾ ਲਈ, ਜੇ ਉਹਦੇ ਅੰਦਰ ਵੀ ਅਸੀਂ ਇਹ ਨਹੀਂ ਮੰਨ ਕੇ ਚੱਲਦੇ ਕਿ ਉਹਦੀ ਹੋਰ ਵੀ ਕੋਈ ਇੱਛਾ ਹੋ ਸਕਦੀ ਹੈ, ਇੱਕ ਇੱਛਾਵਾਂ ਦੀ ਇਕੋਨੋਮੀ ਬਣਾ ਲਈ ਹੈ, ਤੇ ਉਹ ਮੈਨੂੰ ਲੱਗਦਾ ਹੈ ਰੀਵਿਜ਼ਿਟ ਕਰਨ ਦੀ ਲੋੜ ਹੈ ਸਾਨੂੰ। ਮੈਨੂੰ ਲੱਗਦਾ ਇਸ ਕੰਟੈਕਸਟ 'ਚ ਕਾਫੀ ਇੰਟਰਸਟਿੰਗ ਹੈ। ਮਤਲਬ ਜਿਹੜੀ ਸਭ ਤੋਂ ਕਹਿ ਲਓ ਵਨ ਆਫ ਦ ਮੋਸਟ ਇੰਪੋਰਟੈਂਟ ਹਿਸਟੋਰੀਕਲ ਮੂਵਮੈਂਟ 8 ਘੰਟੇ ਦੀ ਦਿਹਾੜੀ ਦੀ ਸਾਰੀ ਸਟਰਗਲ ਹੈ, ਉਸ ਤੋਂ ਬਾਅਦ ਵੀ ਤਾਂ ਅਸੀਂ ਇਹ ਕਿਹਾ ਨਾ ਕਿ 24 ਘੰਟੇ ਜੇ ਦਿਨ 'ਚ, ਤਾਂ ਅਸੀਂ ਉਹਨੂੰ ਡਿਵਾਈਡ ਕਿਵੇਂ ਕਰਾਂਗੇ? 8 ਘੰਟੇ ਰੈਸਟ ਲਈ, 8 ਘੰਟੇ ਕੰਮ ਦੇ, 8 ਘੰਟੇ ਜੋ ਅਸੀਂ ਕਰਨਾ ਚਾਹੁੰਦੇ ਹਾਂ ਉਹਦੇ ਲਈ। ਮਤਲਬ ਤੁਸੀਂ ਸਮਝਦੇ ਹੋ ਉਹਦੇ 'ਚ ਕਿੰਨਾ ਸਕੋਪ ਹੋ ਸਕਦਾ ਹੈ। ਅੱਜ ਜਦੋਂ ਮਤਲਬ ਕੰਟੈਂਪਰੇਰੀ ਦੌਰ 'ਚ ਬੈਠ ਕੇ ਅਸੀਂ ਇਹ ਗੱਲ ਕਰਦੇ ਹਾਂ ਕਿ ਕਿੱਦਾਂ ਜਿਹੜੇ ਕਹਿ ਲਓ ਕਲਚਰ ਜਾਂ ਆਰਟ ਦੇ ਸਾਧਨ ਨੇ, ਕਿਵੇਂ ਉਹਦੇ ਤੇ ਇੱਕ ਬਹੁਤ ਹੀ ਅਲੀਟ ਤਬਕੇ ਦਾ ਕੰਟਰੋਲ ਹੈ। ਉਹ ਸਾਰੇ ਇੰਸਟੀਟਿਊਸ਼ਨਸ, ਆਰਟ ਇੰਸਟੀਟਿਊਸ਼ਨਸ, ਇੰਟਰਟੇਨਮੈਂਟ ਕਲਚਰ ਇੰਸਟੀਟਿਊਸ਼ਨਸ ਬਹੁਤ ਅਲੀਟ ਨੇ, ਹਨਾ। ਤੇ ਉਹਨੂੰ ਡੀਸੈਂਟਰਲਾਈਜ਼ ਕਰਨ ਦੀ ਅਸੀਂ ਗੱਲ ਕਰਦੇ ਹਾਂ ਜਾਂ ਉਹਨੂੰ ਥੱਲੋਂ ਤੱਕ ਲਿਜਾਣ ਦੀ ਅਸੀਂ ਗੱਲ ਕਰਦੇ ਹਾਂ, ਉਹਦਾ ਮੰਤਵ ਇਹੀ ਹੈ ਨਾ, ਕਿਉਂਕਿ ਆਰਟ ਤਾਂ ਹਰ ਜਗ੍ਹਾ ਪਈ ਹੈ। ਸਿੰਪਲੀ ਦਿੱਕਤ ਇੰਨੀ ਹੈ ਕਿ ਉਹਨੂੰ ਐਕਸੈਸ ਬਹੁਤ ਹੀ ਘੱਟ ਲੋਕ ਕਰ ਪਾਉਂਦੇ ਆ। ਇਹ ਤਾਂ ਹੈ ਨਹੀਂ ਕਿ ਕ੍ਰੀਏਟੀਵਿਟੀ ਲੋਕਾਂ 'ਚ ਨਹੀਂ ਪਈ, ਬਸ ਇਹ ਹੈ ਕਿ ਉਹਨਾਂ ਨੂੰ ਮੌਕੇ ਨਹੀਂ ਮਿਲ ਰਹੇ। ਤਾਂ ਤੁਸੀਂ ਉਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਤੁਸੀਂ ਉਹਨੂੰ ਰੋਟੀ ਕੱਪੜਾ ਮਕਾਨ ਤੱਕ ਸੀਮਿਤ ਕਰਕੇ ਉਹਦੀ ਜਿਹੜੀ ਕਹਿ ਲਓ ਵੀ
ਦਿਸਹੱਦਿਆਂ ਤੱਕ ਦੀ ਜਿਹੜੀ ਫੈਲੇ ਹੋਏ ਸਕੋਪ ਨੇ, ਤੁਸੀਂ ਉਹਨੂੰ ਪਹਿਲਾਂ ਹੀ ਉਹਦੇ ਪਾਰ ਕੱਟ ਦੇਣਾ ਚਾਹੁੰਦੇ ਹੋ। ਤੇ ਬਲਕਿ ਹੁਣ ਉਲਟਾ ਚਾਹੀਦਾ, ਤੁਸੀਂ ਮਤਲਬ ਗੱਲ ਇਹ ਕਰੋ ਕਿ ਆਰਟ ਜਿਹੜੀ ਹੈ ਉਹ ਹਰ ਪਿੰਡ ਤੱਕ, ਹਰ ਘਰ ਤੱਕ ਪਹੁੰਚਣੀ ਚਾਹੀਦੀ ਹੈ ਹਨਾ। ਐਂਟਰਟੇਨਮੈਂਟ ਜਿੱਦਾਂ ਇਹਦੇ ਚ ਮੈਨੂੰ ਟਿਕਟੌਕ ਕਾਫੀ ਇੰਟਰਸਟਿੰਗ ਲੱਗਦਾ ਹਨਾ। ਤੇ ਮਤਲਬ ਆਪਾਂ ਵੈਸੇ ਵੀ ਟਿਕਟੌਕ ਨੂੰ ਲੈ ਕੇ ਦੋਨੋਂ ਵਿੱਚ ਗੱਲਬਾਤ ਕਰ ਰਹੇ ਸੀ। ਮਤਲਬ ਕਿਉਂਕਿ ਇੱਕ ਤਾਂ ਇਹ ਹੈ ਕਿ ਮੈਂ ਹੁਣ ਬਿਕਾਜ਼ ਮੇਰੀ ਜਿਹੜੀ ਮਾਸਟਰਸ ਹੈ ਉਹ ਫਿਲਮ ਸਟੱਡੀਜ਼ ਦੇ ਵਿੱਚ ਹੈ, ਕਲਚਰਲ ਮੀਡੀਆ ਹਨਾ, ਉਹ ਸਾਰਾ ਮੇਰਾ ਕਹਿ ਲਓ ਇੰਟਰਸਟ ਦਾ ਫੀਲਡ ਹੈ। ਉਹਦੇ ਚ ਇੱਕ ਡਿਸਕਸ਼ਨ ਤਾਂ ਇਹ ਹੈ ਹਾਈ ਆਰਟ ਲੋ ਆਰਟ ਦੀ। ਟਿਕਟੌਕ ਨੂੰ ਇੱਕ ਲੋ ਆਰਟ ਦੇ ਤੌਰ ਤੇ ਮੰਨਿਆ ਜਾ ਰਿਹਾ ਹੈ, ਮਤਲਬ ਜਿਹੜੇ ਕਹਿ ਲਓ ਐਲੀਟਸ ਨੇ ਜਾਂ ਹਾਈ ਆਰਟ ਨੂੰ ਪਸੰਦ ਕਰਨ ਵਾਲੇ ਨੇ, ਦੇ ਆਰ ਮੋਰ ਔਨ ਇੰਸਟਾਗ੍ਰਾਮ, ਫੇਸਬੁੱਕ ਤੇ ਟਿਕਟੌਕ ਕਹਿ ਲਓ ਵਰਕਿੰਗ ਕਲਾਸ ਤੇ ਉਹ ਸਭ। ਉਹ ਇੱਕ ਡਿਸਕਸ਼ਨ ਤਾਂ ਹੈਗੀ ਹੈ, ਪ੍ਰੋਬਲਮੈਟਿਕ ਹੈ ਬਹੁਤ। ਪਰ ਤੁਸੀਂ ਇਹ ਦੇਖੋ ਕਿੰਨਾ ਇੰਟਰਸਟਿੰਗ ਹੈ ਕਿ ਬਹੁਤ ਸਾਰੀਆਂ ਕੁੜੀਆਂ, ਬਿਕਾਜ਼ ਮੈਂ ਹੁਣ ਪਿੱਛੇ ਜੇ ਟਿਕਟੌਕ ਤੇ ਬੇਸਿਕਲੀ ਡਿਸਰਟੇਸ਼ਨ ਵੀ ਲਿਖੀ ਹੈ ਨਾ, ਤੇ ਬਹੁਤ ਸਾਰੀਆਂ ਕੁੜੀਆਂ, ਪੰਜਾਬੀ ਕੁੜੀਆਂ ਜਿਹੜੀਆਂ ਕਦੇ ਵੀ ਕਹਿ ਲਓ, ਮੈਂ ਮਤਲਬ ਪੰਜਾਬ 'ਚ ਸੈਕਸ਼ੁਅਲਿਟੀ ਨੂੰ ਲੈ ਕੇ ਜਾਂ ਮਤਲਬ ਬਹੁਤ ਹੀ ਦਬਾ ਕੇ ਰੱਖਿਆ ਜਾਂਦਾ ਕੁੜੀਆਂ ਨੂੰ ਹਨਾ। ਤੇ ਫਿਲਮ ਸਰਕਲ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਬਹੁਤ ਘੱਟ ਨਾਮ ਨੇ ਉਹਦੇ ਚੋਂ ਵੀ, ਜ਼ਿਆਦਾਤਰ ਜਿਹੜੀਆਂ ਕੁੜੀਆਂ ਆਈਆਂ ਆਈਦਰ ਫਰਮ ਦ ਵੈਰੀ ਇਨਫਲੂਐਂਸਡ ਫੈਮਲੀਜ਼ ਜਾਂ ਫਿਰ ਨੀਰੂ ਬਾਜਵਾ ਜਾਂ ਹੋਰ ਹੀਰੋਇਨਸ ਜਿਹੜੀਆਂ ਬਾਹਰੋਂ ਆਈਆਂ NRI ਪਰਿਵਾਰਾਂ ਚ ਨਾ, ਬਿਕਾਜ਼ ਉੱਥੇ ਉਹਨਾਂ ਕੋਲ ਸਪੇਸ ਹੈ। ਬਟ ਮੈਂ ਦੇਖਿਆ ਟਿਕਟੌਕ ਨੇ ਬਹੁਤ ਛੋਟੇ ਪਿੰਡਾਂ ਤੱਕ ਕੁੜੀਆਂ ਨੂੰ ਉਹ ਕਪੈਸਿਟੀ ਦੇਤੀ ਕਿ ਉਹ ਮਤਲਬ ਰੋਮਾਂਟਿਕ ਗਾਣਿਆਂ ਤੇ ਆਪਣੇ ਕਹਿ ਲਓ ਇਮੋਸ਼ਨਸ ਵਿਅਕਤ ਕਰ ਰਹੀਆਂ ਨੇ, ਉਹ ਉੱਥੇ ਵੀਡੀਓਜ਼ ਬਣਾ ਰਹੀਆਂ ਨੇ। ਠੀਕ ਹੈ, ਟਿਕਟੌਕ ਦੀ ਇੱਕ ਹੋਰ ਡਿਸਕਸ਼ਨ ਹੋ ਸਕਦੀ ਹੈ ਕਿ ਉਹ ਬਹੁਤ ਸਾਰੀਆਂ ਡਿਸਕਸ਼ਨਸ ਲਈ ਉਹ ਖੁੱਲਾ ਹੈਗਾ ਕਿ ਉਹ ਸੋਸਾਇਟੀ ਨੂੰ ਕਿੱਧਰ ਵੱਲ ਨੂੰ ਲੈ ਜਾ ਰਿਹਾ ਹੈ, ਇੱਕ ਕੰਜ਼ਿਊਮਰਿਸਟਿਕ ਟੈਂਡੈਂਸੀ ਉਹਦੀ ਹੈਗੀ ਆ। ਉਹ ਸਾਰੀਆਂ ਡਿਸਕਸ਼ਨਸ ਤੋਂ ਮੈਂ ਨਹੀਂ ਭੱਜ ਰਹੀ, ਉਹਦਾ ਇੱਕ ਪਰਸਪੈਕਟਿਵ ਹੈਗਾ ਹਨਾ ਦੂਜਾ। ਪਰ ਇਹ ਜਿਹੜੀ ਚੀਜ਼ ਹੈ ਕਿ ਤੁਸੀਂ ਆਰਟ ਨੂੰ ਇੱਕ ਤਬਕੇ ਤੋਂ ਇੰਨਾ ਦੂਰ ਰੱਖਿਆ ਸੀ ਤੇ ਉਹਨੂੰ ਟਿਕਟੌਕ ਵਰਗਾ ਇੱਕ ਈਜ਼ੀ ਮਾਧਿਅਮ ਮਿਲ ਗਿਆ ਆਪਦੀਆਂ ਭਾਵਨਾਵਾਂ, ਆਪਦੇ ਆਰਟਿਸਟਿਕ ਕਹਿ ਲਓ ਸਕਿੱਲਸ ਵਿਅਕਤ ਕਰਨ ਦਾ, ਉਹ ਕਾਫੀ ਮੈਨੂੰ ਇੰਟਰਸਟਿੰਗ ਲੱਗਦਾ ਹੈਗਾ ਇਸ ਸਾਰੇ ਨਜ਼ਰੀਏ ਤੋਂ। ਤੁਸੀਂ ਉੱਥੇ ਦੇਖੋ ਮਤਲਬ ਉੱਥੇ ਜਮਾਂ ਪੇਂਡੂ ਆਂਟੀਆਂ ਵੀ ਕਈ ਹਨਾ, ਜਿਨ੍ਹਾਂ ਨੂੰ ਤੁਸੀਂ ਕਦੇ ਸੋਚ ਨਹੀਂ ਸਕਦੇ ਵੀ ਅੱਛਾ ਆਂਟੀ ਕੀ ਆਰਟ ਕਰ ਸਕਦੀ, ਆਂਟੀ ਦੀ ਕੀ ਡਿਜ਼ਾਇਰ ਹੋ ਸਕਦੀ। ਆਂਟੀਆਂ ਦੀਆਂ ਤੁਹਾਨੂੰ ਵੀਡੀਓ ਜਿਹੜੀਆਂ ਮਤਲਬ ਕਹਿ ਲਓ ਆਪਦੇ ਪੋਤਿਆਂ ਦੋਤਿਆਂ ਜਾਂ ਪੋਤੀਆਂ ਦੋਤੀਆਂ ਦੀ ਹੈਲਪ ਨਾਲ ਬਣਾ ਰਹੇ ਆ, ਉਦਾਂ ਦੀਆਂ ਵੀਡੀਓਜ਼ ਤੁਹਾਨੂੰ ਉਹ ਕੰਟੈਂਟ ਦੇਖ ਕੇ ਤੁਹਾਨੂੰ ਇੰਨਾ ਜ਼ਰੂਰ ਸਮਝ ਆ ਜਾਊਗਾ ਕਿ ਆਰਟਿਸਟਿਕ ਇੱਕ ਟੈਂਡੈਂਸੀ ਜਿਹੜੀ ਹੈ ਉਹ ਹਰ ਬੰਦੇ ਦੇ ਵਿੱਚ ਪਈ ਹੈ, ਇਰਰਿਸਪੈਕਟਿਵ ਆਫ ਕਾਸਟ, ਕਲਾਸ, ਜੈਂਡਰ, ਉਹ ਸਾਰਿਆਂ 'ਚ ਪਈ ਹੈ। ਗੱਲ ਸਿਰਫ ਮੌਕਾ ਮਿਲਣ ਦੀ ਹੈ। ਤਾਂ ਉਹ ਮੈਨੂੰ ਉਸ ਪਰਸਪੈਕਟਿਵ ਤੋਂ ਮੈਨੂੰ ਕਾਫੀ ਟਿਕਟੌਕ ਇੰਟਰਸਟਿੰਗ ਲੱਗਦਾ ਹੈ। ਮੈਂ ਤੁਹਾਨੂੰ ਇੱਕ ਵੀਡੀਓ ਭੇਜੀ ਵੀ ਸੀ ਹਨਾ, ਬਿਕਾਜ਼ ਵੀ ਵਰ ਡਿਸਕਸਿੰਗ ਕਿ ਪੋਲੀਟੀਕਲੀ ਇਹਦੇ ਤੇ ਕੀ ਹੋ ਸਕਦਾ, ਐਂਡ ਆਈ ਵਾਸ ਸਰਪ੍ਰਾਈਜ਼ਡ ਕਿ ਓਕੇ ਇੱਕ ਕੁੜੀ ਮਤਲਬ ਆਪਦੇ ਲੈਵਲ ਤੇ ਆਈ ਡੋਂਟ ਨੋ ਉਹ ਕੋਈ ਪੋਲੀਟੀਕਲ ਐਕਟਿਵਿਸਟ ਹੈ ਨਹੀਂ ਹੈ ਕੀ ਨਹੀਂ, ਬਟ ਦ ਵੇ ਹਨਾ ਉਹਨੇ ਅੰਬੇਦਕਰ ਨੂੰ ਤੇ ਇੱਕ ਔਰਤ ਦੀ ਆਇਡੈਂਟੀਟੀ ਨੂੰ ਜਾਂ ਕਹਿ ਲਓ ਜਿਹੜੇ ਸੋਸ਼ਲ ਟੈਬੂਜ਼ ਨੇ ਉਹਨਾਂ ਨੂੰ ਜੋੜਿਆ ਉਸ ਕਿੰਨੀ 19 ਸੈਕਿੰਡ ਦੀ 30 ਸੈਕਿੰਡ ਦੀ ਵੀਡੀਓ 'ਚ। ਆਈ ਮੀਨ that's really interesting। ਬਹੁਤ ਕ੍ਰੀਏਟਿਵ ਹੈ ਉਹ ਸਾਰਿਆਂ, ਜਿਹੜਾ ਮਤਲਬ ਮਿਲਿਊ ਹੈ ਜਿਹੜਾ ਟਿਕਟੌਕ ਦਾ, ਸਾਰੀ ਸਪੇਸ ਹੈ। ਮੈਂ ਆਪ ਕੁਝ ਟਾਈਮ ਤੋਂ ਕੋਸ਼ਿਸ਼ ਕਰ ਰਹੀ ਹਾਂ ਦੇਖਣ ਦੀ, ਸਮਝਣ ਦੀ। ਇਟ ਇਜ਼ ਵੈਰੀ ਕ੍ਰੀਏਟਿਵ। ਤੇ ਜਿਹੜਾ ਮੈਸੇਜ ਉਹ ਵੀ ਇਹ ਆਉਂਦਾ ਨਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਰ ਮਨੁੱਖ ਸ੍ਰਿਜਨਾਤਮਕ ਹੋ ਸਕਦਾ ਹੈ, ਬਸ ਗੱਲ ਹੈ ਮੌਕਿਆਂ ਦੀ, ਉਹਨੂੰ ਮੌਕੇ ਮਿਲਣ ਦੀ ਲੋੜ ਹੈ ਤੇ ਉਹ ਮੌਕੇ ਦੇਣਾ ਸਾਡਾ ਟਾਸਕ ਹੋਣਾ ਚਾਹੀਦਾ ਹੈ। ਸਾਡਾ ਟਾਸਕ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਉਹਦੇ ਤੋਂ ਸ੍ਰਿਜਨਾਤਮਕਤਾ ਦੀ ਕੈਪੇਬਿਲਿਟੀ ਖੋਲੀਏ, ਅਸੀਂ ਡਿਕਲੇਅਰ ਕਰ ਦਈਏ ਕਿ ਸ੍ਰਿਜਨਾਤਮਕ ਹੋ ਹੀ ਨਹੀਂ ਸਕਦਾ, ਅਸੀਂ ਕਰ ਹੋ ਰਹੇ ਹਾਂ। ਤੇ ਇਹਦੇ 'ਚ ਨਾ ਇੱਕ ਚੀਜ਼ ਜਿਹੜੀ ਤੁਸੀਂ ਟੱਚ ਕੀਤੀ ਕੰਜ਼ਿਊਮਰਿਜ਼ਮ ਦੀ, ਮੈਨੂੰ ਲੱਗਿਆ ਇੱਕ ਅਸੀਂ ਮੁੱਦਾ ਛੱਡ ਦਿੱਤਾ ਥੋੜਾ ਜਿਹਾ, ਤੇ ਉਹ ਮਤਲਬ ਅਸੀਂ ਕਵਰ ਤਾਂ ਕੀਤਾ ਆਪਣੇ ਵੱਲੋਂ, ਪੂੰਜੀਵਾਦ ਦੀ ਵੀ ਗੱਲ ਕੀਤੀ, ਕੈਪੀਟਲਿਜ਼ਮ ਦੀ ਵੀ ਗੱਲ ਕੀਤੀ, ਪਰ ਮਾਰਕੀਟ ਸ਼ਬਦ ਨਹੀਂ ਨਾ ਬੋਲਿਆ। ਤੇ ਉਹਦੇ ਕਰਕੇ ਆਪਣੇ ਵੀ ਕੁਝ ਟਿਕ ਬਾਕਸ ਹੁੰਦੇ ਵੀ ਟਿਕ ਬੋਲਤਾ ਕਿਉਂਕਿ ਮਤਲਬ ਆਈ ਐਮ ਸੋ ਸ਼ੋਰ ਕਿ ਇਸ ਵੀਡੀਓ ਤੋਂ ਬਾਅਦ ਵੀ ਵਾਟ ਅਬਾਊਟ ਵੀ ਹੋਣੀ, ਤੁਸੀਂ ਇਹਦੇ ਬਾਰੇ ਨਹੀਂ ਬੋਲੇ, ਤੁਸੀਂ ਉਹਦੇ ਬਾਰੇ ਨਹੀਂ ਬੋਲੇ, ਇਹ ਸਾਰਾ ਕੁਝ ਹੋਣਾ। ਤੇ ਇੱਕ ਸਵਾਲ ਇਹ ਆਉਣਾ ਹੀ ਹੈ ਕਿ ਮੰਡੀ ਬਾਰੇ ਕੀ ਹੈ ਨਾ, ਮੰਡੀ ਵੀ ਤਾਂ ਔਰਤ ਨੂੰ ਕਿੰਨਾ ਓਪਰੈਸ ਕਰਦੀ ਹੈ, ਉਹ ਵੀ ਉਹਨੂੰ ਪੂਰਾ ਸੈਕਸ਼ੂਅਲ ਆਬਜੈਕਟ ਬਣਾਉਂਦੀ ਹੈ, ਤੇ ਬਹੁਤ ਕੁੜੀਆਂ, ਬਹੁਤ ਔਰਤਾਂ ਮੰਡੀ ਦੀਆਂ ਭੋਗ ਵਿਲਾਸ ਦੀ ਵਸਤੂ ਬਣਨਾ ਚਾਹੁੰਦੀਆਂ ਨੇ ਵਗੈਰਾ ਵਗੈਰਾ। ਤੇ ਇਹਦੇ ਬਾਰੇ ਮੈਂ ਰੀਸੈਂਟਲੀ ਇੱਕ ਪੋਸਟ ਵੀ ਲਿਖੀ ਸੀ, ਇੱਕ ਆਰਟੀਕਲ ਵੀ ਲਿਖਣ ਦੀ ਕੋਸ਼ਿਸ਼ ਕਰ ਰਹੀ ਹਾਂ, ਜਿੱਥੇ ਮੈਂ ਲਿਖਿਆ ਸੀ ਕਿ ਮੇਰੀ ਬਾਡੀ ਦੇ ਇੱਕ ਸਾਈਡ ਮੈਂ ਪੇਸਟ ਕੀਤਾ ਸੀ ਕਿ
ਸਾਰੇ ਮਾਰਕੀਟ ਦੇ ਸਟੈਂਡਰਡ ਨੇ ਕਿ ਇਹਦੀਆਂ ਬਾਹਾਂ ਮੋਟੀਆਂ ਨੇ, ਇਹਦਾ ਮੂੰਹ ਮੋਟਾ, ਨੱਕ ਮੋਟਾ ਹੈ, ਤੇ ਉਹ ਸਾਰਾ ਕੁਝ ਹੈ। ਤੇ ਦੂਜੇ ਪਾਸੇ ਇਹ ਕਿ ਇੱਥੇ ਇੱਜ਼ਤ ਹੈ, ਮਾਂ ਦੀ ਚੁੰਨੀ, ਭਰਾ ਦੀ ਮੁੱਛ, ਤੇ ਉਹ ਸਾਰਾ ਕੁਝ। ਇਹ ਦੋਨੋਂ ਚੀਜ਼ਾਂ ਹੀ ਕਿਵੇਂ ਸਾਨੂੰ ਅਪਰੈਸ ਕਰਦੀਆਂ ਨੇ। ਤੇ ਮੈਨੂੰ ਇੱਕ ਚੀਜ਼ ਜਿਹੜੀ ਸਰਪ੍ਰਾਈਜ਼ ਕੀਤੀ ਉਹ ਇਹ ਸੀਗੀ ਕਿ ਉਹ ਲੋਕ ਜਿਹੜਾ ਦਰਅਸਲ ਮੇਰਾ ਬਹੁਤ ਜੋ ਮੈਨੂੰ ਪਸੰਦ ਨਹੀਂ ਕਰਦੇ ਜਾਂ ਜੋ ਅਕਸਰ ਵਿਰੋਧ ਕਰਦੇ ਨੇ ਜਦੋਂ ਮੈਂ ਇਹ ਕਹਿੰਦੀ ਹਾਂ ਕਿ ਔਰਤ ਨੂੰ ਆਪਣੀ ਬੋਡੀ ਤੇ ਰਾਈਟ ਹੋਣਾ ਚਾਹੀਦਾ, ਮੇਰੀ ਬੋਡੀ ਮੇਰਾ ਅਧਿਕਾਰ, ਉਹ ਵਾਲੇ ਲੋਕ ਜਿਹੜੇ ਪਸੰਦ ਨਹੀਂ ਕਰਦੇ ਜਦੋਂ ਮੈਂ ਉਹਨਾਂ ਦੇ ਫਿਊਡਲਿਜ਼ਮ ਨੂੰ ਕੁਐਸਚਨ ਕਰਦੀ ਹਾਂ ਜਾਂ ਜਿਹੜਾ ਜਗੀਰਪੁਣਾ ਪਿਆ ਹੋਇਆ ਉਹਨੂੰ ਸਵਾਲ ਕਰਦੀ ਹਾਂ, ਉਹਨਾਂ ਨੇ ਬਹੁਤ ਰੱਜ ਕੇ ਕਮੈਂਟ ਕੀਤਾ, ਪਸੰਦ ਕੀਤਾ, ਤੇ ਬਹੁਤ ਉਹਨਾਂ ਨੂੰ ਮਤਲਬ ਖੁਸ਼ੀ ਹੋਈ ਕਿ ਠੀਕ ਹੈ ਮੰਡੀ ਖਿਲਾਫ ਵੀ ਕੋਈ ਬੋਲ ਰਿਹਾ। ਤੇ ਮੈਨੂੰ ਲੱਗਿਆ ਕਿ ਹਾਂ ਇਹ ਤਾਂ ਯਾਰ ਆਬਵੀਅਸ ਜੀ ਗੱਲ ਫਿਲਹਾਲ ਕਲੀਅਰ ਹੋਣੀ ਚਾਹੀਦੀ ਹੈ, ਪਰ ਜੇ ਨਹੀਂ ਹੈ ਤਾਂ ਆਪਾਂ ਕਰ ਵੀ ਦਿੰਦੇ ਹਾਂ ਕਿ ਇਹ ਕੋਈ ਨਹੀਂ, ਅਸੀਂ ਇਹ ਨਹੀਂ ਚਾਹੁੰਦੇ ਕਿ ਮਾਰਕੀਟ ਆ ਕੇ ਸਾਡੀ ਬੋਡੀ ਨੂੰ ਕੰਟਰੋਲ ਕਰਨ ਲੱਗ ਜਾਏ। ਇਹ ਅਸੀਂ ਨਹੀਂ ਚਾਹੁੰਦੇ ਕਿ ਮੰਡੀ ਆ ਕੇ ਡਿਸਾਈਡ ਕਰੇ ਕਿ ਮੈਂ ਮੂੰਹ ਤੇ ਕੀ ਲਾਉਣਾ, ਮੈਂ ਬਾਲ ਕਿਸ ਤਰ੍ਹਾਂ ਰੱਖਣੇ ਆ, ਮੈਂ ਸਰਜਰੀ ਕਰਾਉਣੀ ਹੈ, ਮੈਂ ਵੈਕਸ ਕਰਾਉਣੀ ਹੈ, ਮੈਂ ਕੱਪੜੇ ਕਿਹੋ ਜਿਹੇ ਪਾਣੇ ਆ, ਨਹੀਂ। ਲੇਕਿਨ ਇਹਦੇ ਨਾਲ ਇਹ ਸਮਝਣਾ ਵੀ ਜ਼ਰੂਰੀ ਹੈ ਨਾ ਕਿ ਤੁਸੀਂ ਜਿਸ ਸਮਾਜ 'ਚ ਰਹਿ ਰਹੇ ਹੋ ਉਹਦੇ 'ਚ ਜਿਹੜੀਆਂ ਚੀਜ਼ਾਂ, ਜਿਹੜੀਆਂ ਵਸਤੂਆਂ ਤੁਹਾਨੂੰ ਪੂੰਜੀਵਾਦ ਵੱਲੋਂ ਮਿਲ ਰਹੀਆਂ ਨੇ, ਤੁਸੀਂ ਉਹਨਾਂ ਨੂੰ ਮੁੜ ਪਰਿਭਾਸ਼ਿਤ ਵੀ ਕਰ ਸਕਦੇ ਹੋ ਆਪਣੇ ਲਈ। ਉਹ ਸਕੋਪ ਹੋ ਰਹਿਣਾ ਵੀ ਜ਼ਰੂਰੀ ਹੈ ਕਿ ਮੈਂ ਆਪ ਵੀ, ਤੁਸੀਂ ਆਪ ਵੀ, ਔਰਤਾਂ ਆਪ ਵੀ ਤੈਅ ਕਰ ਸਕਦੇ ਨੇ ਕਿ ਉਹਨਾਂ ਲਈ ਹੁਣ ਝੁਮਕੇ ਪਾਉਣ ਦਾ ਮਤਲਬ ਕੀ ਹੋਵੇਗਾ। ਤੇ ਉਹ ਕਰਦੇ ਵੀ ਨੇ, ਹੁਣ ਤਾਂ ਉਹ ਜੈਂਡਰ ਨਾਲ ਵੀ ਰਿਲੇਟਡ ਨਹੀਂ ਹੈ, ਹੁਣ ਤਾਂ ਇਹ ਵੀ ਹੋ ਗਿਆ ਹੈ ਕਿ ਬਹੁਤ ਸਾਰੇ ਮੁੰਡੇ, ਬਹੁਤ ਸਾਰੇ ਅਦਰ ਕੁਇਅਰ, ਜੈਂਡਰ ਕੁਇਅਰ ਕਮਿਊਨਿਟੀ ਵੀ ਈਅਰਿੰਗਸ ਪਾ ਕੇ ਘੁੰਮਦੇ ਨੇ, ਲਿਪਸਟਿਕ ਲਾ ਕੇ ਘੁੰਮਦੇ ਨੇ। ਉਹਨਾਂ ਨੇ ਪੂਰਾ ਰੀਡਿਫਾਈਨ ਕਰਨ ਦਾ ਪ੍ਰੋਜੈਕਟ ਹੈ ਜਿਹੜਾ ਕੋਸ਼ਿਸ਼ ਕੀਤੀ ਹੈ। ਮਤਲਬ ਇਹ ਕਹਿ ਕੇ ਮੈਂ ਇਸ ਚੀਜ਼ ਤੋਂ ਨਹੀਂ ਭੱਜ ਰਹੀ ਕਿ ਇਹਨਾਂ ਦਾ ਕਮੋਡਿਫਿਕੇਸ਼ਨ ਨਹੀਂ ਹੋਣਾ ਚਾਹੀਦਾ, ਇਹਨਾਂ ਦਾ ਵਪਾਰੀਕਰਨ ਨਹੀਂ ਹੋਣਾ ਚਾਹੀਦਾ। ਇਹ ਹੋ ਰਿਹਾ ਹੈ ਤੇ ਉਹਦੇ ਖਿਲਾਫ ਵੀ ਅਸੀਂ ਬੋਲ ਹੀ ਰਹੇ ਹਾਂ, ਲਿਖ ਹੀ ਰਹੇ ਹਾਂ, ਲੜ ਹੀ ਰਹੇ ਹਾਂ। ਪਰ ਇਹ ਸਵਾਲ ਫਿਰ ਵੀ ਬਾਰ-ਬਾਰ ਪੁੱਛਿਆ ਜਾਂਦਾ, ਲਾਈਕ ਆਈ ਇੰਟਰਸਟਿਡ ਕਿ ਤੁਸੀਂ ਇਸ ਨੂੰ ਕਿਵੇਂ ਐਡਰੈਸ ਕਰਦੇ ਹੋ। ਮੈਨੂੰ ਇਹਦੇ ਚ ਇੱਕ ਚੀਜ਼ ਲੱਗਦਾ, ਜਦੋਂ ਅਸੀਂ ਕਹਿੰਦੇ ਆ ਮਤਲਬ ਇਹੀ ਗੱਲ ਹੈ ਵੀ ਇਹ ਜਿਹੜੀ ਵਰਡ ਆਫ ਆਊਟਰੀ ਜਿਹੜੀ ਆਪਾਂ ਕਹਿੰਦੇ ਵੀ ਆਊਗੀ ਜਾਂ ਆਉਂਦੀ ਹੈ, ਇਹ ਵੀ ਸਿਰਫ ਉਦੋਂ ਆਉਂਦੀ ਹੈ ਜਦੋਂ ਔਰਤਾਂ ਸਵਾਲ ਚੱਕਦੀਆਂ ਨੇ, ਹਨਾ, ਜੈਂਡਰ ਦੀ ਗੱਲ ਕਰਦੇ ਆ, ਫੈਮਿਨਿਜ਼ਮ ਮੁੱਦਿਆਂ ਤੇ ਗੱਲ ਕਰਦੇ ਆ। ਤੁਸੀਂ ਇਹ ਭੁੱਲ ਜਾਂਦੇ ਹੋ ਕਿ ਜਿਹੜੀ ਮਾਰਕੀਟ ਹੈ, ਉਹ ਮੰਡੀ ਹੈ, ਉਹ ਤਾਂ ਮਰਦਾਂ ਨੂੰ ਵੀ ਉਨਾ ਹੀ ਮਤਲਬ ਉਪਭੋਗ ਦੀ ਵਸਤੂ ਬਣਾ ਰਹੇ ਹੈ। ਮਤਲਬ ਫੇਅਰ ਐਂਡ ਲਵਲੀ ਸਿਰਫ ਕੁੜੀਆਂ ਲਈ ਨਹੀਂ ਆਉਂਦੀ, ਉਹ ਮੁੰਡਿਆਂ ਲਈ ਵੀ ਆਉਂਦੀ ਹੈ, ਬਲੈਕ ਐਂਡ ਵਾਈਟ ਕਲਰ ਦੀ ਪੈਕਿੰਗ, ਹਨਾ। ਤੇ ਉਹ ਕੀ ਉਹ ਸਪਰੇ ਜਿਹਦੇ ਤੁਸੀਂ ਮਾਰੋ ਤੇ ਕੁੜੀਆਂ ਆ ਕੇ ਚਿਪਕ ਜਾਣਗੀਆਂ, ਉਹ ਤਾਂ ਮੁੰਡਿਆਂ ਲਈ ਆਉਂਦੀ ਹੈ, ਹਨਾ। ਤੇ ਉਹ ਤੁਹਾਡੀਆਂ ਡਿਜ਼ਾਇਰਸ ਤੇ ਵੀ ਮਾਰਕੀਟ ਉਦਾਂ ਹੀ ਕੰਮ ਕਰ ਰਹੀ ਹੈ। ਮਾਰਕੀਟ ਨੇ ਆਪਦੀ ਚੀਜ਼, ਮੰਡੀ ਨੇ ਆਪਦੀ ਚੀਜ਼ ਵੇਚਣੀ ਹੈ, ਤੇ ਉਹਨੂੰ ਜੋ ਵੀ ਪ੍ਰੋਫਿਟੇਬਲ ਲੱਗੂ ਨਾ ਉਹ ਉਧਰ ਨੂੰ ਹੋ ਜਾਣਗੇ। ਮਤਲਬ ਜੇ ਉਹਨੂੰ ਲੱਗ ਰਿਹਾ ਕਿ ਹਾਂ ਹੁਣ ਜੈਂਡਰ ਇਕੁਐਲਿਟੀ ਦੀ ਗੱਲ ਕਰ ਰਹੇ ਆ, ਤਾਂ ਉਹ ਮਸ਼ੀਨ ਦੀ, ਵਾਸ਼ਿੰਗ ਮਸ਼ੀਨ ਦੀ ਇਹੋ ਜਿਹੀ ਐਡ ਕੱਢੂਗੇ ਜਿਹਦੇ ਚ ਮਾਂ ਕਹਿ ਰਹੀ ਹੈ ਵੀ क्यों सिर्फ बहन के लिए क्यों जरूरी है, तेरे लिए भी इतनी जरूरी है, आजा तुझे सिखाऊं कपड़े कैसे धोने हैं। मतलब ਉਹਨੂੰ ਵੀ ਇਨਕੋਰਪੋਰੇਟ ਕਰ ਲੂਗੀ ਆਪਦੇ ਵਿੱਚ, ਹਨਾ। ਜੇ ਕਹਿ ਲੋ ਕੁਅਰ ਮੂਵਮੈਂਟ ਹੁਣ ਇੰਡੀਆ ਚ ਕਹਿ ਲੋ ਇੱਕ ਵੱਡੇ ਨਕਸ਼ੇ ਤੇ ਆਈ ਹੈ, ਤਾਂ ਉਹ ਕਹਿ ਲੋ ਜਿਹੜਾ ਕਿ ਅਨੋਖੀ ਵਰਗੇ ਜਿਹੜੇ ਬ੍ਰਾਂਡ ਨੇ, ਉਹ ਤੁਹਾਨੂੰ ਕੁਅਰ ਰਿਲੇਸ਼ਨਸ਼ਿਪਸ ਤੇ ਵੀ ਐਡ ਦੇਣ ਲੱਗ ਜਾਣਗੇ ਕਿ ਕਿੱਦਾਂ ਇੱਕ ਕੁੜੀ ਦੇ ਪੇਰੈਂਟਸ ਉਹਦੀ ਦੂਸਰੀ ਗਰਲ ਪਾਰਟਨਰ ਨੂੰ ਦੇਖਣ ਆ ਰਹੇ ਨੇ ਤੇ ਉਹਨਾਂ ਦੀ ਕੀ ਕਨਵਰਸੇਸ਼ਨ ਹੈ। ਮਤਲਬ ਮੰਡੀ ਹਰ ਚੀਜ਼ ਨੂੰ, ਜਿਹੜੀ ਵੀ ਇਹਨੂੰ ਪ੍ਰੋਫਿਟੇਬਲ ਲੱਗੂਗੀ ਉਹਨੂੰ ਯੂਜ਼ ਕਰ ਲੂਗੀ। ਫਿਰ ਉੱਥੇ ਵੀ ਗੱਲ ਉਹੀ ਹੈ ਨਾ, ਵੀ ਉੱਥੇ ਵੀ ਤੁਹਾਨੂੰ ਦਿੱਕਤ ਆ ਜਾਂਦੀ ਹੈ ਵੀ ਅੱਛਾ ਕੁੜੀਆਂ ਤਾਂ ਉਪਭੋਗ ਦੀ ਵਸਤੂ ਬਣ ਗਈਆਂ, ਮੁੰਡੇ ਕਿਹੜਾ ਨਹੀਂ ਬਣੇ। ਮਤਲਬ ਫੇਅਰ ਐਂਡ ਲਵਲੀ ਮੁੰਡਿਆਂ ਵਾਲੀ ਕਿਹੜਾ ਵਿਕਦੀ ਨਹੀਂ, ਜੇ ਵਿਕਦੀ ਨਾ ਹੁੰਦੀ ਤਾਂ ਬੰਦ ਹੋ ਜਾਂਦੀ ਉਹਨੂੰ, ਉਹ ਤਾਂ ਆਉਂਦੀ ਹੈ। ਸ਼ੇਵਿੰਗ ਜੈਲ ਤੁਹਾਡੀਆਂ ਮਤਲਬ ਜਿਹਦੇ ਨਾਲ ਵੀ ਬਹੁਤ ਸਮੂਥ ਚਿਹਰਾ ਹੋ ਜਾਊਗਾ, ਉਹ ਕਿਹੜਾ ਨਹੀਂ ਵਿਕਦੀਆਂ, ਉਹ ਵੀ ਵਿਕ ਰਹੀਆਂ, ਸਭ ਕੁਝ ਵਿਕ ਰਿਹਾ ਹੈ ਨਾ। ਹਰ ਚੀਜ਼ ਦਾ ਮੈਨੂੰ ਲੱਗਦਾ, ਹਰ ਕਾਸਮੈਟਿਕ ਪ੍ਰੋਡਕਟ ਦਾ ਜਿਹੜਾ ਉਹ ਮੇਲ ਵਰਜਨ ਇਸ ਟਾਈਮ ਮਾਰਕੀਟ 'ਚ ਅਵੇਲੇਬਲ ਹੈ, ਬਿਕਾਜ਼ ਉੱਥੇ ਉਹ ਵਿਕ ਰਿਹਾ ਤੇ ਉਹਨੂੰ ਪ੍ਰੋਫਿਟ ਮਿਲ ਰਿਹਾ, ਮੰਡੀ ਨੂੰ, ਇਸ ਕਰਕੇ ਉਹ ਵੇਚ ਰਿਹਾ। ਇਸ ਕਰਕੇ ਇੱਕ ਚੀਜ਼ ਤਾਂ ਮੈਨੂੰ ਇਹ ਵੀ, ਸਾਡੀ ਜਿਹੜੀ ਲੜਾਈ ਹੈ ਕੈਪੀਟਲਿਜ਼ਮ ਦੇ ਅਗੇਂਸਟ ਤਾਂ ਹੈ ਹੀ ਹੈ। ਉਹ ਤਾਂ ਅਸੀਂ ਕਹਿ ਹੀ ਰਹੇ ਹਾਂ ਵੀ ਅਸੀਂ ਕਲਾਸ ਸਟਰਗਲ ਦਾ ਵੀ ਉਨਾ ਹੀ ਹਿੱਸਾ ਹੈ ਜਿੰਨਾ ਅਸੀਂ ਕਾਸਟ, ਇਕਨੋਮਿਕ ਸਟਰਗਲ, ਸੋਸ਼ਲ ਸਟਰਗਲ, ਸੈਕਸ਼ੂਅਲ ਸਟਰਗਲ, ਉਹਨਾਂ ਜਿੰਨੀਆਂ ਅਸੀਂ ਉਹ ਲੜਨੀਆਂ, ਸਾਡੇ ਲਈ ਤਾਂ ਮਤਲਬ ਕਲਾਸ ਸਟਰਗਲ ਵੀ ਉਨੀ ਇੰਪੋਰਟੈਂਟ ਹੈ। ਪਰ ਗੱਲ, ਦ ਥਿੰਗ ਇਜ਼, ਦਿੱਕਤ ਤੁਹਾਡੀ ਹੈ ਨਾ, ਤੁਸੀਂ ਸਿਲੈਕਟਿਵ ਹੋ ਜਾਂਦੇ ਹੋ। ਅਸੀਂ ਜਦੋਂ ਸਿਰਫ ਕਹਿ ਲਓ ਕਲਾਸ ਸਟਰਗਲ ਯਾਦ ਆਉਂਦੀ ਹੈ, ਉੱਥੇ ਪ੍ਰੋਬਲਮ ਤੁਹਾਡੀ ਹੈ, ਸਾਡੀ ਨਹੀਂ ਹੈ। ਤੇ ਇਸ ਕਰਕੇ ਮੈਨੂੰ ਲੱਗਦਾ ਹੈ ਇਹ ਕਾਫੀ ਮਤਲਬ ਜ਼ਰੂਰੀ ਚੀਜ਼ ਹੈ। ਤੇ ਦੂਜੀ ਗੱਲ ਉਹੀ, ਜੇ ਸਾਨੂੰ ਉਹ ਸਿਖਾਉਂਦਾ ਹੈ, ਮਾਰਕੀਟ ਸਾਨੂੰ ਸਿਖਾਉਂਦੀ ਹੈ ਤੁਸੀਂ ਕੀ ਕੱਪੜੇ ਪਾਉਣੇ ਕੀ ਨਹੀਂ, ਉੱਥੇ ਤਾਂ ਤੁਹਾਨੂੰ ਲੱਗਦਾ ਪ੍ਰੋਬਲਮੈਟਿਕ ਕਿ ਅੱਛਾ ਮਾਰਕੀਟ ਤੁਹਾਨੂੰ ਦੱਸ ਰਹੀ ਹੈ ਤੇ ਤੁਸੀਂ ਉਹਦੇ ਅਕੋਰਡਿੰਗ ਕਰ ਰਹੀ ਹੋ ਜਾਂ ਨਹੀਂ ਕਰ ਰਹੇ ਹੋ। ਤੁਸੀਂ ਉਹ ਭੁੱਲ ਜਾਂਦੇ ਹੋ ਕਿ ਤੁਸੀਂ ਵੀ
ਸਾਡੇ ਤੇ ਬੰਦਿਸ਼ਾਂ ਲਾਉਂਦੇ ਹੋ ਨਾ, ਤੁਸੀਂ ਕੀ ਪਾਉਣਾ ਕੀ ਨਹੀਂ। ਆਈ ਸਟਿਲ ਰਿਮੈਂਬਰ, ਮੈਂ ਕੋਈ ਕਿਸੇ ਪੋਲੀਟੀਕਲ, ਮੈਂ ਜਿੱਦਾਂ ਫ੍ਰੀਕੁਐਂਟਲੀ ਨਾ ਫੇਸਬੁੱਕ ਤੇ ਵੀਡੀਓਜ਼ ਪਾਉਂਦੀ ਰਹਿੰਦੀ ਪੋਲੀਟੀਕਲ ਮੁੱਦਿਆਂ ਤੇ, ਮੈਂ ਏਦਾਂ ਹੀ ਕੋਈ ਵੀਡੀਓ ਪਾਈ ਤੇ ਆਈ ਵਾਸ ਵੇਅਰਿੰਗ ਅ ਸ਼ਰਟ ਹੈ ਨਾ, ਤੇ ਉਹ ਮਤਲਬ ਉਹਦੇ ਥੱਲੇ ਕਮੈਂਟ ਕਿੱਦਾਂ ਦੇ ਆ ਰਹੇ, ਮੈਡਮ ਜੀ ਗੱਲਬਾਤ ਤਾਂ ਤੁਹਾਡੀ ਜਮਾ ਸਹੀ ਹੈ, ਪਰ ਆ ਸ਼ਰਟ ਦਾ ਉੱਪਰਲਾ ਬਟਨ ਬੰਦ ਕਰ ਲਓ। हम लाइक तू ਗੱਲਬਾਤ ਜੇ ਤੂੰ ਸਹਿਮਤ ਹੈ ਤੇ ਤੈਨੂੰ ਮੇਰੇ ਸ਼ਰਟ ਦੇ ਬਟਨ ਨਾਲ ਕੀ ਦਿੱਕਤ ਹੈ, ਉਹ ਮਤਲਬ ਉਹ ਮੈਂ ਡਿਸਾਈਡ ਕਰੂੰਗੀ ਨਾ ਮੈਂ ਕਿੰਨੇ ਬੰਦ ਕਰਨੇ ਕਿੰਨੇ ਖੋਲਣੇ ਆ। ਤੇ ਗੱਲ ਉਹੀ ਹੈ ਵੀ ਸਿਰਫ ਮੰਡੀ ਨਹੀਂ ਸਾਨੂੰ ਡਿਕਟੇਟ ਕਰਦੀ, ਤੁਸੀਂ ਵੀ ਕਰਦੇ ਹੋ, ਤੇ ਸਾਡੀ ਲੜਾਈ ਤਾਂ ਦੋਨਾਂ ਦੇ ਖਿਲਾਫ ਹੈ, ਮੰਡੀ ਦੇ ਖਿਲਾਫ ਵੀ ਹੈ, ਤੁਹਾਡੇ ਦੇ ਖਿਲਾਫ ਵੀ ਹੈ। ਮਤਲਬ ਮੈਂ ਜੇ ਮਤਲਬ ਕਈਆਂ ਨੂੰ ਲੱਗਦਾ ਵੀ ਬੀਬਾ ਗੱਲ ਤੇਰੀ ਜਮਾ ਸਹੀ ਹੈ, ਪਰ ਸਿਰ ਢੱਕ ਕੇ ਗੱਲ ਕਰਿਆ ਕਰ, ਪੰਜਾਬ ਦੀ ਉਹ ਸੰਸਕ੍ਰਿਤੀ ਹੈ ਜਾਂ ਪੰਜਾਬ ਦਾ ਉਹ ਕਲਚਰ ਹੈ। I'm sorry, I will decide मैं सिर ढकना है नहीं ढकना, मैं शॉर्ट स्कर्ट पाउनी है, मैं ਸਟੈਪਲੈਸ ਟੌਪ ਪਾਉਣਾ ਹੈ, I will decide that। ਮੈਂ ਤੁਹਾਨੂੰ ਵੀਡੀਓ ਪਾ ਰਹੀ ਹਾਂ ਆਪਦੀ ਗੱਲ ਦੱਸਣ ਲਈ, ਤੁਸੀਂ ਉਹ ਸੁਣੋ, ਉਹਦੇ ਤੇ ਕੋਈ ਪੋਲੀਟੀਕਲ ਡਿਸਐਗਰੀਮੈਂਟ ਹੈ, ਕੋਈ ਕਾਊਂਟਰ ਕ੍ਰਿਟਿਕ ਉਹਦਾ ਹੈ ਤਾਂ ਤੁਸੀਂ ਉਹ ਦਿਓ, ਹਨਾ। ਤੇ ਮਤਲਬ ਉਹੀ ਗੱਲ ਵੀ ਤੁਸੀਂ ਮੰਡੀ ਵੇਲੇ ਤਾਂ ਝੱਟ ਆ ਜਾਓਗੇ, ਉੱਥੇ ਤਾਂ ਤੁਹਾਡੀ ਆਤਮਿਕ ਮਤਲਬ ਕਿ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਵੀ ਹਾਂ ਆ ਠੀਕ ਹੈ, ਫਿਰ ਉਹੀ ਮਤਲਬ ਲਾਰਜਰ ਪੋਲੀਟੀਕਲ ਡਿਸਕੋਰਸ ਚ ਆ ਗਈ। ਪਰ ਜਿੱਥੇ ਗੱਲ ਆ ਜਾਂਦੀ ਹੈ ਸੋਸ਼ਲ ਬੰਦਿਸ਼ਾਂ ਦੀ, ਹੈ ਨਾ, ਜਿੱਥੇ ਤੁਸੀਂ ਫਿਰ ਕਲਚਰ ਦਾ ਕਾਊਂਟਰ ਆਰਗੂਮੈਂਟ ਦਿੰਦੇ ਹੋ, ਰਿਲੀਜਨ ਦਾ, ਸੰਸਕ੍ਰਿਤੀ ਦਾ ਦਿੰਦੇ ਹੋ, ਉੱਥੇ ਫਿਰ ਤੁਹਾਨੂੰ ਪ੍ਰੋਬਲਮ ਹੁੰਦੀ ਹੈ। ਸਿਲੈਕਟਿਵ ਅਸੀਂ ਨਹੀਂ ਹੈ, ਸਿਲੈਕਟਿਵ ਤੁਸੀਂ ਹੀ ਹੋ। ਬਿਲਕੁਲ ਸਹੀ ਹੈ। ਇਹ ਮੈਸੇਜ ਵੀ ਮੈਨੂੰ ਲੱਗਦਾ ਬਹੁਤ ਵਧੀਆ, ਇੱਕ ਮੈਸੇਜ ਤੇ ਵੀ ਅਸੀਂ ਹੁਣ ਕਨਕਲੂਡ ਕਰ ਰਹੇ ਹਾਂ ਕਿ ਅਸੀਂ ਤਾਂ ਐਂਟੀ ਕੈਪੀਟਲਿਸਟ ਸ਼ੁਰੂ ਤੋਂ ਹੀ ਹੈਗੇ ਆ। ਅਸੀਂ ਤਾਂ ਮਤਲਬ ਔਰਤਾਂ ਤਾਂ ਲੈਫਟ ਆਰਗੇਨਾਈਜੇਸ਼ਨਸ ਦਾ, ਲਾਰਜਰ ਪੋਲੀਟੀਕਲ ਮੂਵਮੈਂਟਸ ਦਾ, ਪੋਲਿਟਿਕਸ ਦਾ ਕਿੰਨੀ ਦੇਰ ਤੋਂ ਹਿੱਸਾ ਨੇ, ਕਾਸਟ ਐਂਟੀ ਕਾਸਟ ਮੂਵਮੈਂਟਸ ਦਾ ਬਹੁਤ ਦੇਰ ਤੋਂ ਹਿੱਸਾ ਨੇ, ਜਮਾਤੀ ਸੰਘਰਸ਼ ਦਾ ਬਹੁਤ ਦੇਰ ਤੋਂ ਹਿੱਸਾ ਨੇ, ਪਾਰਟਿਸਿਪੇਟ ਕਰਦੀਆਂ ਨੇ, ਲੀਡਰ ਰਹਿੰਦੀਆਂ ਨੇ, ਲਿਖਦੀਆਂ ਨੇ, ਪੜ੍ਹਦੀਆਂ ਨੇ, ਇੰਨੀ ਦੇਰ ਤੋਂ ਐਕਟਿਵ ਨੇ ਇੰਡੀਆ 'ਚ, ਪੰਜਾਬ 'ਚ ਵੀ। ਹੁਣ ਦਰਅਸਲ ਲੋੜ ਹੈ ਕਿ ਤੁਸੀਂ ਸਾਡਾ ਸਾਥ ਦਿਓ। ਤੁਸੀਂ ਸਾਨੂੰ ਪੁੱਛ ਰਹੇ ਹੋ ਕਿ ਤੁਸੀਂ ਇਸ ਬਾਰੇ ਨਹੀਂ ਬੋਲਦੇ, ਉਸ ਬਾਰੇ ਨਹੀਂ ਬੋਲਦੇ, ਅਸੀਂ ਤਾਂ ਕਦੋਂ ਦੇ ਬੋਲ ਰਹੇ ਆ। ਇਹ ਸਾਡੇ ਵੱਲੋਂ ਸੱਦਾ ਹੈ ਕਿ ਹੁਣ ਤੁਸੀਂ ਵੀ ਸਾਡਾ ਸਾਥ ਦਿਓ, ਸਾਡੀ ਸਪੋਰਟ ਤੇ ਆਓ ਕਿ ਹਾਂ ਜਦੋਂ ਇੰਨੀ ਦੇਰ ਦੀ ਸਟਰਗਲ ਚੱਲ ਰਹੀ ਹੈ, ਫॉर ਐਗਜ਼ਾਮਪਲ ਕਲਾਸ ਦੀ, ਜਾਂ ਇੰਨੀ ਦੇਰ ਦੀ ਪੋਲੀਟੀਕਲ ਡਿਸਕੋਰਸ, ਲਾਰਜਰ ਪੋਲੀਟੀਕਲ ਇਮੈਂਸੀਪੇਸ਼ਨ ਦੀ ਸਟਰਗਲ ਚੱਲ ਰਹੀ, ਉਹਦੇ ਵਿੱਚ ਜੇ ਔਰਤਾਂ ਨੇ ਵੱਧ ਚੜ ਕੇ ਪਾਰਟਿਸਿਪੇਟ ਕੀਤਾ। ਮੈਂ ਸ਼ਹੀਨ ਬਾਗ ਤੇ ਵੀ ਇੱਕ ਲੇਖ ਲਿਖਿਆ ਸੀਗਾ, ਉਦੋਂ ਵੀ ਮੈਂ ਇਹੀ ਗੱਲ ਕਹੀ ਸੀ ਕਿ ਸ਼ਹੀਨ ਬਾਗ ਔਰਤ ਲੜਾਈ ਦੀ ਮੂਵਮੈਂਟ ਨਹੀਂ ਹੈ, ਤੇ ਫਿਰ ਵੀ ਔਰਤਾਂ ਕਿੰਨੇ ਵੱਡੇ ਪੱਧਰ ਤੇ ਪਾਰਟਿਸਿਪੇਟ ਕਰ ਰਹੀਆਂ ਨੇ। ਤੇ ਮੈਂ ਚਾਹੁੰਦੀ ਹਾਂ ਕਿ ਕੋਈ ਇਹੋ ਜਿਹਾ ਦਿਨ ਵੀ ਆਵੇ ਕਿ ਔਰਤ ਮੁਕਤੀ ਦੀ ਲੜਾਈ ਹੋਵੇ ਤੇ ਇੰਨੀ ਵੱਡੀ ਪਾਰਟਿਸਿਪੇਸ਼ਨ ਹੀ ਮਰਦਾਂ ਦੀ ਵੀ ਹੋਵੇ ਨਾਲ, ਕਿ ਅਸੀਂ ਉਹ ਦਿਨ ਇਮੇਜਿਨ ਕਰ ਸਕਦੇ ਹਾਂ, ਕਿ ਅਸੀਂ ਉਹ ਦਿਨ ਇਮੇਜਿਨ ਕਰ ਸਕਦੇ ਹਾਂ ਜਦੋਂ ਇਹ ਸਵਾਲ ਨਹੀਂ ਪੁੱਛਿਆ ਜਾਏਗਾ ਕਿ ਮਰਦਾਂ ਦਾ ਕੀ, ਜਾਂ ਇਹ ਨਹੀਂ ਪੁੱਛਿਆ ਜਾਏਗਾ ਕਿ ਤੁਸੀਂ ਇਹਦੇ ਬਾਰੇ ਕਿਉਂ ਨਹੀਂ ਬੋਲੇ, ਉਸ ਬਾਰੇ ਕਿਉਂ ਨਹੀਂ ਬੋਲੇ। ਉਸ ਇਮੇਜਿਨੇਸ਼ਨ ਵੱਲ ਵਧਣ ਚ ਹੀ ਮਤਲਬ ਇੱਕ ਇਹੋ ਜਿਹਾ ਫੈਮਿਨਿਜ਼ਮ, ਇੱਕ ਇਹੋ ਜਿਹਾ ਪੋਲੀਟੀਕਲ ਆਈਡੀਓਲੋਜੀਕਲ ਡਿਸਕੋਰਸ ਅਸੀਂ ਕ੍ਰੀਏਟ ਕਰਨਾ ਚਾਹੁੰਦੇ ਹਾਂ ਜਿਹੜਾ ਐਂਟੀ ਕੈਪੀਟਲਿਸਟ ਵੀ ਹੋਵੇ, ਜਿਹੜਾ ਐਂਟੀ ਕਾਸਟ ਵੀ ਹੋਵੇ ਤੇ ਐਂਟੀ ਜੈਂਡਰ ਸਟੀਰੀਓਟਾਈਪ ਵੀ ਹੋਵੇ। ਤੇ ਇਹ ਆਬਵੀਅਸ ਜੀ ਗੱਲ ਹੈ, ਇਹ ਤੁਸੀਂ ਬਿਲਕੁਲ ਬੇਸਿਕ ਵਿਚਾਰਧਾਰਾ ਤੋਂ ਵੀ ਸਮਝ ਸਕਦੇ ਹੋ। ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀ ਕਿ ਕੜੀਆਂ ਜੁੜੀਆਂ ਹੋਈਆਂ ਨੇ, ਬਿਨਾਂ ਇੱਕ ਦੇ ਦੂਜਾ ਨਹੀਂ ਐਡਰੈਸ ਹੋ ਸਕਦਾ, ਇਹ ਸਾਨੂੰ ਚੰਗੀ ਤਰ੍ਹਾਂ ਸਮਝ ਹੈ। ਇਹ ਸਮਝਦੇ ਹੋਏ ਜੇ ਨਹੀਂ ਹੈ ਤਾਂ ਹੌਲੀ ਹੌਲੀ ਹੋ ਰਹੀ ਹੈ। ਅਸੀਂ ਇਹ ਵੀ ਮੰਨ ਲੈਂਦੇ ਹਾਂ ਕਿ ਹੋ ਸਕਦਾ ਕੋਈ ਇੱਕ ਅੱਧੀ ਚੀਜ਼ ਨਾ ਹੋਵੇ, ਤੁਸੀਂ ਦੱਸਦੀ, ਥੈਂਕ ਯੂ। ਪਰ ਉਹਦੇ ਨਾਲ ਹੁਣ ਜਿਹੜੀ ਚੀਜ਼ ਅਸੀਂ ਕਹਿ ਰਹੇ ਹਾਂ ਕਿ ਮੇਕ ਜੈਂਡਰ ਅ ਪਾਰਟ ਆਫ ਯੋਰ ਕਨਵਰਸੇਸ਼ਨ, ਜੈਂਡਰ ਦੀ ਲੜਾਈ ਨੂੰ ਆਪਣੀ ਲੜਾਈ ਦਾ ਹਿੱਸਾ ਬਣਾਓ। ਉਹ ਜਿਹੜਾ ਇੱਕ ਮੈਸੇਜ ਹੀ ਹੈ ਕਿ ਜਦੋਂ ਅਸੀਂ ਕਹਿ ਰਹੇ ਹਾਂ ਕਿ ਔਰਤ ਦੀ ਆਜ਼ਾਦੀ ਦਾ ਸਵਾਲ ਹੈ, ਜਦੋਂ ਅਸੀਂ ਚਰਚਾ ਸ਼ੁਰੂ ਕੀਤੀ ਕਿ ਜਿਹੜੀ ਬੇਖੌਫ ਆਜ਼ਾਦੀ ਸਾਨੂੰ ਚਾਹੀਦੀ ਹੈ ਉਹ ਸਾਰੇ ਐਸਪੈਕਟਸ ਕਵਰ ਕਰਦੀ ਹੋਵੇ। ਤੇ ਉਸ ਸਟੂਡੈਂਟ ਦਾ ਵੀ ਜੋ ਕੁਐਸਚਨ ਸੀਗਾ ਉਹ ਇਹੀ ਸੀਗਾ ਕਿ ਉਹ ਕਿਸ ਤਰ੍ਹਾਂ ਹੋ ਸਕਦਾ ਹੈ, ਕਿਸ ਤਰ੍ਹਾਂ ਇਹ ਸਾਰੀ ਆਜ਼ਾਦੀ ਲੜੀ ਜਾ ਸਕਦੀ, ਕਿਉਂਕਿ ਬਹੁਤ ਵੱਡਾ ਡਿਸਕੋਰਸ ਲੱਗਦਾ ਨਾ ਉਹ, ਤੇ ਉਹ ਤੁਸੀਂ ਤੇ ਮੈਂ ਜਾਂ ਉਹ ਸਟੂਡੈਂਟ ਇਕੱਲੀ ਨਹੀਂ ਕਰ ਸਕਦੀ। ਇਹਦੇ ਲਈ ਤਾਂ ਇੱਕ ਲਾਰਜਰ ਪੋਲੀਟੀਕਲ ਮੂਵਮੈਂਟ ਦੀ, ਸੋਸ਼ਲ ਮੂਵਮੈਂਟ ਦੀ ਲੋੜ ਹੈ ਜਿਹੜੀ ਟੋਟੈਲਿਟੀ 'ਚ ਸਮਝਦੀ ਹੋਵੇ ਇਸ ਸਮਾਜ ਦੇ ਢਾਂਚੇ ਨੂੰ, ਤੇ ਸਾਰੀਆਂ ਹੀ ਜਿਹੜੀਆਂ ਬਣਤਰ ਦੀਆਂ ਜਾਂ ਸੁਪਰ ਸਟਰਕਚਰ ਦੀਆਂ ਸਾਰੀਆਂ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਕਲੈਕਟਿਵਲੀ ਐਡਰੈਸ ਕਰਦੀ ਹੋਵੇ। ਐਨੀਥਿੰਗ ਨਵਕਿਰਨ, ਜੋ ਤੁਸੀਂ ਐਂਡ 'ਚ ਮੈਸੇਜ ਦੇਣਾ ਚਾਹੁੰਦੇ ਹੋ? ਉਹੀ ਮੈਨੂੰ ਲੱਗਦਾ ਕਿ ਕਹਿ ਲਓ ਅਸੀਂ ਜਦੋਂ ਅੱਜ ਵਜੂਦ ਦੇ ਪਲੇਟਫਾਰਮ ਤੋਂ ਬੈਠ ਕੇ ਗੱਲ ਕਰ ਰਹੇ ਹਾਂ, ਅਸੀਂ ਤਾਂ ਆਲਰੇਡੀ ਮਤਲਬ ਬਹੁਤ ਹੀ ਇਨਕਲੂਸਿਵ ਹੋ ਕੇ ਗੱਲ ਕਰ ਰਹੇ ਹਾਂ। ਅਸੀਂ ਤਾਂ ਖੁੱਲੇ ਹੱਥਾਂ ਨਾਲ ਸਵਾਗਤ ਕਰਦੇ ਹਾਂ ਸਾਰਿਆਂ ਦਾ, ਬਿਕਾਜ਼ we are the people ਜਿਹੜੇ ਆਲਰੇਡੀ ਕਹਿ ਲਓ ਲਾਰਜਰ ਜਿਹੜਾ ਪੋਲੀਟੀਕਲ ਡਿਸਕੋਰਸ ਹੈ, ਰਾਈਟ ਵਿੰਗ ਡਿਸਕੋਰਸ ਹੈ, ਉਹਦੇ ਖਿਲਾਫ ਬੋਲ ਰਹੇ ਹਾਂ। ਜੈਂਡਰ ਦੇ ਮੁੱਦਿਆਂ ਤੋਂ ਇਲਾਵਾ ਅਸੀਂ ਕਾਸਟ ਤੇ ਬੋਲ ਰਹੇ ਹਾਂ, ਹਰ ਤਰ੍ਹਾਂ ਦੀ ਕਹਿ ਲਓ ਐਕਸਕਲੂਸਿਵਿਟੀ ਦੇ ਖਿਲਾਫ ਅਸੀਂ ਆਲਰੇਡੀ ਬੋਲ ਰਹੇ ਹਾਂ। ਅਸੀਂ ਤਾਂ ਬਹੁਤ ਇਨਕਲੂਸਿਵ ਹੈ। ਦਿੱਕਤ ਇਹ ਹੈ ਕਿ ਤੁਹਾਨੂੰ ਪ੍ਰੋਬਲਮ ਲੱਗ ਰਹੀ ਹੈ, ਤੁਹਾਨੂੰ ਲੱਗ ਰਿਹਾ ਵੀ ਨਾ ਆਹ ਜੈਂਡਰ ਛੱਡੋ, ਬਸ ਇਹਦੇ ਤੇ ਗੱਲ ਕਰੋ।
ਤੁਸੀਂ ਐਕਸਕਲੂਸਿਵ ਹੋ ਰਹੇ ਹੋ। ਤਾਂ ਮੈਨੂੰ ਲੱਗਦਾ ਕਿ ਬਜਾਏ ਕਿ ਸਾਡੇ ਚ ਨੁਕਸ ਕੱਢਣ ਦੇ ਜਾਂ ਸਾਨੂੰ ਮੱਤਾਂ ਦੇਣ ਦੇ ਕਿ ਕੁੜੀਓ ਆਹ ਨਹੀਂ ਆਹ ਕਰੋ, ਆ ਜਾਓ ਯਾਰ ਸਾਡੇ ਨਾਲ ਆ ਜਾਓ, ਕੀ ਦਿੱਕਤ ਹੈ। ਮਤਲਬ ਅਸੀਂ ਵੀ ਤਾਂ ਤੁਹਾਡੇ ਨਾਲ ਸੜਕਾਂ ਤੇ ਖੜੇ ਹਾਂ, ਇੰਨੇ ਸਾਲਾਂ ਦੇ ਖੜੇ ਹਾਂ। ਵੀ ਸਿਰਫ ਜੇ ਹੁਣ ਇੱਕ ਜੈਂਡਰ ਦਾ ਮੁੱਦਾ ਵਿੱਚ ਆ ਗਿਆ ਤਾਂ ਫਿਰ ਸਾਡੀ ਕੋਈ ਜਿਹੜੀ ਕਹਿ ਲਓ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਔਰਤਾਂ ਦੀ ਲੈਫਟ ਮੂਵਮੈਂਟ ਦੇ ਵਿੱਚ ਕੋਈ ਜਿੰਨੀ ਸ਼ਮੂਲੀਅਤ ਰਹੀ ਅੱਜ ਤੱਕ ਉਹ ਜ਼ੀਰੋ ਹੋ ਜੂਗੀ, ਉਹ ਤਾਂ ਨਹੀਂ ਨਾ। ਜੇ ਅੱਜ ਕਿਸੇ ਨੇ ਜੈਂਡਰ ਦਾ ਸਵਾਲ ਚੱਕ ਲਿਆ, ਉਹ ਤਾਂ ਉੱਥੇ ਹੀ ਖੜੀ ਹੈ ਨਾ, ਉਹ ਲੀਗੇਸੀ ਤਾਂ ਸਾਡੇ ਕੋਲ ਹੈਗੀ ਹੈ ਨਾ, ਅਸੀਂ ਉਹਦੀ ਚੌੜਾਈ ਤੇ ਲੈ ਹੀ ਸਕਦੇ ਹਾਂ। ਤੇ ਅੱਜ ਤੁਸੀਂ ਵੀ ਆ ਕੇ ਮਤਲਬ ਇਸ ਸਵਾਲ ਦੇ ਮੋਢੇ ਨਾਲ ਮੋਢਾ ਜੋੜ ਲਓ। ਅਸੀਂ ਵੀ ਮੰਨਦੇ ਹਾਂ ਕਿ ਅਸੀਂ ਪਾਸਟ 'ਚ ਗਲਤੀਆਂ ਕੀਤੀਆਂ ਨੇ, ਜਾਂ ਅਸੀਂ ਵੀ ਉਹ ਚੀਜ਼ਾਂ ਨਹੀਂ ਸੀ ਜਾਣਦੇ ਜਿਹੜੀਆਂ ਹੁਣ ਜਾਣ ਰਹੇ। ਅਸੀਂ ਵੀ ਕੁਝ ਗਲਤ ਜਾਣਦੇ ਸੀ ਜਿਹਨੂੰ ਅਨਲਰਨ ਕਰ ਰਹੇ ਹਾਂ, ਤੁਸੀਂ ਵੀ ਕਰ ਲਓ। ਮਤਲਬ ਓਨੈਸਟੀ ਰੱਖਣ 'ਚ ਕੀ ਦਿੱਕਤ ਹੈ। ਮਤਲਬ ਅਸੀਂ ਕੋਈ ਤੁਹਾਨੂੰ ਫਵਾਹੇ ਚਾੜ ਦਾਂਗੇ, ਏਦਾਂ ਥੋੜੀ ਹੈ ਨਾ। ਇੱਕ ਜਿਹੜੀਆਂ ਸਾਡੇ ਤੋਂ ਗਰੰਟੀਆਂ ਮੰਗਣ ਦੀ ਕੋਸ਼ਿਸ਼ ਕਰਦੇ ਹੋ, ਮੈਂ ਉਹੀ ਕਹਿਣਾ ਚਾਹੂੰਗੀ ਉਹ ਬੰਦ ਕਰੋ। ਮਤਲਬ ਤੁਹਾਨੂੰ ਕੀ ਡਰ ਲੱਗਦਾ ਵੀ ਜੇ ਕਹਿ ਲਓ ਫੈਮਿਨਿਜ਼ਮ ਆ ਜਾਊਗਾ, ਜੈਂਡਰ ਇਕੁਐਲਿਟੀ ਆ ਜਾਊਗਾ, ਤੁਹਾਨੂੰ ਕਿਉਂ ਡਰ ਲੱਗਦਾ ਵੀ ਫਿਰ ਔਰਤਾਂ ਮਰਦਾਂ ਤੇ ਜ਼ੁਲਮ ਕਰਨ ਲੱਗ ਜਾਣੀਆਂ? ਕਿਉਂਕਿ ਤੁਸੀਂ ਬੈਕ ਆਫ ਦਾ ਮਾਈਂਡ ਯੂ ਨੋ ਇਟ ਕਿ ਤੁਸੀਂ ਜ਼ੁਲਮ ਕਰਦੇ ਹੋ, ਤਾਂ ਹੀ ਤੁਹਾਨੂੰ ਡਰ ਲੱਗਦਾ ਨਾ ਵੀ ਜੇ ਉਲਟਾ ਹੋ ਜਾਊਗਾ ਫਿਰ ਤਾਂ ਦੂਜਾ ਜੈਂਡਰ ਦੱਬਿਆ ਜਾਊਗਾ। ਯਾਰ ਅਸੀਂ ਨਹੀਂ ਦੱਬਣਾ, ਕਿਉਂਕਿ ਸਾਨੂੰ ਪਤਾ ਦੱਬਣਾ ਹੁੰਦਾ ਕੀ ਹੈ। ਦਬਣਾ ਕੀ ਹੁੰਦਾ ਉਹ ਅਸੀਂ ਐਕਸਪੀਰੀਅੰਸ ਕੀਤਾ। ਅਸੀਂ ਨਹੀਂ ਕਿਸੇ ਨੂੰ ਦਬਾਉਣਾ। ਅਸੀਂ ਸਿੰਪਲੀ ਇੰਨਾ ਕਹਿੰਦੇ ਵੀ ਆਪਾਂ ਬਰਾਬਰ ਵੀ ਚੱਲ ਸਕਦੇ ਹਾਂ। ਤੇ ਇਸ ਕਰਕੇ ਉਹੀ ਹੈ ਵੀ ਤੁਸੀਂ ਆਪਦੀ ਐਕਸਕਲੂਸਿਵਿਟੀ ਛੱਡ ਕੇ ਜੇ ਇਨਕਲੂਸਿਵ ਹੋ ਜਾਓ ਤਾਂ ਮੈਨੂੰ ਲੱਗਦਾ ਕਿ ਅਸੀਂ ਬਹੁਤ ਖੁਸ਼ ਹੋਵਾਂਗੇ। ਵੀ ਆਲਸੋ ਨੀਡ ਸਪੋਰਟ। ਕਿਹਨੂੰ ਨਹੀਂ ਸਪੋਰਟ ਚਾਹੀਦੀ? ਜਿਹੜੀ ਮੂਵਮੈਂਟ ਜਿੰਨੀ ਵੱਡੀ ਹੋਊਗੀ ਉਹਨਾਂ ਵਧੀਆ। ਬਿਲਕੁਲ। ਮਤਲਬ ਇਹ ਮੈਸੇਜ ਹੈ ਕਿ ਔਰਤ ਆਜ਼ਾਦੀ ਦਾ ਸਵਾਲ ਹੈ ਜਿਹੜਾ ਉਹ ਇੱਕ ਤਾਂ ਪੂਰੇ ਸਮਾਜਿਕ ਬਣਤਰ ਨੂੰ ਸਮਝਦੇ ਹੋਏ ਹੀ ਐਡਰੈਸ ਹੋ ਸਕਦਾ ਹੈ। ਤੇ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਖੜੇ ਹਾਂ। ਹੁਣ ਅਸੀਂ ਇੱਕ ਆਪਣੇ ਵੱਲੋਂ ਵੀ ਇੱਕ ਅਪੀਲ ਕਰ ਰਹੇ ਹਾਂ, ਸੱਦਾ ਲਾ ਰਹੇ ਹਾਂ ਕਿ ਇਮਾਨਦਾਰੀ ਨਾਲ, ਜੈਨੂਇਨਨੈਸ ਨਾਲ ਆਪਣੀ ਪੇਟਰੀਆਰਕੀ ਨੂੰ, ਆਪਣੇ ਅੰਦਰ ਜੋ ਵੀ ਚੀਜ਼ਾਂ ਪਈਆਂ ਨੇ ਉਹਨਾਂ ਨੂੰ ਅਨਲਰਨ ਕਰਦੇ ਹੋਏ ਸਾਡੇ ਨਾਲ ਵੀ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਲੜਾਈ ਦਾ ਪਾਰਟ ਬਣੋ। ਤੇ ਅਸੀਂ ਜਿਹੜੇ ਪੋਲੀਟੀਕਲ ਇਮੈਂਸੀਪੇਸ਼ਨ ਦੀ ਵੀ ਗੱਲ ਕਰਦੇ ਹਾਂ ਉਹ ਨਾਲ ਹੀ ਲੜੀ ਜਾਣੀ ਹੈ। ਇਹ ਅਸੀਂ ਸਮਝਦੇ ਹੋਏ ਕਹਿ ਰਹੇ ਹਾਂ ਕਿ ਹੁਣ ਤੁਹਾਨੂੰ ਵੀ ਲੋੜ ਹੈ ਸਾਡੇ ਨਾਲ ਆਉਣ ਦੀ ਤੇ ਲੜਨ ਦੀ। ਥੈਂਕ ਯੂ ਨਵਕਿਰਨ ਬਹੁਤ ਜੁਆਇਨ ਕਰਨ ਲਈ। ਬਹੁਤ ਹੀ ਇੰਟਰਸਟਿੰਗ ਤੇ ਵਧੀਆ ਡਿਸਕਸ਼ਨ ਮੇਰੇ ਲਈ ਪਰਸਨਲੀ ਵੀ ਸੀਗੀ ਤੇ ਬਹੁਤ ਗੱਲਾਂ ਆਪਾਂ ਕੀਤੀਆਂ। ਆਈ ਹੋਪ ਕਿ ਜਿਹੜੇ ਲੋਕ ਸੁਣ ਰਹੇ ਨੇ, ਲਿਖ ਰਹੇ ਨੇ, ਉਸ ਤੋਂ ਬਾਅਦ ਵੀ ਚਰਚਾ ਚਲਾਉਣਗੇ ਤੇ ਆਪਾਂ ਹੋਰ ਇਸ ਮਸਲੇ ਤੇ ਡਿਟੇਲ 'ਚ ਗੱਲ ਕਰਦੇ ਰਵਾਂਗੇ। ਥੈਂਕ ਯੂ ਸੋ ਮਚ। ਮੈਨੂੰ ਲੱਗਦਾ ਲੋਕ ਇਮਾਨਦਾਰੀ ਨਾਲ ਇਹ ਲੈ ਕੇ ਵੀ ਆ ਜਾਣ, ਯਾਰ ਸਾਨੂੰ ਆਹ ਲੱਗਦਾ, ਬੇਸ਼ੱਕ ਤੁਹਾਨੂੰ ਮਤਲਬ ਬੇਸ਼ੱਕ ਉਹ ਪੋਲੀਟੀਕਲੀ ਗਲਤ ਹੋਵੇ, ਪਰ ਸਾਨੂੰ ਪਤਾ ਹੈ ਕਿ ਉਹ ਤੁਹਾਡੇ ਦਿਮਾਗ ਦੀ ਪ੍ਰੋਬਲਮ ਨਹੀਂ, ਉਹ ਲਾਰਜਰ ਸਿਸਟਮ ਦੀ ਪ੍ਰੋਬਲਮ ਹੈ ਜੇ ਤੁਸੀਂ ਗਲਤ ਵੀ ਸੋਚ ਰਹੇ ਹੋ। ਸੋ ਜਸਟ ਆ ਜਾਓ ਇਮਾਨਦਾਰੀ ਨਾਲ, ਕੋਈ ਨਹੀਂ, ਉਹਨੂੰ ਮਿਲ ਕੇ ਸੋਲਵ ਕਰ ਲਾਂਗੇ। ਬਿਲਕੁਲ। ਥੈਂਕ ਯੂ।